हाँ जी दोस्तों, हुण हैगा क्लास 10वीं वालिਆਂ ਦਾ ਇੰਗਲਿਸ਼ ਦਾ ਪ੍ਰੀ ਬੋਰਡ ਦਾ ਪੇਪਰ 30 ਜਨਵਰੀ ਨੂੰ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇਹ ਇੱਕ ਸਾਡੇ ਕੋਲ ਪੇਪਰ ਆ, ਇਸ ਨੂੰ ਪੂਰਾ ਸੋਲਵ ਅਸੀਂ ਕਰ ਚੁੱਕੇ ਹਾਂ ਤੇ ਹੁਣ ਤੁਹਾਡੀ ਤਿਆਰੀ ਕਰਾਵਾਂਗੇ। ਠੀਕ ਹੈ ਜੀ, ਆਹ ਜਿਹੜਾ ਪੇਪਰ ਹੈਗਾ ਪੰਜਾਬ ਬੋਰਡ ਨੇ ਆਪਣੀ ਵੈਬਸਾਈਟ ਤੇ ਵੀ ਜਾਰੀ ਕੀਤਾ ਹੋਇਆ ਵਾ। ਠੀਕ ਹੈ, ਤਾਂ ਦੇਖ ਸਕਦੇ ਹੋ ਦੋਸਤੋ 80 ਨੰਬਰ ਦਾ ਇਹ ਪੇਪਰ ਹੋਣਾ ਵਾ, 3 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਸਭ ਤੋਂ ਪਹਿਲਾਂ ਦੋਸਤੋ ਦੇਖ ਲੈਂਦੇ ਹਾਂ ਆਪਾਂ ਸੈਕਸ਼ਨ ਏ ਰੀਡਿੰਗ ਸਕਿੱਲਸ ਨੇ। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਆਹ ਜਿਹੜਾ ਪੈਸੇਜ ਦਿੱਤਾ ਹੋਇਆ ਨਾ ਵਾ, ਇਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਥੱਲੇ ਜਿਹੜੇ ਫਿਰ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ ਦੇਖੋ ਸਕਰੀਨ ਨੂੰ 2 ਮਿੰਟ ਲਈ ਰੋਕੋ, ਇੱਥੋਂ ਤੋਂ ਲੈ ਕੇ ਇੱਥੇ ਤੱਕ ਰੀਡ ਕਰ ਲਓ ਜਦ ਤੱਕ ਮੈਂ ਵੀ ਰੀਡ ਕਰ ਲੈਣਾ। ਤਾਂ ਦੋਸਤੋ ਤੁਸੀਂ ਰੀਡ ਕਰ ਲਿਆ ਹੋਣਾ। ਤਾਂ ਦੋਸਤੋ ਇਹਦੇ ਵਿੱਚ ਦੇਖੋ ਮੈਂ ਮੋਟਾ ਮੋਟੀ ਦੱਸ ਦੇਣਾ ਇਹਦੇ ਵਿੱਚ ਕੀ ਇਹਨਾਂ ਨੇ ਕਿਹਾ ਹੋਇਆ ਵਾ ਕਿ ਬਈ ਜਿਹੜਾ ਹੈਗਾ ਵਾ ਨਾ ਸਪੋਰਟਸਮੈਨਸ਼ਿਪ ਦਾ ਅਰਥ ਇਹੀ ਹੈ ਕਿ ਸਾਂਝੇ ਟੀਚੇ ਨੂੰ ਪ੍ਰਾਪਤ ਕਰਨ ਲਈ ਦੋਸਤੋ ਮਿਲ ਕੇ ਕੰਮ ਕਰਨਾ ਚਾਹੀਦਾ ਵਾ। ਠੀਕ ਹੈ ਜੀ, ਤੇ ਟੀਮ ਭਾਵਨਾ ਹੋਣੀ ਚਾਹੀਦੀ ਹੈ। ਜਦੋਂ ਸਾਨੂੰ ਦੋਸਤੋ ਅਨੁਸ਼ਾਸਨ ਦੇ ਵਿੱਚ ਰਹਿਣਾ ਚਾਹੀਦਾ ਵਾ। ਠੀਕ ਹੈ ਜੀ, ਤੇ ਸਾਨੂੰ ਇਹ ਜਿਹੜਾ ਸਪੋਰਟਸਮੈਨਸ਼ਿਪ ਹੈ ਉਹ ਗੁਣ ਸਿਖਾਉਂਦੀ ਆ ਆਗਿਆਕਾਰੀ ਹੋਣ ਦਾ। ਇਸ ਤਰ੍ਹਾਂ ਦੇ ਇਹਦੇ ਵਿੱਚ ਲਿਖਿਆ ਹੋਇਆ ਵਾ ਖਿਡਾਰੀਆਂ ਨੂੰ ਦੋਸਤੋ ਖੇਡ ਜਿੱਤਣ ਲਈ ਗਲਤ ਤਰੀਕੇ ਨਹੀਂ ਵਰਤਣੇ ਚਾਹੀਦੇ ਹਨ। ਖੇਡਾਂ ਸਿਰਫ ਜਿੱਤ ਲਈ ਨਹੀਂ ਦੋਸਤੋ, ਸਾਧਾਰਨ ਆਨੰਦ ਲਈ ਵੀ ਖੇਡੀਆਂ ਜਾਣੀਆਂ ਚਾਹੀਦੀਆਂ ਹਨ। ਇੱਕ ਖਿਡਾਰੀ ਨੂੰ ਦੋਸਤੋ ਹਾਰ ਕੇ ਉਦਾਸ ਨਹੀਂ ਹੋਣਾ ਚਾਹੀਦਾ ਹੈ। ਠੀਕ ਹੈ, ਉਹਨੂੰ ਆਪਣੀ ਇੰਪਰੋਵਾਈਜੇਸ਼ਨ ਕਰਨੀ ਚਾਹੀਦੀ ਹੈ ਕਿ ਹਾਂ ਮੈਂ ਕਿਸ ਰੀਜ਼ਨ ਕਰਕੇ ਹਾਰਿਆ ਵਾ। ਠੀਕ ਹੈ ਜੀ, ਸਿਰਫ ਵਿਅਕਤੀ ਵਿੱਚ ਜਿਨ੍ਹਾਂ ਲੋਕਾਂ ਵਿੱਚ ਖੇਡ ਘੱਟ ਹੁੰਦੀ, ਠੀਕ ਹੈ ਜੀ, ਉਹ ਜਿਹੜਾ ਹੈਗਾ ਦੋਸਤੋ ਆਪਣਾ ਅਸਹਿਣਸ਼ੀਲ, ਤੰਗ ਦਿਮਾਗ ਅਤੇ ਸਵਾਰਥੀ ਹੁੰਦੇ ਹਨ। ਠੀਕ ਹੈ ਜੀ, ਤੇ ਦੂਜਿਆਂ ਲਈ ਦੋਸਤੋ ਵਿਚਾਰ ਨਹੀਂ ਕਰ ਸਕਦੇ ਕਿਉਂਕਿ ਦੋਸਤੋ ਉਹਨਾਂ ਨਾਲ ਈਰਖਾ ਕਰਦੇ ਹਨ। ਇਸ ਲਈ ਦੋਸਤੋ ਜੀਵਨ ਵਿੱਚ ਟੀਚਾ ਹਾਸਲ ਕਰਨ ਲਈ ਖਿਡਾਰੀ ਦੀ ਭਾਵਨਾ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਦੋਸਤੋ ਮੋਟਾ ਮੋਟੀ ਇਹਦੇ ਵਿੱਚ ਇਹੀ ਲਿਖਿਆ ਹੋਇਆ ਵਾ। ਬਾਕੀ ਹੁਣ ਤੁਹਾਨੂੰ ਪ੍ਰਸ਼ਨ ਉੱਤਰ ਦੱਸਦੇ ਇਹਨਾਂ ਦੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਨਿਕਲ ਕਰ ਆ ਰਿਹਾ ਹੈ ਕਿ ਵਟ ਡਸ ਸਪੋਰਟਸਮੈਨਸ਼ਿਪ ਟੀਚ ਅਸ, ਯਾਨੀ ਕਿ ਦੋਸਤੋ ਸਪੋਰਟਸਮੈਨਸ਼ਿਪ ਸਾਨੂੰ ਕੀ ਸਿਖਾਉਂਦੀ ਹੈ। ਤਾਂ ਦੋਸਤੋ ਇਹਦੇ ਆਪਸ਼ਨ ਨੇ ਜਿਵੇਂ ਕਿ ਪੰਕਚੁਅਲਿਟੀ, ਡਿਸਿਪਲਿਨ, ਕੋਆਪਰੇਸ਼ਨ ਐਂਡ ਓਬੀਡੈਂਸ। ਤਾਂ ਦੋਸਤੋ ਇਸ ਦਾ ਆ ਜਾਏਗਾ ਆਲ ਆਫ ਦਾ ਅਬਵ, ਯਾਨੀ ਕਿ ਦੋਸਤੋ ਇਹ ਸਾਨੂੰ ਸਮੇਂ ਦਾ ਪਾਬੰਦ ਹੋਣਾ ਵੀ ਸਿਖਾਉਂਦੀ ਹੈ। ਠੀਕ ਹੈ ਜੀ, ਤੇ ਸਾਨੂੰ ਅਨੁਸ਼ਾਸਨ ਵੀ ਸਿਖਾਉਂਦੀ ਹੈ, ਡਿਸਿਪਲਿਨ। ਠੀਕ ਹੈ ਜੀ, ਤੇ ਸਾਨੂੰ ਇਹ ਦੋਸਤੋ ਕੋਆਪਰੇਸ਼ਨ ਐਂਡ ਓਬੀਡੈਂਸ ਯਾਨੀ ਕਿ ਦੋਸਤੋ ਸਹਿਯੋਗ ਅਤੇ ਆਗਿਆਕਾਰੀ ਵੀ ਸਾਨੂੰ ਸਿਖਾਉਂਦੀ ਹੈ ਜਾਂ ਬਣਾਉਂਦੀ ਹੈ। ਠੀਕ ਹੈ ਜੀ, ਤੇ ਹੁਣ ਦੂਸਰਾ ਪ੍ਰਸ਼ਨ ਹੈਗਾ ਦੋਸਤੋ ਹਾਊ ਸ਼ੁੱਡ ਸਪੋਰਟਸਮੈਨ ਬਿਹੇਵ ਆਫਟਰ ਲੂਜ਼ਿੰਗ ਔਰ ਵਿਨਿੰਗ ਮੈਚ, ਯਾਨੀ ਕਿ ਦੋਸਤੋ ਕਿ ਬਈ ਮੈਚ ਹਾਰਨ ਜਾਂ ਫਿਰ ਜਿੱਤਣ ਤੋਂ ਬਾਅਦ ਖਿਡਾਰੀ ਦਾ ਜਿਹੜਾ ਹੈਗਾ ਵਿਵਹਾਰ ਕਿਵੇਂ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਤਾਂ ਪਹਿਲਾ ਆਪਸ਼ਨ ਹੈ ਦੋਸਤੋ ਉਸਨੂੰ ਹੀ ਸ਼ੁੱਡ ਬੀ ਡਿਪਰੈਸਡ। ਠੀਕ ਹੈ ਜੀ, ਉਸ ਨੂੰ ਜਿਹੜਾ ਹੈਗਾ ਵਾ ਕੀ ਹੋਣਾ ਚਾਹੀਦਾ ਵਾ, ਉਸ ਨੂੰ ਦੋਸਤੋ ਉਦਾਸ ਮਹਿਸੂਸ ਕਰਨਾ ਚਾਹੀਦਾ ਵਾ। ਦੂਸਰਾ ਆਪਸ਼ਨ ਹੈ ਦੋਸਤੋ ਆਪਣਾ ਹਾਂਜੀ ਉਸ ਨੂੰ ਜਿਹੜਾ ਹੈਗਾ ਉਦਾਸ ਹੋਣਾ ਚਾਹੀਦਾ ਵਾ। ਠੀਕ ਹੈ ਜੀ, ਇਹ ਪਹਿਲਾ ਆਪਸ਼ਨ ਹੈਗਾ ਕਿ ਹੀ ਸ਼ੁੱਡ ਬੀ ਡਿਪਰੈਸਡ। ਤਾਂ ਦੋਸਤੋ ਮਤਲਬ ਉਸ ਨੂੰ ਉਦਾਸ ਹੋਣਾ ਚਾਹੀਦਾ ਵਾ, ਜਾਂ ਫਿਰ ਦੋਸਤੋ ਜਿਹੜਾ ਹੈਗਾ ਹੀ ਸ਼ੁੱਡ ਫੀਲ ਸੈਡ, ਜਾਂ ਫਿਰ ਦੋਸਤੋ ਉਸ ਨੂੰ ਜਿਹੜਾ ਹੈਗਾ ਵਾ ਉਦਾਸ ਮਹਿਸੂਸ ਕਰਨਾ ਚਾਹੀਦਾ ਵਾ। ਤੀਸਰਾ ਆਪਸ਼ਨ ਦੋਸਤੋ ਹੈਗਾ ਹੀ ਸ਼ੁੱਡ ਬਲੇਮ ਦਾ ਟੀਮ। ਠੀਕ ਹੈ ਜੀ, ਉਸ ਨੂੰ ਦੋਸਤੋ ਜਿਹੜਾ ਹੈਗਾ ਵਾ ਟੀਮ ਤੇ ਜਿਹੜਾ ਹੈਗਾ ਦੋਸ਼ ਦੇਣਾ ਚਾਹੀਦਾ ਵਾ। ਠੀਕ ਹੈ ਜੀ, ਉਸ ਨੂੰ। ਠੀਕ ਹੈ, ਜਾਂ ਫਿਰ ਦੋਸਤੋ ਡੀ ਆਪਸ਼ਨ ਹੀ ਸ਼ੁੱਡ ਨਾਟ ਫੀਲ ਡਿਪਰੈਸਡ ਔਰ ਲੂਜ਼ ਹਿਜ਼ ਹੈਡ। ਠੀਕ ਹੈ ਜੀ, ਤਾਂ ਉਸ ਨੂੰ ਦੋਸਤੋ ਜਿਹੜਾ ਹੈਗਾ ਵਾ ਉਸ ਨੂੰ ਉਦਾਸ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ, ਆਪਣਾ ਸਿਰ ਦੋਸਤੋ ਨਹੀਂ ਜਿਹੜਾ ਹੈਗਾ ਵਾ ਗਵਾਉਣਾ ਚਾਹੀਦਾ ਹੈ। ਠੀਕ ਹੈ ਜੀ, ਤਾਂ ਇਹ ਇਸ ਦਾ ਆਨਸਰ ਹੋ ਜਾਏਗਾ ਏ ਵਾਲਾ ਆਪਸ਼ਨ, ਡੀ ਵਾਲਾ ਆਪਸ਼ਨ। ਤੇ ਅੱਗੇ ਹੈ ਦੋਸਤੋ ਸਪੋਰਟਸਮੈਨਸ਼ਿਪ ਮੀਨ। ਠੀਕ ਹੈ ਜੀ, ਸਪੋਰਟਸਮੈਨਸ਼ਿਪ ਦਾ ਜਿਹੜਾ ਹੈਗਾ ਮਤਲਬ ਕੀ ਹੈ। ਤਾਂ ਦੋਸਤੋ ਇਸ ਦਾ ਮਤਲਬ ਹੈ ਅਨੁਸ਼ਾਸਨ ਅਤੇ ਟੀਮ ਵਰਕ, ਯਾਨੀ ਕਿ ਡਿਸਿਪਲਿਨ ਐਂਡ ਟੀਮ ਵਰਕ। ਠੀਕ ਹੈ ਜੀ, ਤੇ ਅਗਲਾ ਪ੍ਰਸ਼ਨ ਦੋਸਤੋ ਹੈਗਾ ਆਪਣਾ ਹਾਂਜੀ, ਤਾਂ ਹੁਣ ਅਗਲਾ ਹੈਗਾ ਦੋਸਤੋ ਡਿਫੀਟ ਫੋਰ ਅ ਸਪੋਰਟਸਮੈਨ ਇਜ਼ ਨਥਿੰਗ ਬਟ। ਠੀਕ ਹੈ ਜੀ, ਤਾਂ ਇੱਕ ਖਿਡਾਰੀ ਲਈ ਦੋਸਤੋ ਹਾਰ ਕੁਝ ਵੀ ਨਹੀਂ ਹੈ ਡੈਸ਼। ਠੀਕ ਹੈ ਜੀ, ਤਾਂ ਇਸ ਦਾ ਕੀ ਆਏਗਾ। ਤਾਂ ਦੋਸਤੋ ਇਸ ਦਾ ਬੀ ਆਪਸ਼ਨ ਬਿਲਕੁਲ ਸਹੀ ਆਨਸਰ ਆ ਜਾਏਗਾ ਆਪਣਾ ਅ ਲੈਸਨ ਟੂ ਇੰਪਰੂਵ। ਠੀਕ ਹੈ ਜੀ, ਯਾਨੀ ਕਿ ਸੁਧਾਰ ਕਰਨ ਲਈ ਇੱਕ ਸਬਕ। ਠੀਕ ਹੈ ਜੀ, ਤੇ ਅੱਗੇ ਹੈ ਦੋਸਤੋ ਗਿਵ ਸਿਨੋਨੀਅਮ ਆਫ ਵਿਕਟਰੀ। ਠੀਕ ਹੈ ਜੀ, ਤਾਂ ਦੋਸਤੋ ਇਸ ਦਾ ਕੀ ਆਨਸਰ ਆਏਗਾ, ਮਤਲਬ ਆਹ ਵਾਲਾ ਜਿਹੜਾ ਹੈਗਾ ਵਿਕਟਰੀ ਸ਼ਬਦ ਆ। ਠੀਕ ਹੈ ਜੀ, ਤਾਂ ਇਸ ਦਾ ਸਮਾਨਾਰਥੀ ਸ਼ਬਦ ਦੱਸੋ। ਤਾਂ ਦੋਸਤੋ ਬੀ ਐਂਡ ਸੀ ਦੋਨੋਂ ਹੀ। ਠੀਕ ਹੈ ਜੀ, ਬੀ ਐਂਡ ਸੀ ਦੋਨੋਂ ਹੀ। ਤਾਂ ਦੋਸਤੋ ਪੀ ਐਂਡ ਸੀ ਕੀ ਹੈ ਦੇਖ ਲਓ, ਟ੍ਰਿੰਪ ਤੇ ਸਕਸੈਸ। ਟ੍ਰਿੰਪ ਦਾ ਮਤਲਬ ਦੋਸਤੋ ਕੀ ਹੁੰਦਾ, ਜਿੱਤ, ਤੇ ਸੀ ਦਾ ਮਤਲਬ ਸਕਸੈਸ ਦਾ ਮਤਲਬ ਹੁੰਦਾ ਦੋਸਤੋ ਸਫਲਤਾ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਹੋ ਜਾਏਗਾ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਫੇਰ ਹੈਗਾ ਇੱਕ ਹੋਰ ਪੈਸੇਜ ਆ, ਇਹ ਪੋਸਟਰ ਆ। ਪੋਸਟਰ ਨੂੰ ਦੇਖ ਕੇ ਤੁਸੀਂ ਆਨਸਰ ਦੇਣੇ ਹਨ ਕੁਐਸਚਨਾਂ ਦੇ। ਤਾਂ ਦੋਸਤੋ ਤੁਸੀਂ ਇਸ ਪੋਸਟਰ ਨੂੰ ਵੀ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ, ਸਕਰੀਨ ਨੂੰ ਰੋਕ ਕੇ। ਠੀਕ ਹੈ ਜੀ, ਕੀ ਲਿਖਿਆ ਹੋਇਆ ਵਾ ਜਦ ਤੱਕ ਮੈਂ ਵੀ ਦੇਖ ਲੈਣਾ। ਤਾਂ ਦੋਸਤੋ ਪੋਸਟਰ ਨੂੰ ਤੁਸੀਂ ਦੇਖ ਲਿਆ ਹੋਣਾ ਵਾ। ਹੁਣ ਦੋਸਤੋ ਥੱਲੇ ਇਹਨਾਂ ਦੇ ਪ੍ਰਸ਼ਨ ਹਨ, ਤਾਂ ਦੇਖ ਲੈਂਦੇ ਹਾਂ ਦੋਸਤੋ। ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ, ਵਟ ਇਜ਼ ਦਾ ਪੋਸਟਰ ਆਲ ਅਬਾਊਟ। ਠੀਕ ਹੈ ਜੀ, ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਪੋਸਟਰ ਇਸ ਕਿਸ ਬਾਰੇ ਹੈ ਮਤਲਬ। ਠੀਕ ਹੈ ਜੀ, ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਵਾ ਇੰਡੀਆ ਐਗਰੀਕਲਚਰ ਸੈਕਟਰ। ਠੀਕ ਹੈ, ਇੰਡੀਆਜ਼ ਐਗਰੀਕਲਚਰ ਸੈਕਟਰ ਇਸ ਦਾ ਰਾਈਟ ਆਨਸਰ ਹੋ ਜਾਏਗਾ। ਠੀਕ ਹੈ ਜੀ, ਭਾਰਤ ਦਾ ਖੇਤੀਬਾੜੀ ਸੈਕਟਰ। ਅੱਗੇ ਹੈ ਦੋਸਤੋ ਆਪਣਾ ਵਟ ਇਜ਼ ਆਰਗੈਨਿਕ ਫਾਰਮਿੰਗ। ਠੀਕ ਹੈ ਜੀ, ਜੈਵਿਕ ਖੇਤੀ ਕੀ ਹੈ। ਠੀਕ ਹੈ, ਤੁਸੀਂ ਆਹ ਪੜ੍ਹਿਆ ਹੋਣਾ EVS ਵਗੈਰਾ ਦੇ ਵਿੱਚ ਕਿ ਜੈਵਿਕ ਖੇਤੀ ਕੀ ਹੈ। ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਬਿਲਕੁਲ ਹੀ ਰਾਈਟ ਆਨਸਰ ਹੋ ਜਾਏਗਾ ਇੰਟੀਗ੍ਰੇਟਡ ਐਂਡ ਸਸਟੇਨੇਬਲ ਫਾਰਮਿੰਗ। ਠੀਕ ਹੈ ਜੀ, ਤਾਂ ਸੀ ਆਪਸ਼ਨ ਇਸ ਦਾ ਹੋ ਜਾਏਗਾ, ਯਾਨੀ ਕਿ ਏਕੀਕ੍ਰਿਤ ਅਤੇ ਟਿਕਾਊ ਖੇਤੀ। ਅੱਗੇ ਹੈ ਦੋਸਤੋ ਵਿਚ ਇਨੀਸ਼ੀਏਟਿਵ ਹੈਜ਼ ਬੀਨ ਸਟਾਰਟਡ ਫॉर ਦਾ ਆਨਲਾਈਨ ਟ੍ਰੇਡਿੰਗ ਆਫ ਕ੍ਰੌਪਸ, ਯਾਨੀ ਕਿ ਫਸਲਾਂ ਦੇ ਆਨਲਾਈਨ ਵਪਾਰ ਲਈ ਕਿਹੜੀ ਜਿਹੜੀ ਹੈਗੀ ਪਹਿਲ ਕਦਮੀ ਸ਼ੁਰੂ ਕੀਤੀ ਗਈ ਸੀਗੀ। ਤਾਂ ਦੋਸਤੋ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਈ
ਨਾਮ, ਠੀਕ ਹੈ ਜੀ। ਈ ਨਾਮ ਇਸ ਦਾ ਜਿਹੜਾ ਹੈਗਾ ਵਾ ਰਾਈਟ ਆਂਸਰ ਹੋ ਜਾਏਗਾ। ਅੱਗੇ ਦੋਸਤੋ ਵਾਈ ਇਜ਼ ਸਟੋਰੇਜ ਐਂਡ ਫੂਡ ਪ੍ਰੋਸੈਸਿੰਗ ਨੈਸੈਸਰੀ, ਠੀਕ ਹੈ ਜੀ। ਤਾਂ ਦੋਸਤੋ ਬਈ ਸਟੋਰੇਜ ਅਤੇ ਫੂਡ ਪ੍ਰੋਸੈਸਿੰਗ ਕਿਉਂ ਜ਼ਰੂਰੀ ਹੈ, ਠੀਕ ਹੈ। ਤਾਂ ਦੋਸਤੋ ਇਸ ਦਾ ਆਂਸਰ ਆ ਜਾਏਗਾ ਬੀ ਆਪਸ਼ਨ, यानी कि टू सस्टेन एंड इंक्रीज लाइफ ऑफ क्रॉप, यानी कि दोस्तों फसल के जीवन ਨੂੰ ਕਾਇਮ ਰੱਖਣ ਅਤੇ ਵਧਾਉਣ ਲਈ, ਠੀਕ ਹੈ ਜੀ। ਤਾਂ ਇਸ ਦਾ ਆਂਸਰ ਇਹ ਹੋ ਜਾਏਗਾ। अपना अगला प्रश्न है दोस्तों व्हाट इज द पर्पस ऑफ प्रधानमंत्री कृषि सिंचाई योजना, ठीक है जी। यानी कि दोस्तों प्रधानमंत्री कृषि सिंचाई योजना का उद्देश्य की सी, ठीक है जी, की है। तो दोस्तों इसका आंसर आ जाएगा टू मिनिमाइज वेस्टेज ऑफ वाटर, ठीक है जी। यानी कि दोस्तों पानी की बर्बादी ਨੂੰ ਘੱਟ ਕਰਨ ਲਈ। ਤੇ ਹੁਣ ਦੋਸਤੋ ਆਪਣਾ ਹੈਗਾ ਸੈਕਸ਼ਨ ਵੀ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਨੇ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ, ਠੀਕ ਹੈ ਜੀ, ਇਹਦੇ ਵਿੱਚ ਦੇਖਦੇ ਹਾਂ ਹਾਂ ਆਨਸਰ ਦਾ ਫੋਲੋਇੰਗ, ਠੀਕ ਹੈ ਜੀ, ਆਨਸਰ ਦਾ ਫੋਲੋਇੰਗ ਦਾ ਕੁਐਸਚਨ, ਠੀਕ ਹੈ ਜੀ। ਤਾਂ ਇੱਥੇ ਆਪਾਂ ਦੇਖਦੇ ਹਾਂ ਇਸ ਨੂੰ, ਇੱਥੇ ਆ ਰਿਹਾ। ਤਾਂ ਦੋਸਤੋ ਸਭ ਤੋਂ ਪਹਿਲਾ ਪ੍ਰਸ਼ਨ ਆਪਣਾ ਕੀ ਹੈ ਕਿ ਦ ਪੂਅਰ ਸੀਮਟਰੈਸ ਵਾਸ ਗਿਵਨ ਡੈਸ਼ ਬਾय ਦ ਸਵੈਲੋ, ਯਾਨੀ ਕਿ ਦੋਸਤੋ ਜਿਹੜੀ ਗਰੀਬ ਜਾਂ ਫਿਰ ਦੋਸਤੋ ਵਿਚਾਰੀ ਜਿਹੜੀ ਸਿਉਣ ਵਾਲੀ ਸੀਗੀ, ਇਸਤਰੀ ਸੀਗੀ, ਕੁੜੀ ਸੀ ਜਾਂ ਫਿਰ ਲੇਡੀ ਸੀਗੀ, ਠੀਕ ਹੈ ਜੀ। ਤਾਂ ਉਹਨੂੰ ਦੋਸਤੋ ਜਿਹੜੀ ਹੈਗੀ ਰੂਬੀ ਦਿੱਤੀ ਗਈ ਸੀਗੀ ਸਵੈਲੋ ਦੇ ਦੁਆਰਾ, ਠੀਕ ਹੈ ਜੀ। ਤੇ ਆਪਣਾ ਅਗਲਾ ਪ੍ਰਸ਼ਨ ਹੈਗਾ ਦੋਸਤੋ ਵਿਚ ਇਲਸਟ੍ਰੇਸ਼ਨ ਵਾਜ਼ ਯੂਜ਼ਡ ਬਾय द प्रोफेसर ऑफ साइकोलॉजी, यानी कि दोस्तों मनोविज्ञानिक के प्रोफैसर द्वारा केड़ा दृशांत वरत्या गया सी। तो दोस्तों द फैमिलीयर इलस्ट्रेशन ऑफ द बर्निंग ग्लास, ठीक है जी, बलदे शीशे का जाणिया पछाणिया दृशांत जिहड़ा हैगा वा दोस्तों जिहड़ा हैगा वरत्या गया सीगा, ठीक है। तो अगला प्रश्न हैगा फटीक्स आंट वेलकमड फटीक एट होम, ठीक है जी, ट्रू और फॉल्स। तो इसका आंसर आएगा फॉल्स, ठीक है जी, कि जिहड़ा हैगा बीमार फटीक की मासी ने फटीक का उसके घर जिहड़ा हैगा स्वागत किया सी, सच या फिर गलत। तो दोस्तों इहदा आ जाएगा फॉल्स, यानी कि गलत, ठीक है जी। तो दोस्तों अगे है अपना प्रश्न, क्योंकि दोस्तों स्वागत नहीं किया सीगा, इहदा मतलब यही है कि उन्हें स्वागत नहीं किया सीगा बहुत ही, क्योंकि पहले ही उहदे मतलब जवाक सीगे, वो कहंदा कि कित्थों नवीं मुसीबत आ गई मेरे कोल, ठीक है, इस तरह का सी। तो अगे है दोस्तों आ हैप्पी मैन इनवाइस, यानी कि दोस्तों इहदा की मतलब होया। तो इहदा मतलब है दोस्तों कि बई ਜਿਹੜਾ ਹੈਗਾ ਵਾ ਇਸ ਦਾ ਆਨਸਰ ਨਨ ਆ, ਪਹਿਲੀ ਗੱਲ ਤਾਂ ਦੋਸਤੋ ਇੱਕ ਖੁਸ਼ ਆਦਮੀ ਈਰਖਾ ਕਰਦਾ ਹੈ, ਠੀਕ ਹੈ ਜੀ, ਤਾਂ ਨਨ, ਠੀਕ ਹੈ ਜੀ, ਇਸ ਦਾ ਆਨਸਰ ਆ ਜਾਏਗਾ ਨਨ, ਚੌਥੇ ਦਾ। ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਕਿ ਨਈਮ ਯੂਜ਼ਡ ਆਰਗੁਡ ਹਾਂਜੀ ਯੂਜ਼ਡ ਦ ਆਊਥਰ ਟੂ ਰੀਸਟਾਰਟ, ਇਹਦੀ ਪ੍ਰੋਨਾਂਸੀਏਸ਼ਨ ਦੇਖ ਲਿਓ ਦੋਸਤੋ ਕੀ ਲਿਖਿਆ ਹੋਇਆ ਹੈ, ਦ ਆਊਥਰ ਟੂ ਰੀਸਟਾਰਟ, ਠੀਕ ਹੈ ਜੀ। तो इसका मतलब की है दोस्तों नईम ने लेखक जोड़ा है वा लेखक को दोबारा शुरू करने की जी अपील की, ठीक है जी, की तो दोस्तों पेंटिंग उसने जोड़ा है वा पेंटिंग करने की अपील की, ठीक है। तो अगे है दोस्तों हू वाज मिस लोटा लॉरियर, ठीक है जी। तो दोस्तों की बई जी हैगी अपनी मिस लोटा लोरियल कौन सी, तो दोस्तों वह जी हैगी शी वाज एन एक्ट्रेस, यानी कि दोस्तों वह एक जी हैगी अदाकारा सी। अगे वाला अपना प्रश्न है कि होल्म्स डिड नॉट वॉन्ट वॉटसन टू टच हिज थिंग्स, ट्रू और फॉल्स, ठीक है जी। तो इसका आ जाएगा दोस्तों ट्रू, यानी कि सच, यानी कि मतलब की है इसका कि होम्स नहीं चाहता सी कि वाटसन उस दे जिहड़ी है चीज़ों को छूए, तो दोस्तों बिल्कुल ही ट्रू है, ठीक है जी। तो हुण अगला प्रश्न है दोस्तों पखाम, ठीक है जी, वाज अ वेरी डैश मैन, ठीक है जी। तो दोस्तों पखाम वाज अ वेरी जिहड़ा हैगा वा ग्रीडी, यानी कि दोस्तों जिहड़ा हैगा वा पखाम एक दोस्तों बहुत ही दोस्तों जिहड़ा हैगा लालची, ठीक है जी, बंदा सी, इस तरह आप कह सकते हैं लालची आदमी सी, ठीक है जी। तो उस तो बाद दोस्तों अपना है सैक्शन सी, तो सैक्शन सी के देखो दोस्तों की है आंसर एनी 3 क्वेश्चनस, ठीक है जी। तो दोस्तों इसका आंसर भी देखते हैं सैक्शन सी के। तो सब तो पहला अपना प्रश्न की है कि वट इज़ द ग्रेटेस्ट गिफ्ट ऑफ साइंस। तो दोस्तों देखो मतलब विज्ञान का सब तो बड़ा तोहफा की है। तो दोस्तों देखो इलैक्ट्रिसिटी इज़ द ग्रेटेस्ट गिफ्ट ऑफ साइंस टू मैनकाइंड, यानी कि दोस्तों बिजली मनुखता लई दोस्तों विज्ञान का सब तो बड़ा तोहफा है, ठीक है। साइंस हैज़ हेल्प्ड us to produce more and more food. It has also invented many new medicines and helped men to live longer, यानी कि दोस्तों विज्ञान ने ਵੱਧ ਤੋਂ ਵੱਧ ਭੋਜਨ ਪੈਦਾ ਕਰਨ ਵਿੱਚ ਸਾਡੀ ਮਦਦ ਕੀਤੀ ਹੈ, ठीक है जी। तो इसने दोस्तों कई नवीं ਜਿਹੜੀਆਂ ਹੈਗੀਆਂ ਨੇ ਦਵਾਈਆਂ ਦੀ ਕਾਢ ਕੱਢੀ है, ਮਨੁੱਖ ਨੂੰ दोस्तों ਜਿਹੜਾ ਹੈਗਾ ਲੰਬਾ ਜੀਣ ਵਿੱਚ मदद की है, किसने, साइंस ने। अगला प्रश्न थी दोस्तों वाई वाज डेला क्राइंग, यानी कि दोस्तों डेला क्यों रो रही सी। तो दोस्तों डेला वांटेड टू बाय अ क्रिसमस गिफ्ट फॉर अ जिम, ठीक है जी। डेला जी हैगी जिम ਲਈ दोस्तों ਜਿਹੜਾ ਹੈਗਾ क्रिसमस का गिफ्ट खरीदना चाहती सी, बट शी डिड नॉट हैव मनी फॉर इट, सो शी वाज क्राइंग, यानी कि पर उस को ਜਿਹੜਾ ਹੈਗਾ ਵਾ ਇਸ ਲਈ पैसे नहीं सन, इस ਲਈ दोस्तों ਉਹ रो रही सी, ठीक है। अगला प्रश्न की है कि वट काउज्ड डेस्परेशन टू गॉड्स, हु डिड द गॉड गो टू इन डेस्पिरेशन, यानी कि दोस्तों जी हैगी मतलब अपने देवतियां की निराशा का कारण की है, ठीक है जी। देवते निराश विच किस कोल गए। तो उत्तर देखो की है देयर वाज अ फाइट बिटवीन द डेमन्स एंड द गॉड्स, यानी कि दोस्तों दैंतां अते देवतियां विच लड़ाई होई पई सीगी, ठीक है जी।
ਤੇ ਅੱਗੇ ਮਤਲਬ ਲੜਾਈ ਹੋਈ ਪਈ ਜਾਪਦਾ ਸੀਗਾ, ਠੀਕ ਹੈ ਜੀ ਉਹਨਾਂ ਨੂੰ। ਤੇ ਦ ਡੈਮਨਸ ਸੀਮਡ ਟੂ ਹੈਵ ਐਨ ਅਪਰ ਹੈਂਡ, ਇਟ ਕਾਊਜ਼ਡ ਡੈਸਪਰੇਸ਼ਨ ਟੂ ਦ ਗੋਡਸ। ਯਾਨੀ ਕਿ ਦੋਸਤੋ ਬਈ ਜਿਹੜਾ ਹੈਗਾ ਵਾ ਜਿਵੇਂ ਕਿ ਉਹਨਾਂ ਨੂੰ ਇਹਦਾ ਮਤਲਬ ਦੋਸਤੋ ਪਹਿਲੇ ਆਪਾਂ ਸ਼ੁਰੂ ਤੋਂ ਸਮਝਾ ਦਿੰਦੇ ਹਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਵਾ ਕਿ ਬਈ ਦੈਂਤਾਂ ਤੇ ਦੇਵਤਿਆਂ ਦੇ ਵਿੱਚ ਲੜਾਈ ਹੋਈ ਜਾਪਦਾ ਸੀਗਾ, ਠੀਕ ਹੈ ਜੀ। ਜਿਵੇਂ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦਾ ਹੱਥ ਆ, ਠੀਕ ਹੈ ਜੀ, ਜਿਹੜੇ ਆਪਣੇ ਦੈਂਤਾਂ ਨੇ, ਠੀਕ ਹੈ ਜੀ, ਭੂਤਾਂ ਦਾ ਹੱਥ ਹੈ, ਠੀਕ ਹੈ ਜੀ। ਤਾਂ ਇਹ ਜਿਹੜੇ ਹੈਗੇ ਨਿਰਾਸ਼ ਹੋ ਕੇ ਨਾ ਫਿਰ ਉਹ ਦੋਸਤੋ ਇਹ ਇਹਨਾਂ ਦਾ ਨਿਰਾਸ਼ਾ ਦਾ ਕਾਰਨ ਬਣਿਆ ਤੇ ਉਹ ਦੇਵਤਿਆਂ ਕੋਲ ਮਤਲਬ ਕਿਹਦੇ ਕੋਲ ਗਏ, ਉਹ ਵਿਸ਼ਨੂੰ ਕੋਲ ਗਏ ਸੀਗੇ, ਠੀਕ ਹੈ ਜੀ। ਤੇ ਦਾ ਗੋਡ ਵੈਂਟ ਟੂ ਲੋਡ ਵਿਸ਼ਨੂੰ, ਠੀਕ ਹੈ। ਤੇ ਅੱਗੇ ਦੋਸਤੋ ਦੇ ਵਾਂਟਡ ਟੂ ਨੋ ਦਾ ਵੇ ਟੂ ਡਿਫੀਟ ਦਾ ਡੈਮਨਸ, ਠੀਕ ਹੈ ਜੀ। ਤੇ ਉਹ ਦੋਸਤੋ ਭੂਤਾਂ ਨੂੰ ਹਰਾਉਣ ਦਾ ਜਿਹੜਾ ਹੈਗਾ ਤਰੀਕਾ ਜਾਣਨਾ ਚਾਹੁੰਦੇ ਸਨ, ਠੀਕ ਹੈ ਜੀ। ਇਹ ਇਸ ਦਾ ਹੈਗਾ ਵਾ। ਤੇ ਅਗਲਾ ਪ੍ਰਸ਼ਨ ਹੈਗਾ ਦੋਸਤੋ ਵਾਈ ਡੂ ਦਾ ਸਟਾਰਸ ਟਵਿੰਕਲ, ਠੀਕ ਹੈ ਜੀ। ਯਾਨੀ ਕਿ ਦੋਸਤੋ ਤਾਰੇ ਕਿਉਂ ਚਮਕਦੇ ਹਨ, ਠੀਕ ਹੈ ਜੀ। ਤਾਂ ਦੇਖੋ ਦ ਸਟਾਰ ਲਾਈਕ ਦ ਸਨ ਆਰ ਬੋਲਸ ਆਫ ਫਾਇਰ, ਯਾਨੀ ਕਿ ਸੂਰਜ ਵਾਂਗ ਤਾਰੇ ਅੱਗ ਦੇ ਜਿਹੜੇ ਹੈਗੇ ਆ ਕੀ ਨੇ, ਗੋਲੇ ਹਨ, ਠੀਕ ਹੈ। ਤੇ ਐਜ਼ ਦੇਅਰ ਰੇਜ਼ ਪਾਸ ਥਰੂ ਦਾ ਡਿਫਰੈਂਟ ਲੇਅਰਸ ਆਫ ਦਾ ਐਟਮੋਸਫੇਅਰ, ਯਾਨੀ ਕਿ ਦੋਸਤੋ ਜਿਹੜੀਆਂ ਹੈਗੇ ਜਿਵੇਂ ਜਿਵੇਂ ਉਹਨਾਂ ਦੀਆਂ ਕਿਰਨਾਂ ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ ਵਿੱਚ ਦੋਸਤੋ ਲੰਘਦੀਆਂ ਹਨ, ਠੀਕ ਹੈ ਜੀ। ਤਾਂ ਫਿਰ ਕੀ ਹੁੰਦਾ ਕਿ ਦੇ ਸਿਮ ਟੂ ਬੀ ਟਵਿੰਕਲਿੰਗ, ਯਾਨੀ ਕਿ ਫਿਰ ਦੋਸਤੋ ਉਹ ਚਮਕਦੀਆਂ ਪ੍ਰਤੀਤ ਹੁੰਦੀਆਂ ਹਨ, ਠੀਕ ਹੈ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਇਹ ਹੋ ਗਿਆ ਕੈਨ ਵੀ ਡੂ ਵਟ ਐਵਰ ਵੀ ਫੀਲ ਲਾਈਕ ਡੂਇੰਗ, ਯਾਨੀ ਕਿ ਦੋਸਤੋ ਕੀ ਅਸੀਂ ਉਹ ਕਰ ਸਕਦੇ ਹਾਂ ਜੋ ਅਸੀਂ ਕਰਨਾ ਪਸੰਦ ਕਰਦੇ ਹਾਂ, ਠੀਕ ਹੈ ਜੀ। ਤਾਂ ਆਨਸਰ ਕੀ ਹੈ, ਲਿਬਰਟੀ ਇਜ਼ ਨਾਟ ਅ ਪਰਸਨਲ ਅਫੇਅਰ, ਇਟ ਇਜ਼ ਅ ਸੋਸ਼ਲ ਕੰਟਰੈਕਟ, ਸੋ ਵੀ ਕਾਂਟ ਵੀ ਫਰੀ ਟੂ ਵਟ ਐਵਰ ਵੀ ਲਾਈਕ ਟੂ ਡੂ। ਯਾਨੀ ਕਿ ਦੋਸਤੋ ਸੁਤੰਤਰਤਾ ਜਿਹੜੀ ਹੈਗੀ ਆ ਵਾ ਮਤਲਬ ਫਰੀਡਮ ਜਿਹੜੀ ਆਪਣੀ ਆਜ਼ਾਦੀ ਆ, ਠੀਕ ਹੈ ਜੀ, ਕੋਈ ਉਹ ਨਿੱਜੀ ਮਾਮਲਾ ਨਹੀਂ ਹੈ, ਠੀਕ ਹੈ। ਇਹ ਇੱਕ ਸਮਾਜਿਕ ਸਮਝੌਤਾ ਹੈ, ਇਸ ਲਈ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਠੀਕ ਹੈ ਜੀ, ਉਹ ਕਰਨ ਲਈ ਆਜ਼ਾਦ ਨਹੀਂ ਹੋ ਸਕਦੇ, ਠੀਕ ਹੈ ਜੀ। ਤਾਂ ਇਹ ਆਨਸਰ ਇਸ ਦਾ ਹੋ ਗਿਆ। ਤੇ ਹੁਣ ਦੋਸਤੋ ਆਪਣਾ ਅਗਲਾ ਦੇਖ ਲੈਂਦੇ ਆ। ਤਾਂ ਅਗਲਾ ਹੈ ਦੋਸਤੋ ਆਨਸਰ ਐਨੀ ਵਨ ਕੁਐਸਚਨ ਇਨ ਅਬਾਊਟ 50 ਵਰਡ। ਤਾਂ ਦੇਖੋ ਦੋਸਤੋ ਵਾਈ ਡਿਡ ਦਾ ਮੇਅਰ ਡਿਸਲਾਈਕ ਦਾ ਸਟੈਚੂ ਸੋ ਮਚ, ਠੀਕ ਹੈ ਜੀ। ਯਾਨੀ ਕਿ ਦੋਸਤੋ ਮੇਅਰ ਨੇ ਬੁੱਤ ਨੂੰ ਇੰਨਾ ਨਾਪਸੰਦ ਕਿਉਂ ਕੀਤਾ। ਦਾ ਸਟੈਚੂ ਆਫ ਹੈਪੀ ਪ੍ਰਿੰਸ ਹੈਡ ਲੋਸਟ ਆਲ ਇਟਸ ਗੋਲਡ ਰੂਬੀ ਐਂਡ ਸਫਾਇਰਸ, ਯਾਨੀ ਕਿ ਦੋਸਤੋ ਹੈਪੀ ਪ੍ਰਿੰਸ ਦੀ ਮੂਰਤੀ ਦਾ ਸਾਰਾ ਸੋਨਾ, ਰੂਬੀ ਅਤੇ ਨੀਲਮ ਖਤਮ ਹੋ ਗਿਆ ਸੀਗਾ। ਨਾਓ ਇਟ ਲੁਕਡ ਡਲ ਐਂਡ ਗ੍ਰੇ, ਇਟ ਲੁਕਡ ਨੋ ਬੈਟਰ ਦੈਨ ਅ ਬੈਗਰ, ਠੀਕ ਹੈ ਜੀ। ਯਾਨੀ ਕਿ ਹੁਣ ਉਹ ਦੋਸਤੋ ਸੁਸਤ ਅਤੇ ਸਲੇਟੀ ਦਿਖਾਈ ਦਿੰਦਾ ਸੀ, ਇਹ ਇੱਕ ਭਿਖਾਰੀ ਨਾਲੋਂ ਵੀ ਵਧੀਆ ਨਹੀਂ ਸੀ, ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਇਟ ਦੈਟ ਵਾਜ਼ ਵਾਈ ਦਾ ਮੇਜਰ ਡਿਸਲਾਈਕਡ ਦਾ ਸਟੈਚੂ ਆਫ ਸੋ ਮਚ, ਹੀ ਗੇਵ ਆਰਡਰ ਟੂ ਪੁੱਲ ਇਟ ਡਾਊਨ ਐਂਡ ਮੈਲਟ ਇਨ ਫਰਨੈਂਸ। ਤਾਂ ਦੋਸਤੋ ਇਸ ਦਾ ਮਤਲਬ ਇਹੀ ਆ ਕਿ ਬਈ ਇਸ ਕਰਕੇ ਮੇਅਰ ਨੇ ਬੁੱਤ ਇੰਨਾ ਨਾਪਸੰਦ ਕੀਤਾ, ਠੀਕ ਹੈ। ਉਸਨੇ ਇਸ ਨੂੰ ਹੇਠਾਂ ਖਿੱਚਣ ਅਤੇ ਇਸ ਨੂੰ ਭੱਠੀ ਵਿੱਚ ਪਿਘਲਣ ਦਾ ਜਿਹੜਾ ਹੈਗਾ ਆਦੇਸ਼ ਦੇ ਦਿੱਤਾ। ਅੱਗੇ ਦੋਸਤੋ ਹੂ ਇਜ਼ ਰਿਸਪੌਂਸਿਬਲ ਫॉर ਫਟੀਕ ਡੈਥ, ਯਾਨੀ ਕਿ ਦੋਸਤੋ ਫਟੀਕ ਦੇ ਜਿਹੜੀ ਹੈਗੀ ਆ ਮੌਤ ਦਾ ਜ਼ਿੰਮੇਵਾਰ ਕੌਣ ਸੀ। ਤਾਂ ਦੋਸਤੋ ਦੇਖੋ ਇਟ ਇਜ਼ ਸੋਲਲੀ ਦਾ ਕਰੂਅਲ ਅੰਟ ਹੂ ਇਜ਼ ਰਿਸਪੌਂਸਿਬਲ ਫॉर ਫਟੀਕ ਡੈਥ। ਪਹਿਲੀ ਹੀ ਲਾਈਨ ਦੇ ਵਿੱਚ ਕਲੀਅਰ ਹੋ ਗਿਆ ਆਨਸਰ ਕਿ ਇਹ ਕੇਵਲ ਜ਼ਾਲਮ ਮਾਸੀ ਹੀ ਸੀ, ਠੀਕ ਹੈ ਜੀ। ਉਸਦੀ ਮਾਸੀ ਜਿਹੜੀ ਸੀਗੀ, ਠੀਕ ਹੈ ਜੀ, ਉਹੀ ਜ਼ਿੰਮੇਵਾਰ ਸੀਗੀ। ਜੋ ਦੋਸਤੋ ਜਿਹੜੀ ਹੈਗੀ ਆ ਫਟੀਕ ਦੇ ਲਈ ਉਸਦੀ ਜਿਹੜੀ ਆਂਟੀ ਸੀਗੀ, ਠੀਕ ਹੈ ਜੀ, ਉਹੀ ਜ਼ਿੰਮੇਵਾਰ ਆ, ਕਿਉਂਕਿ ਦੋਸਤੋ ਉਸਨੇ ਮਤਲਬ ਉਹਦਾ ਧਿਆਨ ਨਹੀਂ ਰੱਖਿਆ ਸੀ ਚੰਗੀ ਤਰ੍ਹਾਂ, ਠੀਕ ਹੈ ਜੀ। ਇਸ ਲਈ ਦੋਸਤੋ ਫਟੀਕ ਦਾ ਜ਼ਿੰਮੇਵਾਰ ਦੋਸਤੋ ਕੌਣ ਆ, ਉਸਦੀ ਆਂਟੀ, ਠੀਕ ਹੈ। ਸ਼ੀ ਡਿਸਲਾਈਕ ਦਾ ਬॉय ਫਰੋਮ ਦਾ ਵੈਰੀ ਬਿਗਨਿੰਗ, ਠੀਕ ਹੈ ਜੀ। ਯਾਨੀ ਕਿ ਦੋਸਤੋ ਉਹ ਮੁੰਡੇ ਨੂੰ ਸ਼ੁਰੂ ਤੋਂ ਹੀ ਨਾਪਸੰਦ ਕਰਦੀ ਸੀ, ਠੀਕ ਹੈ ਜੀ, ਤੇ ਕਰਦੀ ਹੈ। ਤੇ ਅੱਗੇ ਹੈ ਦੋਸਤੋ ਆਪਣਾ ਸ਼ੀ ਥਿੰਕਸ ਆਫ ਹਿਮ ਐਜ਼ ਅ ਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ, ਯਾਨੀ ਕਿ ਦੋਸਤੋ ਉਹ ਇਸ ਬਾਰੇ ਇਹ ਸੋਚਦੀ ਸੀ ਕਿ ਬਈ ਉਸਦੇ ਪਰਿਵਾਰ ਲਈ ਇਹ ਦੋਸਤੋ ਇੱਕ ਕੀ ਹੈ ਬੇਲੋੜੀ ਜੋੜ ਵਜੋਂ, ਠੀਕ ਹੈ ਜੀ, ਆ ਗਿਆ ਹੈ, ਸਾਡੇ ਵਿੱਚ ਆ ਗਿਆ, ਫਾਲਤੂ ਦੇ ਵਿੱਚ ਸਾਨੂੰ ਮਤਲਬ ਪਰੇਸ਼ਾਨ ਕਰ ਰਿਹਾ ਵਾ, ਠੀਕ ਹੈ। ਤੇ ਸ਼ੀ ਇਲ ਟਰੀਟਸ ਹਿਮ ਆਲ ਦਾ ਟਾਈਮ, ਠੀਕ ਹੈ। ਤਾਂ ਉਹ ਹਰ ਸਮੇਂ ਉਸ ਨਾਲ ਦੋਸਤੋ ਬੁਰਾ ਸਲੂਕ ਕਰਦੀ ਸੀ। ਈਵਨ ਵੈਨ ਦਾ ਪੂਅਰ ਬॉय ਇਜ਼ ਕ੍ਰਿਟੀਕਲੀ ਇਲ ਸ਼ੀ ਕਾਲ ਹਿਮ ਨਿਊਸੈਂਸ, ਯਾਨੀ ਕਿ ਦੋਸਤੋ ਇੱਥੇ ਤੱਕ ਕਿ ਜਦੋਂ ਗਰੀਬ ਲੜਕਾ ਗੰਭੀਰ ਬਿਮਾਰ ਹੁੰਦਾ ਹੈ ਤਾਂ ਉਹ ਉਸ ਨੂੰ ਜਿਹੜਾ ਹੈਗਾ ਵਾ ਪਰੇਸ਼ਾਨੀ ਕਹਿ ਸਕਦੇ ਹੈ ਅਤੇ ਬਹਿਰਮ ਜਿਹੜਾ ਹੈਗਾ ਭੈਣ ਗਰੀਬ ਦੇ ਮੁੰਡੇ ਦੀ ਮੌਤ ਦਾ ਕਾਰਨ ਬਣਦੀ ਹੈ, ਠੀਕ ਹੈ ਜੀ। ਤੇ ਵੀ ਕੈਨ ਸੇ ਦੈਟ ਹਾਰਟਲੈਸ ਵਿਚ ਕਾਊਜ਼ ਦਾ ਪੂਅਰ ਬॉय ਡੈਥ ਇਨ ਦਾ ਐਂਡ। ਅੱਗੇ ਦੋਸਤੋ ਇੰਗਲਿਸ਼ ਮੇਨ ਕੋਰਸ ਬੁੱਕ ਪੋਇਟਰੀ, ਠੀਕ ਹੈ ਜੀ। ਤਾਂ ਦੇਖੋ ਚੌਥਾ ਕੀ ਹੈ ਆਪਣਾ ਇਹਦੇ ਵਿੱਚ, ਹਾਂਜੀ। ਤਾਂ ਹੁਣ ਦੇਖੋ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਬਾਕੀ ਬਈ ਆਪਣਾ ਆਨਸਰ ਐਨੀ ਟੂ ਕੁਐਸਚਨ ਆਫਟਰ ਰੀਡਿੰਗ ਦਾ ਸਟੈਂਜਾ, ਠੀਕ ਹੈ ਜੀ। ਤਾਂ ਸਟੈਂਜਾ ਜਿਹਾ ਮਤਲਬ ਤੁਸੀਂ ਪੜ੍ਹਨਾ ਵਾ ਅਤੇ ਆਨਸਰ ਦੇਣਾ ਵਾ। ਤਾਂ ਦੇਖੋ ਦੋਸਤੋ ਹੂ ਗੋਡ ਦੋਥ ਲੇਟ ਐਂਡ ਅਰਲੀ ਪ੍ਰੇ, ਠੀਕ ਹੈ ਜੀ। ਯਾਨੀ ਕਿ ਦੋਸਤੋ ਜੋ ਪਰਮੇਸ਼ਰ ਦੇਰ ਅਤੇ ਜਲਦੀ ਪ੍ਰਾਰਥਨਾ ਕਰਦਾ ਹੈ, ਮੋਰ ਆਫ ਹਿਜ਼ ਗ੍ਰੇਸ ਦੈਨ ਗਿਫਟ ਟੂ ਲੈਂਡ ਹੂ ਐਂਟਰਟੇਨਸ ਦਾ ਹਾਰਮਲੈਸ ਡੇ ਵਿਦ ਅ ਰਿਲੀਜੀਅਸ ਬੁੱਕ ਔਰ ਫਰੈਂਡ, ਯਾਨੀ ਕਿ ਦੋਸਤੋ ਉਧਾਰ ਦੇਣ ਲਈ ਦੋਸਤ ਤੋਹਫਿਆਂ ਨਾਲ ਉਸਦੀ ਕਿਰਪਾ ਤੋਂ ਵੱਧ ਜੋ ਨੁਕਸਾਨ
ਰਹਿਤ ਦਿਨ ਦਾ ਮਨੋਰੰਜਨ ਕਰਦਾ ਹੈ, ਕਿਸੇ ਧਾਰਮਿਕ ਕਿਤਾਬਾਂ ਜਾਂ ਫਿਰ ਦੋਸਤ ਨਾਲ। ਠੀਕ ਹੈ ਜੀ, ਤਾਂ ਇਹ ਇਸ ਦਾ ਮਤਲਬ ਆ। ਤੇ ਹੁਣ ਦੋਸਤੋ ਦੇਖੋ ਕੀ ਹੈ, ਸਭ ਤੋਂ ਪਹਿਲਾਂ ਨੇਮ ਦਾ ਪੋਇਮ ਐਂਡ ਇਟਸ ਪੋਇਟ ਦਾ। ਦੇਖੋ ਦੋਸਤੋ ਇਹ ਪੋਇਮ ਜਿਹੜੀ ਹੈਗੀ ਉਹ ਹੈਗੀ ਆ ਦੋਸਤੋ ਕਿਹਦੇ ਵਿੱਚੋਂ ਲਿੱਤੀ ਗਈ ਆ ਲਾਈਨਾਂ ਤਾਂ ਦੋਸਤੋ ਕਰੈਕਟਰ ਆਫ ਹੈਪੀ ਮੈਨ ਦੇ ਵਿੱਚੋਂ ਲਈਆਂ ਗਈਆਂ ਹਨ। ਤੇ ਪੋਇਟ ਇਸ ਦੇ ਕਿਹੜੇ ਨੇ, ਆਪਣੇ ਸਰ ਹੈਨਰੀ ਵਾਟਰ। ਠੀਕ ਹੈ ਜੀ। ਤੇ ਦੂਸਰਾ ਪ੍ਰਸ਼ਨ ਕੀ ਹੈ ਦੋਸਤੋ, ਵਟ ਡਜ਼ ਅ ਹੈਪੀ ਮੈਨ ਪ੍ਰੇ ਫੋਰ, ਯਾਨੀ ਕਿ ਦੋਸਤੋ ਜਿਹੜਾ ਇੱਕ ਖੁਸ਼ ਆਦਮੀ ਕਿਸ ਲਈ ਜਿਹੜਾ ਹੈਗਾ ਪ੍ਰਾਰਥਨਾ ਕਰਦਾ ਹੈ। ਤਾਂ ਦੋਸਤੋ ਆ ਹੈਪੀ ਮੈਨ ਪ੍ਰੇਸ ਫॉर ਗॉड ਗ੍ਰੇਸ, ਹੀ ਡਜ਼ ਨਾਟ ਪ੍ਰੇ ਫॉर ਐਨੀ ਜਿਹੜਾ ਹੈਗਾ ਵਰਲਡਲੀ ਗਿਫਟ। ਠੀਕ ਹੈ, ਯਾਨੀ ਕਿ ਦੋਸਤੋ ਇੱਕ ਖੁਸ਼ ਆਦਮੀ ਪਰਮੇਸ਼ਵਰ ਦੀ ਕਿਰਪਾ ਲਈ ਪ੍ਰਾਰਥਨਾ ਕਰਦਾ ਹੈ, ਉਹ ਕਿਸੇ ਦੁਨਿਆਵੀ ਦਾਤਾ ਲਈ ਦੋਸਤੋ ਜਿਹੜਾ ਹੈਗਾ ਅਰਦਾਸ ਨਹੀਂ ਕਰਦਾ ਹੈ। ਠੀਕ ਹੈ। ਤੇ ਹੁਣ ਅਗਲਾ ਪ੍ਰਸ਼ਨ ਹੈ ਦੋਸਤੋ, ਹਾਊ ਡਜ਼ ਅ ਹੈਪੀ ਮੈਨ ਸਪੈਂਡ ਹਿਜ਼ ਡੇ। ਠੀਕ ਹੈ ਜੀ, ਯਾਨੀ ਕਿ ਇੱਕ ਖੁਸ਼ ਆਦਮੀ ਆਪਣਾ ਦਿਨ ਕਿਵੇਂ ਬਿਤਾਉਂਦਾ ਹੈ। ਠੀਕ ਹੈ ਜੀ। ਹੀ ਸਪੈਂਡ ਹਿਜ਼ ਡੇ ਇਨ ਸਟੱਡੀ ਆਫ ਰਿਲੀਜੀਅਸ ਬੁੱਕ ਔਰ ਇਨ ਦਾ ਕੰਪਨੀ ਆਫ ਸਮ ਨੋਬਲ ਫਰੈਂਡ, ਯਾਨੀ ਕਿ ਦੋਸਤੋ ਉਹ ਆਪਣਾ ਦਿਨ ਧਾਰਮਿਕ ਪੁਸਤਕਾਂ ਦੇ ਅਧਿਐਨ ਜਾਂ ਫਿਰ ਕਿਸੇ ਨੇਕ ਮਿੱਤਰ ਦੀ ਸੰਗਤ ਵਿੱਚ ਬਤੀਤ ਕਰਦਾ ਹੈ। ਠੀਕ ਹੈ। ਹੁਣ ਅਗਲਾ ਹੈਗਾ ਦੋਸਤੋ ਆਨਸਰ ਐਨੀ ਵਨ ਕੁਐਸਚਨ। ਤਾਂ ਦੇਖੋ ਦੋਸਤੋ, ਡੂ ਦਾ ਕਨਕੋਰਸ ਟੇਮ ਡੈਥ ਔਰ ਦਾ ਡੈਡ, ਯਾਨੀ ਕਿ ਦੋਸਤੋ ਕਿ ਜੇਤੂ ਮੌਤ ਨੂੰ ਕਾਬੂ ਕਰਦੇ ਹਨ ਜਾਂ ਮੁਰਦਿਆਂ ਨੂੰ। ਠੀਕ ਹੈ ਜੀ। ਤਾਂ ਦੋਸਤੋ ਦੇਖਦੇ ਹਾਂ ਇਸ ਦਾ ਆਨਸਰ ਕੀ ਹੈ। ਤਾਂ ਦੇਖੋ ਦੋਸਤੋ, conquerors can tame only the dead, they have no power over death, rather it's death that one day overpowers them and reduce them to dust, ਯਾਨੀ ਕਿ ਦੋਸਤੋ ਜਿਹੜਾ ਹੈਗਾ ਜੇਤੂ ਕੇਵਲ ਮੁਰਦਿਆਂ ਨੂੰ ਹੀ ਕਾਬੂ ਕਰ ਸਕਦੇ ਹਨ। ਠੀਕ ਹੈ ਜੀ। ਉਹਨਾਂ ਦਾ ਮੌਤ ਉੱਤੇ ਕੋਈ ਜਿਹੜਾ ਹੈਗਾ ਵਾ ਸ਼ਕਤੀ ਨਹੀਂ ਹੈ, ਸਗੋਂ ਇਹ ਦੋਸਤੋ ਮੌਤ ਹੈ ਨਾ ਜੋ ਦੋਸਤੋ ਉਹ ਇੱਕ ਦਿਨ ਉਹਨਾਂ ਉੱਤੇ ਹਾਵੀ ਹੋ ਕੇ ਉਹਨਾਂ ਨੂੰ ਜਿਹੜਾ ਹੈਗਾ ਵਾ ਮਿੱਟੀ ਵਿੱਚ ਮਿਲਾ ਦਿੰਦੀ ਹੈ। ਠੀਕ ਹੈ ਜੀ, ਇਹ ਇਸ ਦਾ ਮਤਲਬ। ਅੱਗੇ ਦੋਸਤੋ, ਵਟ ਇਜ਼ ਦਾ ਥੀਮ ਆਫ ਦਾ ਪੋਇਮ ਰਜੀਆ ਦਾ ਟਾਈਗਰਸ। ਤਾਂ ਦੇਖੋ ਦੋਸਤੋ, ਦਿਸ ਪੋਇਮ ਅੰਡਰਲਾਈਨ ਦਾ ਗਿਵ ਡੇਂਜਰ ਟੂ ਵਾਈਲਡ ਲਾਈਫ ਰਿਜ਼ਲਟਿੰਗ ਫਰੋਮ ਦਾ ਡਿਸਟਰਕਸ਼ਨ ਆਫ ਫੋਰੈਸਟ। ਠੀਕ ਹੈ, ਯਾਨੀ ਕਿ ਦੋਸਤੋ ਇਹ ਕਵਿਤਾ ਜੰਗਲ ਦੀ ਤਬਾਹੀ ਦੇ ਨਤੀਜੇ ਵਜੋਂ ਜੰਗਲੀ ਜੀਵਾਂ ਲਈ ਦੋਸਤੋ ਗੰਭੀਰ ਖਤਰੇ ਨੂੰ ਜਿਹੜਾ ਹੈਗਾ ਰੇਖਾਂਕਿਤ ਕਰਦੀ ਹੈ। ਠੀਕ ਹੈ ਜੀ। ਤੇ ਅੱਗੇ ਦੋਸਤੋ, ਮੈਨ ਹੈਜ਼ ਅਸੁਰਪਡ the land belonging to wild animals, now the poor animals have nowhere to live, ਯਾਨੀ ਕਿ ਦੋਸਤੋ ਮਨੁੱਖ ਨੇ ਜ਼ਮੀਨ ਹੜਪ ਲਈ ਹੈ ਜੰਗਲੀ ਜਾਨਵਰਾਂ ਨਾਲ ਸੰਬੰਧਿਤ। ਹੁਣ ਦੋਸਤੋ ਜਿਹੜੇ ਇਹ ਗਰੀਬ ਪਸ਼ੂਆਂ ਕੋਲ ਰਹਿਣ ਲਈ ਥਾਂ ਨਹੀਂ ਹੈ। ਦੇ ਲਿਵ ਇਨ ਦਾ ਡੇਂਜਰ ਆਫ ਪੋਚਰਸ, ਯਾਨੀ ਕਿ ਦੋਸਤੋ ਉਹ ਸ਼ਿਕਾਰੀਆਂ ਦੇ ਖਤਰੇ ਵਿੱਚ ਰਹਿੰਦੇ ਹਨ। ਠੀਕ ਹੈ। ਤੇ ਇਹ ਹੋ ਗਿਆ। ਤੇ ਦੋਸਤੋ ਇਸ ਦੇ ਜਿਹੜੇ ਹੈਗੇ ਆਪਣੇ ਪੋਇਟ ਕਿਹੜੇ ਹਨ, ਕੇਕੀ ਐਨ ਦਾਰੂਵਾਲਾ। ਆ ਵੀ ਦੋਸਤੋ ਜਦੋਂ ਤੁਹਾਨੂੰ ਪੁੱਛਿਆ ਜਾਊਗਾ ਨਾ ਕਿ ਪੋਇਮ ਦਾ ਸੈਂਟਰਲ ਆਈਡੀਆ ਜਾਂ ਫਿਰ ਥੀਮ ਲਿਖੋ, ਗੱਲ ਇੱਕ ਹੀ ਆ, ਥੀਮ ਜਾਂ ਸੈਂਟਰਲ ਆਈਡੀਆ ਇੱਕ ਹੀ ਚੀਜ਼ ਆ, ਤਾਂ ਇਹਦਾ ਪੋਇਟ ਦਾ ਨਾਮ ਵੀ ਲਿਖ ਦਿਓ ਕਿ ਆਹ ਕੇਕੀ ਐਨ ਦਾਰੂਵਾਲਾ ਦੁਆਰਾ ਜਿਹੜੀ ਹੈਗੀ ਲਿਖੀ ਗਈ ਆ। ਤੇ ਹੁਣ ਦੋਸਤੋ ਆਪਣਾ ਸਪਲੀਮੈਂਟਰੀ ਰੀਡਰ ਸ਼ੁਰੂ ਹੋ ਰਿਹਾ ਵਾ। ਤਾਂ ਦੋਸਤੋ ਚਲੋ ਪੰਜਵਾਂ ਪ੍ਰਸ਼ਨ ਦੇਖੋ ਕੀ ਹੈ। ਪਹਿਲਾ ਪ੍ਰਸ਼ਨ ਪੰਜਵੇਂ ਪਾਠ ਦੇ ਵਿੱਚੋਂ ਤਾਂ ਦੇਖੋ, ਵੈਨ ਡਿਡ ਦਾ ਆਥਰ ਰਿਗੇਨ ਹਿਜ਼ ਕੌਨਫੀਡੈਂਸ ਐਂਡ ਹਾਊ। ਠੀਕ ਹੈ ਜੀ, ਯਾਨੀ ਕਿ ਦੋਸਤੋ ਲੇਖਕ ਨੇ ਆਪਣਾ ਜਿਹੜਾ ਹੈਗਾ ਭਰੋਸਾ ਕਦੋਂ ਤੇ ਕਿਵੇਂ ਪ੍ਰਾਪਤ ਕੀਤਾ। ਤਾਂ ਦੋਸਤੋ ਨਈਮ ਉਰਸਡ ਦਾ ਆਥਰ ਟੂ ਸਟਾਰਟ ਪੇਂਟਿੰਗ ਅਗੇਨ, he would describe a scene and the author would paint it on canvas. Naeem would praise the painting highly, thus the author regained his confidence, ਯਾਨੀ ਕਿ ਦੋਸਤੋ ਦੇਖੋ ਨਈਮ ਨੇ ਲੇਖਕ ਨੂੰ ਮੁੜ ਜਿਹੜਾ ਹੈਗਾ ਵਾ ਚਿੱਤਰਕਲਾ ਜਿਹੜੀ ਹੈਗੀ ਚਿੱਤਰਕਾਰੀ ਸ਼ੁਰੂ ਕਰਨ ਦੀ ਉਸਨੂੰ ਕਿਹਾ ਕਿ ਕਾਰਵਾਈ ਸ਼ੁਰੂ। ਠੀਕ ਹੈ। ਤਾਂ ਇਹ ਇੱਕ ਦ੍ਰਿਸ਼ ਦਾ ਵਰਣਨ ਕਰੇਗਾ। ਲੇਖਕ ਇਸ ਨੂੰ ਦੋਸਤੋ ਇੱਕ ਕੈਨਵਸ ਉੱਤੇ ਪੇਂਟ ਕਰੇਗਾ, ਉਹ ਤੁਹਾਨੂੰ ਦੱਸੇਗਾ ਕਿ ਹਾਂ ਬਈ ਆਹ ਚੀਜ਼ ਬਣਾ ਪੇਂਟਿੰਗ ਦੇ ਵਿੱਚ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਫਿਰ ਕੀ ਹੈ ਕਿ ਪੇਂਟਿੰਗ ਦਾ ਦੋਸਤੋ ਜਿਹੜੀ ਹੈਗਾ ਫਿਰ ਕੀ ਆ ਉਹ ਪੇਂਟ ਕਰੇਗਾ। ਠੀਕ ਹੈ ਜੀ। ਫਿਰ ਨਈਮ ਨੇ ਦੋਸਤੋ ਪੇਂਟਿੰਗ ਕੀਤਾ ਤੇ ਉਸ ਦੀ ਬਹੁਤ ਹੀ ਪ੍ਰਸ਼ੰਸਾ ਕਰੇਗਾ। ਠੀਕ ਹੈ ਜੀ। ਇਸ ਤਰ੍ਹਾਂ ਫਿਰ ਲੇਖਕ ਨੇ ਆਪਣਾ ਜਿਹੜਾ ਹੈਗਾ ਆਤਮ ਵਿਸ਼ਵਾਸ ਮੁੜ ਪ੍ਰਾਪਤ ਕੀਤਾ। ਅੱਗੇ ਹੈ ਦੋਸਤੋ, ਹਾਊ ਡਿਡ ਸੂਬੀਆ ਮੈਨੇਜ ਟੂ ਗੈਟ ਰਾਈਸ ਡਿਊਰਿੰਗ ਦਾ ਡਰਾਊਟ। ਠੀਕ ਹੈ ਜੀ, ਯਾਨੀ ਕਿ ਦੋਸਤੋ ਸੂਬੀਆ ਨੇ ਸੋਕੇ ਦੌਰਾਨ ਦੋਸਤੋ ਚੌਲ ਕਿਵੇਂ ਪ੍ਰਾਪਤ ਕੀਤੇ। ਤਾਂ ਦੋਸਤੋ ਡਿਊਰਿੰਗ ਦਾ ਡਰਾਊਟ ਸੂਬੀਆ ਵੁੱਡ ਗੋ ਅਰਾਊਂਡ ਦਾ ਕੰਟਰੀ ਸਾਈਡ ਐਂਡ ਕਲੈਕਟ ਐਜ਼ ਮਚ ਰਾਈਸ ਐਜ਼ ਹੀ ਕੁਡ, ਯਾਨੀ ਕਿ ਦੋਸਤੋ ਸੋਕੇ ਦੇ ਸਮੇਂ ਦੋਸਤੋ ਸੂਬੀਆ ਪਿੰਡਾਂ ਵਿੱਚ ਘੁੰਮਦਾ ਸੀ, ਜਿੰਨੇ ਚਾਵਲ ਇਕੱਠਾ ਕਰ ਸਕਦਾ ਸੀ ਤਾਂ ਉਹ ਜਿਹੜਾ ਹੈਗਾ ਫਿਰ ਉਸ ਨੂੰ ਵੇਚਦਾ ਸੀਗਾ, ਯਾਨੀ ਕਿ ਹੀ ਵੁੱਡ ਸੈਲ ਇਟ ਐਟ ਵੈਰੀ ਹਾਈ ਰੇਟ ਐਂਡ ਅਰਨ ਹਿਊਜ ਪ੍ਰੋਫਿਟ। ਠੀਕ ਹੈ ਜੀ। ਫਿਰ ਉਹ ਦੋਸਤੋ ਕੀ ਕਰਦਾ ਸੀਗਾ, ਉਹ ਉਸ ਨੂੰ ਦੋਸਤੋ ਬਹੁਤ ਹੀ ਉੱਚੀ ਮਾਤਰਾ ਦੇ ਵਿੱਚ ਬਹੁਤ ਹੀ ਉੱਚੀ ਦਰ ਦੇ ਵਿੱਚ ਉਹਨੂੰ ਵੇਚਦਾ ਸੀਗਾ ਤੇ ਕਾਫੀ ਜ਼ਿਆਦਾ ਦੋਸਤੋ ਭਾਰੀ ਮੁਨਾਫਾ ਕਮਾਉਂਦਾ ਸੀਗਾ ਉਹ, ਯਾਨੀ ਕਿ ਆਹ ਹੋ ਗਿਆ ਆਨਸਰ। ਤੇ ਹੁਣ ਦੋਸਤੋ ਤੀਸਰਾ ਪ੍ਰਸ਼ਨ ਹੈਗਾ ਆਪਣਾ ਕਿ ਵਟ ਵਾਜ਼ ਦਾ ਕੰਡੀਸ਼ਨ ਲੈਡ ਡਾਊਨ ਬਾਏ ਦਾ ਲਾਇਰ। ਠੀਕ ਹੈ ਜੀ। ਤਾਂ ਯਾਨੀ ਕਿ ਦੋਸਤੋ ਬਈ ਇਹਦਾ ਮਤਲਬ ਇਹੀ ਆ ਕਿ ਵਕੀਲ ਨੇ ਕਿਹੜੀ ਸ਼ਰਤ ਰੱਖੀ। ਠੀਕ ਹੈ। ਤਾਂ ਵਕੀਲ ਨੇ ਦੋਸਤੋ ਜਿਹੜੀ ਹੈਗੀ ਕਿਹੜੀ ਸ਼ਰਤ ਰੱਖੀ ਤੇ ਇਸ ਦਾ ਆਨਸਰ ਦੋਸਤੋ ਕੀ ਹੈ ਦੇਖ ਸਕਦੇ ਹੋ ਕਿ the lawyer asked Bobby to spend the $1,000 and the given account of how he had spent it. Only then the full contents
रिस्ट्स ऑफ द विल कुड बी शो टू हिम। यानी कि दोस्तों वकील ने बॉबी ਨੂੰ ਕਿਹਾ ਕਿ ਉਹ $1000 ਖਰਚ ਕਰੇ ਅਤੇ ਫਿਰ ਇਸ ਦਾ ਹਿਸਾਬ ਦੇਣਾ ਕਿ ਉਸਨੇ ਕਿਵੇਂ ਖਰਚ ਕੀਤਾ। ਉਦੋਂ ਹੀ ਉਸ ਨੂੰ ਜਿਹੜੀ ਹੈਗੀ ਵਸੀਅਤ ਦੀ ਪੂਰੀ ਸਮੱਗਰੀ ਉਸ ਨੂੰ ਦਿਖਾਈ ਜਾ ਸਕਦੀ ਹੈ। ਠੀਕ ਹੈ ਜੀ, ਇਸ ਤਰ੍ਹਾਂ ਇਹਨਾਂ ਨੇ ਕਿਹਾ। ਅੱਗੇ ਦੋਸਤੋ, ਵੇਅਰ ਡਿਡ ਹੋਮਜ਼ ਗੈਟ ਦ ਇਲਨੈਸ ਫਰੋਮ, ਵੈਨ ਡਿਡ ਹੀ ਗੈਟ ਇਟ। ਯਾਨੀ ਕਿ ਦੋਸਤੋ ਬਈ ਜਿਹੜਾ ਹੈਗਾ ਆਪਣਾ ਹੋਮਜ਼ ਨੂੰ ਬਿਮਾਰੀ ਕਿੱਥੋਂ ਮਿਲੀ, ਉਸਨੇ ਇਹ ਕਦੋਂ ਪ੍ਰਾਪਤ ਕੀਤਾ। ਠੀਕ ਹੈ ਜੀ, ਤਾਂ ਦੇਖੋ ਹੋਮਜ਼ ਗੋਟ ਦਾ ਇਲਨੈਸ ਫਰੋਮ ਸਮ ਚਾਈਨੀਜ਼ ਸੇਲਰਸ। ਠੀਕ ਹੈ ਜੀ, ਯਾਨੀ ਕਿ ਦੋਸਤੋ ਬਈ ਜਿਹੜਾ ਹੈਗਾ ਉਸਨੇ ਦੋਸਤੋ ਜਿਹੜਾ ਹੋਮਜ਼ ਨੇ ਕੁਝ ਚੀਨੀ ਜਿਹੜੇ ਹੈਗੇ ਮਲਾਹਾਂ ਤੋਂ ਇਹ ਜਿਹੜੇ ਹੈਗੇ ਬਿਮਾਰੀ ਹੋਈ। ਠੀਕ ਹੈ, ਹੀ ਗੋਟ ਇਟ ਵੈਨ ਹੀ ਵਾਜ਼ ਵਰਕਿੰਗ ਔਨ ਅ ਕੇਸ ਐਟ ਪਲੇਸ ਨੀਅਰ ਰਿਵਰ ਬਟ ਐਜ਼ ਵੀ ਨੋ ਇਟ ਵਾਜ਼ ਆਲ ਮੇਡ ਅਪ ਅ ਸਟੋਰੀ। ਯਾਨੀ ਕਿ ਦੋਸਤੋ ਉਸ ਨੂੰ ਇਹ ਉਦੋਂ ਮਿਲਿਆ ਜਦੋਂ ਉਹ ਨਦੀ ਦੇ ਜਿਹੜੇ ਹੈਗੇ ਆ ਨੇੜੇ ਦੋਸਤੋ ਇੱਕ ਜਗ੍ਹਾ 'ਤੇ ਇੱਕ ਕੇਸ 'ਤੇ ਕੰਮ ਕਰ ਰਿਹਾ ਸੀਗਾ, ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਸਭ ਇੱਕ ਬਣੀ ਹੋਈ ਕਹਾਣੀ ਹੈ। ਅੱਗੇ ਦੋਸਤੋ ਆਪਣਾ ਪ੍ਰਸ਼ਨ, ਵਾਈ ਵਾਜ਼ ਦਾ ਬॉय ਕਾਲਡ ਸਾਊਸੇਜ। ਠੀਕ ਹੈ ਜੀ, ਵਾਈ ਡਿਡ ਹੀ ਨੋਟ ਲਾਈਕ ਡਾਈਵਿੰਗ। ਯਾਨੀ ਕਿ ਦੋਸਤੋ ਜਿਹੜਾ ਹੈਗਾ ਮੁੰਡੇ ਨੂੰ ਸਾਸੇਜ ਜਿਹੜਾ ਹੈਗਾ ਕਿਉਂ ਕਿਹਾ ਜਾਂਦਾ ਸੀ, ਉਸ ਨੂੰ ਦੋਸਤੋ ਜਿਹੜਾ ਹੈਗਾ ਗੋਤਾਖੋਰੀ ਕਿਉਂ ਪਸੰਦ ਸੀ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਪਸੰਦ ਨਹੀਂ ਸੀ ਸ਼ਾਇਦ। ਹਾਂਜੀ, ਵਾਈ ਡਿਡ ਹੀ ਨੋਟ ਲਾਈਕ ਡਾਈਵਿੰਗ। ਠੀਕ ਹੈ ਜੀ, ਯਾਨੀ ਕਿ ਉਸ ਨੂੰ ਗੋਤਾਖੋਰੀ ਕਿਉਂ ਪਸੰਦ ਨਹੀਂ ਸੀ। ਤੇ ਇਸ ਦਾ ਆਨਸਰ ਦੇਖੋ ਦੋਸਤੋ ਕੀ ਹੈ, ਤੇ ਦਾ ਬॉय ਵਾਜ਼ ਅ ਕਿਊਟ ਫੈਟ ਐਂਡ ਪਲੰਪ। ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ ਕਿ ਮੁੰਡਾ ਕਾਫੀ ਮੋਟਾ ਸੀ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਇਹ ਆ। ਬਾਕੀ ਅੱਗੇ ਇਹਨਾਂ ਨੇ ਲਿਖਿਆ ਹੈ ਕਿ ਦੈਟ ਵਾਜ਼ ਵਾਈ ਹੀ ਵਾਜ਼ ਕਾਲਡ ਸਾਊਸੇਜ। ਠੀਕ ਹੈ ਜੀ, ਯਾਨੀ ਕਿ ਦੋਸਤੋ ਇਸ ਕਰਕੇ ਉਸ ਨੂੰ ਸਾਊਸੇਜ ਕਿਹਾ ਜਾਂਦਾ ਸੀ। ਦਾ ਬॉय ਹੈਡ ਅ ਵੀਕ ਆਈ ਸੈਟ। ਯਾਨੀ ਕਿ ਦੋਸਤੋ ਉਹ ਜਿਹੜਾ ਹੈਗਾ ਵਾ ਉਸਦੀ ਮਤਲਬ ਲੜਕਾ ਸੀ ਨਾ ਜਿਹੜਾ, ਉਸਦੀ ਨਜ਼ਰ ਬਹੁਤ ਹੀ ਕਮਜ਼ੋਰ ਸੀ। ਠੀਕ ਹੈ ਜੀ, ਤੇ ਅੱਗੇ ਲਿਖਿਆ ਕਿ ਹੀ ਕੁਡ ਨਾਟ ਸੀ ਪ੍ਰੋਪਰਲੀ ਵਿਦਾਊਟ ਹਿਜ਼ ਗਲਾਸਿਸ। ਯਾਨੀ ਕਿ ਦੋਸਤੋ ਉਹ ਐਨਕਾਂ ਤੋਂ ਬਿਨਾਂ ਠੀਕ ਤਰ੍ਹਾਂ ਨਹੀਂ ਦੇਖ ਸਕਦਾ ਸੀ। ਤੇ ਅੱਗੇ ਹੈ ਹੀ ਹੈਡ ਟੂ ਟੇਕ ਆਫ ਹਿਜ਼ ਗਲਾਸਿਸ ਫॉर ਡਾਈਵਿੰਗ। ਯਾਨੀ ਕਿ ਦੋਸਤੋ ਉਹ ਜਿਹੜਾ ਹੈਗਾ ਗੋਤਾਖੋਰੀ ਲਈ ਉਸ ਨੂੰ ਆਪਣੀ ਐਨਕ ਉਤਾਰਨੀ ਪਈ। ਠੀਕ ਹੈ ਜੀ, ਦੇਅਰਫੋਰ ਹੀ ਡਿਡ ਨਾਟ ਲਾਈਕ ਡਾਈਵਿੰਗ। ਇਸ ਲਈ ਦੋਸਤੋ ਉਸ ਨੂੰ ਗੋਤਾਖੋਰੀ ਪਸੰਦ ਨਹੀਂ ਸੀ। ਠੀਕ ਹੈ, ਤੇ ਹੁਣ ਦੋਸਤੋ ਆਪਣਾ ਹੈਗਾ ਵੋਕੈਬਲਰੀ ਸ਼ੁਰੂ ਹੁੰਦੀ ਹੈ ਸੈਕਸ਼ਨ ਡੀ ਤੋਂ। ਤਾਂ ਦੇਖੋ ਡੂ ਐਜ਼ ਡਾਇਰੈਕਟਡ ਨੇ, ਤਾਂ ਦੇਖੋ ਚੂਜ਼ ਦਾ ਕਰੈਕਟ ਵਰਡ ਫਰੋਮ ਦਾ ਬ੍ਰੈਕਟ ਟੂ ਫਿਲ ਇਨ ਦਾ ਬਲੈਂਕ। ਠੀਕ ਹੈ ਜੀ, ਯਾਨੀ ਕਿ ਦੋਸਤੋ ਦੇਖੋ ਸਭ ਤੋਂ ਪਹਿਲਾਂ ਕੀ ਹੈ ਇੱਥੇ, ਬੈਡ ਡੈਸ਼ ਆਫ ਡਰੱਗਸ ਵਾਜ਼ ਸੂਨ ਫੈਲਟ ਅਫੈਕਟ ਜਾਂ ਫਿਰ ਇਫੈਕਟ ਕੀ ਆਏਗਾ ਦੋਸਤੋ, ਤਾਂ ਇਸ ਦਾ ਆਨਸਰ ਆ ਜਾਏਗਾ ਇਫੈਕਟ। ਤਾਂ ਦੋਸਤੋ ਪੂਰਾ ਇਹ ਕੀ ਬਣੇਗਾ, ਤਾਂ ਪੂਰਾ ਇਹ ਬਣੇਗਾ ਦੋਸਤੋ ਬੈਡ ਇਫੈਕਟ ਆਫ ਡਰੱਗਸ ਵਾਜ਼ ਸੂਨ ਫੈਲਟ। ਯਾਨੀ ਕਿ ਦੋਸਤੋ ਜਿਹੜਾ ਹੈਗਾ ਆਪਣਾ ਇੱਥੇ ਆ ਜਾਏਗਾ ਬੁਰਾ ਜਿਹੜਾ ਹੈਗਾ ਵਾ ਪ੍ਰਭਾਵ ਨਸ਼ਿਆਂ ਦਾ ਜਲਦੀ ਹੀ ਅਹਿਸਾਸ ਹੋਇਆ। ਠੀਕ ਹੈ ਜੀ, ਬੁਰੇ ਪ੍ਰਭਾਵਾਂ ਨਸ਼ਿਆਂ ਦਾ ਦੋਸਤੋ ਜਲਦੀ ਅਹਿਸਾਸ ਹੋਇਆ, ਤਾਂ ਇਸ ਦਾ ਆਨਸਰ ਇਹ ਬਣੇਗਾ। ਅੱਗੇ ਦੋਸਤੋ ਯੂਜ਼ ਦਾ ਫੋਲੋਇੰਗ ਈਡੀਅਮ ਇਨ ਸੈਂਟੈਂਸ। ਠੀਕ ਹੈ ਜੀ, ਵਾਈ ਵਰਚੂ। ਠੀਕ ਹੈ ਜੀ, ਤਾਂ ਦੋਸਤੋ ਵਾਈ ਵਰਚੂ ਆਫ ਇੱਥੇ ਹੋਣਾ, ਵਾਈ ਵਰਚੂ ਉਹ ਲਿਖਿਆ ਨਾ ਇੱਥੇ, ਵਾਈ ਵਰਚੂ ਆਫ ਹੋਣਾ ਇੱਥੇ, ਉਹ ਥੋੜਾ ਜਿਹਾ ਇੱਥੇ ਮਿਸਿੰਗ ਹੈ ਸ਼ਾਇਦ। ਤੇ ਵਾਈ ਵਰਚੂ ਆਫ ਦਾ ਮਤਲਬ ਦੋਸਤੋ ਇਹੀ ਹੁੰਦਾ ਨੇਕੀ ਦੁਆਰਾ। ਠੀਕ ਹੈ ਜੀ, ਨੇਕੀ ਦੁਆਰਾ। ਤਾਂ ਦੋਸਤੋ ਜਿਹੜਾ ਹੈਗਾ ਇਹ ਇਹਦਾ ਮਤਲਬ ਕੀ ਹੈ ਕਿ ਇਹ ਜਿਹੜਾ ਹੈਗਾ ਇੱਕ ਵਾਕ ਵਿੱਚ ਹੇਠ ਦਿੱਤੇ ਜਿਹੜੇ ਮੁਹਾਵਰੇ ਦੀ ਵਰਤੋਂ ਕਰੋ। ਆਹ ਵਾਲਾ ਜਿਹੜਾ ਵਰਡ ਦਿੱਤਾ ਹੋਇਆ ਵਾ ਮੁਹਾਵਰੇ ਦੇ ਵਿੱਚ ਅਸੀਂ ਇਸ ਨੂੰ ਲੈ ਕੇ ਆਉਣਾ ਵਾ, ਈਡੀਅਮ ਮਤਲਬ ਮੁਹਾਵਰਾ। ਠੀਕ ਹੈ ਜੀ, ਵਾਈ ਵਰਚੂ ਆਫ ਇਹ ਨੇਕੀ ਦੁਆਰਾ। ਠੀਕ ਹੈ ਜੀ, ਇਸ ਦਾ ਮਤਲਬ ਇਹੀ ਆ। ਤਾਂ ਦੋਸਤੋ ਆਨਸਰ ਕੀ ਆਏਗਾ ਕਿ ਦੇ ਵੇਅਰ ਐਕਸਕਲੂਡ ਫਰੋਮ ਦਾ ਵਿਕਟਰੀ ਬਾਈ ਵਰਚੂ ਆਫ ਬਿੰਗ ਟੂ ਯੰਗ। ਠੀਕ ਹੈ, ਯਾਨੀ ਕਿ ਦੋਸਤੋ ਉਹਨਾਂ ਨੂੰ ਬਹੁਤ ਘੱਟ ਉਮਰ ਦੇ ਕਾਰਨ ਵੋਟਿੰਗ ਤੋਂ ਜਿਹੜਾ ਹੈਗਾ ਬਾਹਰ ਰੱਖਿਆ ਗਿਆ ਸੀ। ਠੀਕ ਹੈ ਜੀ, ਤੇ ਹੁਣ ਤੀਸਰਾ ਹੈਗਾ ਦੋਸਤੋ ਗਿਵ ਵਨ ਵਰਡ ਫॉर ਦਾ ਫੋਲੋਇੰਗ। ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ ਹੇਠ ਲਿਖਿਆਂ ਲਈ ਜਿਹੜਾ ਹੈਗਾ ਇੱਕ ਸ਼ਬਦ ਦਿਓ। ਠੀਕ ਹੈ ਜੀ, ਤੇ ਇਹਦਾ ਹੈਗਾ ਦੋਸਤੋ ਟੂ ਇਨਕਰੀਜ਼ ਦਾ ਗ੍ਰੈਵਿਟੀ ਆਫ ਸਿਚੁਏਸ਼ਨ। ਯਾਨੀ ਕਿ ਦੋਸਤੋ ਇੱਕ ਸਥਿਤੀ ਦੀ ਗੰਭੀਰਤਾ ਨੂੰ ਵਧਾਉਣ ਲਈ ਦੋਸਤੋ। ਠੀਕ ਹੈ ਜੀ, ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ ਅਗਰੈਪਟ। ਠੀਕ ਹੈ ਜੀ, ਹਾਂਜੀ ਐਗਰਾਵੇਟ। ਠੀਕ ਹੈ ਜੀ, ਐਗਰਾਵੇਟ ਆ ਜਾਏਗਾ, ਯਾਨੀ ਕਿ ਦੋਸਤੋ ਵਧਣਾ। ਤੇ ਹੁਣ ਅਗਲਾ ਹੈਗਾ ਆਪਣਾ ਪ੍ਰਸ਼ਨ ਕਰੈਕਟ ਦਾ ਫੋਲੋਇੰਗ ਸੈਂਟੈਂਸ। ਯਾਨੀ ਕਿ ਦੋਸਤੋ ਹੇਠ ਲਿਖੇ ਵਾਕ ਨੂੰ ਠੀਕ ਕਰੋ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਕੀ ਹੈ, 70 ਮੀਲਸ ਆਰ ਅ ਲੌਂਗ ਡਿਸਟੈਂਸ। ਯਾਨੀ ਕਿ ਦੋਸਤੋ 70 ਮੀਲ ਲੰਬੀ ਦੂਰੀ ਹੈ। ਠੀਕ ਹੈ ਜੀ, ਤਾਂ ਦੋਸਤੋ ਇਸ ਦਾ ਆਨਸਰ ਆ ਜਾਏਗਾ 70 ਮੀਲਸ ਇਜ਼ ਅ ਲੌਂਗ ਡਿਸਟੈਂਸ। ਯਾਨੀ ਕਿ ਦੋਸਤੋ 70 ਮੀਲ ਲੰਬੀ ਦੂਰੀ ਹੈ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਇਸ ਤਰ੍ਹਾਂ ਦਾ ਕੁਛ ਆ ਜਾਏਗਾ। ਠੀਕ ਹੈ ਜੀ, ਇੱਥੇ ਮਤਲਬ ਬਸ ਫਰਕ ਇਹੀ ਹੈ, ਆਰ ਦੀ ਜਗ੍ਹਾ ਇਹਨਾਂ ਨੇ ਇੱਥੇ ਹੈਗਾ ਇਜ਼ ਲਗਾ ਦਿੱਤਾ। ਠੀਕ ਹੈ, ਤੇ ਹੁਣ ਹੈਗਾ ਆਪਣਾ ਸੈਕਸ਼ਨ ਈ। ਤਾਂ ਦਾ ਟ੍ਰਾਂਸਲੇਸ਼ਨ ਆ, ਗ੍ਰਾਮਰ ਐਂਡ ਕੰਪੋਜੀਸ਼ਨਾਂ ਨੇ। ਤਾਂ ਦੇਖੋ ਦੋਸਤੋ ਟ੍ਰਾਂਸਲੇਟ ਐਨੀ 3 ਸੈਂਟੈਂਸ ਫਰੋਮ ਇੰਗਲਿਸ਼ ਟੂ ਪੰਜਾਬੀ ਹਿੰਦੀ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਆਹ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ ਵਾ, ਇਸ ਨੂੰ ਆਪਾਂ ਪੰਜਾਬੀ ਦੇ ਵਿੱਚ ਵੀ ਕਨਵਰਟ ਕਰਨਾ ਵਾ, ਹਿੰਦੀ ਦੇ ਵਿੱਚ ਵੀ ਕਨਵਰਟ ਕਰਨਾ ਵਾ, ਜਿਵੇਂ ਕਿ ਉੱਪਰ ਇਹਨਾਂ ਨੇ ਦੱਸਿਆ ਹੋਇਆ ਕਿ ਪੰਜਾਬੀ ਅਤੇ ਹਿੰਦੀ ਦੇ ਵਿੱਚ ਕਨਵਰਟ ਕਰੋ। ਤਾਂ ਦੋਸਤੋ ਸਭ ਤੋਂ ਪਹਿਲਾਂ ਹੈਗਾ ਮਾਈ, ਤਾਂ ਦੋਸਤੋ ਇੱਥੇ ਹੈਗਾ ਦੋਸਤੋ ਮਾਈ ਕਾਊਟੀਅਰਸ ਕਾਲਡ ਮੀ ਦਾ ਹੈਪੀ ਪ੍ਰਿੰਸ। ਠੀਕ ਹੈ ਜੀ, ਇਸ ਦਾ ਮਤਲਬ ਹੈ ਕਿ ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ, ਮੇਰੇ ਦਰਬਾਰੀ ਮੁਝੇ ਹੈਪੀ ਪ੍ਰਿੰਸ ਕਹਤੇ ਥੇ। ਦੂਸਰਾ ਹੈਗਾ ਦੋਸਤੋ ਹੀ ਨੈਵਰ ਲੌਸਟ ਹਿਜ਼ ਕਲਮ। ਠੀਕ ਹੈ ਜੀ, ਉਸਨੇ
काम, ठीक है जी। उसने कदे भी अपना जिहड़ा हैगा चैन नहीं गवाया। हिंदी दे विच किस तरह कहांगे, उन्होंने कभी अपना शांत नहीं खोया। तीसरा हैगा दोस्तों, द गॉड अप्रोच्ड सेज ढिडाची, ठीक है जी। देवते ऋषि ते दधीची कोल पहुंचे। तो हिंदी च दोस्तों देवता दोस्तों जिहड़ा हैगा वा देवते या फिर देवता दोस्तों जिहड़ा हैगा ऋषि जिहड़े हैगे आ दधीची के पास पहुंचे। अगला हैगा दोस्तों, द स्ट्रेंजर आस्क्ड हिम अगेन, ठीक है जी। अजनबी ने उसनू दोबारा पूछा। हिंदी दे विच अजनबी ने उसनू जिहड़ा हैगा उससे फिर पूछा, ठीक है। तो अगे है दोस्तों अपना पंजवां, आई मे बी एज अ फ्री एज अ लाइक, ठीक है जी। मैं जिन्ना चाहां आज़ाद हो सकता हाँ, मैं जितना चाहूँ उतना मुक्त हो सकता हूँ, ठीक है जी। तो हुण अगे है दोस्तों अपने ना कि पंजाबी दे विच दिता होया वा ते हिंदी दे विच दिता होया वा, इसनू कन्वर्ट करना वा इंग्लिश दे विच। जिवें कि हुण देखो पहला कि वो इत्थे रहा करदा सी, वो यहाँ रहा करता था। तो दोस्तों इसनू इंग्लिश दे विच किस तरह लिखांगे, ही यूज्ड टू लाइव हेयर, ठीक है जी। यह इसका आंसर हो जाएगा। अगे दोस्तों, की वर्षा रुत शुरू हो गई है, क्या वर्षा रुत जिहड़ी है शुरू हो गई है। तो इसका आंसर आएगा दोस्तों, ही हैज़ द रेनी, ही नहीं हैज़ द रेनी सीजन स्टार्ट, ठीक है जी, स्टार्टड। तो अगे दोस्तों अपना मैनू जान दिओ, मुझे जाने दो। तो दोस्तों लेट मी गो। अगे दोस्तों जैसा देश वैसा भेस, यानी कि दोस्तों जैसा देश वैसा भेस, लाइक कंट्री लाइक ड्रेस, ठीक है जी। अपने काम नाल मतलब रखो, अपने काम से काम रखो, बी मीनिंगफुल विद योर वर्क, यह इसका आंसर हो जाएगा। तो दोस्तों हुण फिर थले डू एस डायरैक्टर ने तो देखो दोस्तों फिलिंग द ब्लैंक्स ने विद द सुटेबल डिटरमिनर। तो देखो दोस्तों ये हुण किस तरह लिखांगे। तो दोस्तों ये इन्होंने क्या है कि भाई किसी भी 3 वाकां दा अंग्रेजी तो पंजाब मतलब ये तो चलो आप कर ही लिया सीगा उपर, ठीक है जी। तो आह तो वाक अपने हो ही गए ने, ठीक है जी। तो हुण दोस्तों देखते हैं थले अपना की है डिटरमिनर, ठीक है जी। आ देखते हैं। तो दोस्तों देखते हैं सब तो पहला फिलिंग द ब्लैंक विद सुटेबल डिटरमिनर, ठीक है जी। डिटरमिनर मतलब दोस्तों इत्थे यह कि एक टुकवे निर्धारक नाल खाली थां भरो। तो देखो दोस्तों, इन माई लास्ट समर वेकेशन आई वेंट टू अ हिस्टोरिकल प्लेस, ठीक है जी। तो दोस्तों मतलब यही है कि मैं जिहड़ा हैगा वा अपनी पिछलियां गर्मियां दी छुट्टियां विच, ठीक है, एक जिहड़ा हैगा वा इतिहासिक स्थान ते मैं गया, ठीक है जी। यह इसका आंसर हो जाएगा। तो हुण अगला है दोस्तों मतलब इत्थे सिंपल दे विच ए इत्थे आ जाएगा। अगे दोस्तों फिलिंग द ब्लैंक विद द सुटेबल प्रपोजिशन, ठीक है जी। एक ढुकवी अगेतर नाल दोस्तों जिहड़ी है खाली थां भरो। तो देखो दोस्तों गुड ट्रांसलेशन इज द रिजल्ट डैश प्रैक्टिस एंड पेशेंस, ठीक है जी। तो इत्थे आ जाएगा दोस्तों ऑफ, गुड ट्रांसलेशन इज द रिजल्ट ऑफ प्रैक्टिस एंड पेशेंस, ठीक है जी। यानी कि दोस्तों एक चंगा अनुवाद का नतीजा दोस्तों जिहड़ा हैगा वा की है अभ्यास अते धीरज है, ठीक है। तो अगे दोस्तों फिलिंग द ब्लैंक विद द करैक्ट मॉडल, ठीक है जी। तो दोस्तों सही मॉडल नाल जिहड़ा हैगा वा खाली थां पर होता दोस्तों इसका आंसर जिवें देख सकते हो, कैन यू फिनिश यूर वर्क इन 2 आवर्स, ठीक है जी। तो इत्थे कैन आ जाएगा जिहड़ा हैगा वा की मतलब की तुसी 2 घंटिया में अपना काम पूरा करते हो, ठीक है जी। इसका आंसर यही आ जाएगा। तो अगे है दोस्तों फिलिंग द ब्लैंक विद द सुटेबल कंजक्शन, ठीक है जी। तो दोस्तों देखो इसका मतलब यही है कि भाई संजोग नाल मतलब एक ढुकवे संजोग नाल दोस्तों जिहड़ा हैगा वा ढुकवे संजोग भरो, ठीक है। ढुकवे संजोग नाल दोस्तों खाली थां नूं अपना भरो। देयर इज़ नॉट इवन अ सिंगल फील्ड डैश एजुकेशन हैज़ नॉट लैफ्ट इट मार्क, ठीक है। यानी कि वेयर इत्थे आ जाएगा। यानी कि दोस्तों एक भी जिहड़ा हैगा खेतर इस तरह का नहीं है कित्थे दोस्तों जिहड़ा हैगा वा अपना सिक्ख्या ने अपनी छाप नहीं छड्डी, ठीक है जी। तो किते भी जिहड़ा हैगा वा अपना सिक्ख्या ने अपनी छाप नहीं छड्डी मतलब सब जगह छड्डी है, ठीक है जी। इस तरह का कोई भी फील्ड नहीं बचा जिथे मतलब ना छड्डी होवे, मतलब सारे ही जगह ते अपनी छाप छड्डी है एजुकेशन ने। अगे दोस्तों कंबाइन द फॉलोइंग सेंटेंस यूजिंग नॉन फिनाइट वर्ब, ठीक है जी। यानी कि दोस्तों यह अपना 5वां प्रश्न है कि एक गैर सीमित क्रिया की वरतों करते हुए दोस्तों जिहड़ा हैगा दिते वाकां नूं जोड़ो। तो अगे दोस्तों देखो ये की है कि आई इंजॉयड द मैंगोज दिस वेयर सेंट बाय माई अंकल, यानी कि दोस्तों मैं अंबा का आनंद माणिया, यह मेरे चाचे ने भेजे। तो इसनूं दोस्तों जिहड़ा हैगा वा किस तरह लिखांगे। तो दोस्तों आई इंजॉयड द मैंगोज सेंट बाय माय अंकल, ठीक है। यानी कि मैं अपने चाचे वालों भेजे अंबा का आनंद माणिया, ठीक है जी। तो हुण इस तो बाद दोस्तों अपना हैगा पिक आउट द सबॉर्डिनेट क्लाउज, ठीक है जी। सबॉर्डिनेट क्लाउज अगे लिखा इन्होंने कि भाई फ्रॉम द फॉलोइंग सेंटेंस एंड नेम्ड इट, ठीक है। यानी कि भाई हेठ दिते वाक विच जिहड़ा हैगा वा अधीन धारा नूं चुनो अते इसनूं नाम दिओ, ठीक है जी। तो इसका आंसर देख सकते हो। सब तो पहला प्रश्न की है, आई रिस्पैक्ट हर बिकॉज शी इज़ काइंड टू मी, यानी कि मैं उसकी इज्जत करता हाँ क्योंकि वह मेरे लिए दयालु है, ठीक है जी। तो आंसर किया गया दोस्तों बिकॉज शी इज़ काइंड टू मी, ठीक है जी। बिकॉज शी इज़ काइंड टू मी, ठीक है जी, क्योंकि वह मेरे लिए दयालु है, ठीक है जी। तो देखो यह किया है एडवर्ब क्लाउज शोइंग रीजन, ठीक है जी। कारण दिखा रहा है कि क्रिया जिहड़ा हैगा विशेषण धारा है, ठीक है जी। तो इसका आंसर विशेषण धारा यह मतलब रीजन भी आ गया कि इत्थे पूछा ना कि केड़ी आ, तो एडवर्ब क्लाउज शोइंग आ, ठीक है जी, इत्थे रीजन। तो अगे है दोस्तों अपना
ਚੇਂਜ ਦਾ ਫੋਲੋਇੰਗ ਸੈਂਟੈਂਸ ਇਨਟੂ ਪੈਸਿਵ ਵੌਇਸ, ਠੀਕ ਹੈ ਜੀ। ਯਾਨੀ ਕਿ ਦੋਸਤੋ ਨਿਮਨ ਲਿਖਿਤ ਵਾਕ ਨੂੰ ਜਿਹੜਾ ਹੈਗਾ ਪੈਸਿਵ ਵੌਇਸ ਵਿੱਚ ਬਦਲੋ ਤਾਂ ਲੈਟ ਹਰ ਸਿੰਗ, ਠੀਕ ਹੈ ਜੀ, ਯਾਨੀ ਕਿ ਉਸ ਨੂੰ ਜਿਹੜਾ ਹੈਗਾ ਗਾਣ ਦਿਓ। ਤਾਂ ਆਨਸਰ ਕੀ ਆਏਗਾ ਦੋਸਤੋ, ਸ਼ੀ ਸ਼ੁੱਡ ਬੀ ਅਲਾਉਡ ਟੂ ਸਿੰਗ, ਯਾਨੀ ਕਿ ਦੋਸਤੋ ਉਸ ਨੂੰ ਗਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਹੋਣੀ ਚਾਹੀਦੀ ਹੈ। ਤੇ ਹੁਣ ਅਗਲਾ ਹੈਗਾ ਦੋਸਤੋ ਚੇਂਜ ਦਾ ਫੋਲੋਇੰਗ ਸੈਂਟੈਂਸ ਇਨਟੂ ਦਾ ਇਨਡਾਇਰੈਕਟ ਫਾਰਮ ਆਫ ਨਰੇਸ਼ਨ, ਯਾਨੀ ਕਿ ਦੋਸਤੋ ਇਹਦੇ ਵਿੱਚ ਇਹੀ ਕਿਹਾ ਵਾ ਕਿ ਜਿਹੜਾ ਹੈਗਾ ਵਾ ਆਪਣਾ ਇਹ 8ਵਾਂ ਬਣਾ, ਹਾਂਜੀ। ਤਾਂ ਹੇਠ ਦਿੱਤੇ ਵਾਕ ਨੂੰ ਦੋਸਤੋ ਬਿਰਤਾਂਤ ਦੇ ਅਸਿੱਧੇ ਰੂਪ ਵਿੱਚ ਬਦਲੋ। ਤਾਂ ਦੇਖੋ ਕੀ ਹੈ ਕਿ ਦਾ ਮਦਰ ਸੈਡ ਸਨ ਵਾਈ ਡਿਡ ਦਾ ਟੀਚਰ ਪੁਨਿਸ਼ ਯੂ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਕਿਸ ਤਰ੍ਹਾਂ ਲਿਖਾਂਗੇ ਤਾਂ ਦੋਸਤੋ ਮਤਲਬ ਇਹਦੇ ਵਿੱਚ ਇਹੀ ਹੈ ਕਿ ਬਈ ਮਾਂ ਬੋਲੀ ਪੁੱਤ ਅਧਿਆਪਕ ਨੇ ਤੈਨੂੰ ਸਜ਼ਾ ਕਿਉਂ ਦਿੱਤੀ। ਤਾਂ ਉੱਤਰ ਹੈ ਦੋਸਤੋ ਦਾ ਮਦਰ ਆਸਕਡ ਹਰ ਸਨ ਵਾਈ ਦਾ ਟੀਚਰ ਹੈਡ ਪੁਨਿਸ਼ਡ ਹਿਮ, ਠੀਕ ਹੈ। ਤਾਂ ਮਾਂ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਅਧਿਆਪਕ ਨੇ ਉਸ ਨੂੰ ਸਜ਼ਾ ਕਿਉਂ ਦਿੱਤੀ, ਠੀਕ ਹੈ। ਤਾਂ ਇਸ ਆਨਸਰ ਹੋ ਜਾਏਗਾ। ਤੇ ਅੱਗੇ ਹੈ ਦੋਸਤੋ ਆਪਣਾ ਰੀਰਾਈਟ ਦਾ ਫੋਲੋਇੰਗ ਸੈਂਟੈਂਸ ਯੂਜ਼ਿੰਗ ਪਾਸਟ ਇੰਡੈਫੀਨਿਟ ਟੈਂਸ, ਯਾਨੀ ਕਿ ਪਾਸਟ ਇੰਡੈਫੀਨਿਟ ਟੈਂਸ ਦੀ ਵਰਤੋਂ ਕਰਕੇ ਹੇਠ ਦਿੱਤੇ ਵਾਕ ਨੂੰ ਦੁਬਾਰਾ ਲਿਖੋ। ਤਾਂ ਦੇਖਦੇ ਹਾਂ ਦੋਸਤੋ ਦਾ ਪੁਲਿਸ ਮੈਨ ਹੋਲਡਸ ਅਪ ਹਿਜ਼ ਹੈਂਡ, ਯਾਨੀ ਕਿ ਬਈ ਪੁਲਿਸ ਵਾਲੇ ਨੇ ਆਪਣਾ ਹੱਥ ਫੜ ਲਿਆ, ਠੀਕ ਹੈ ਜੀ, ਪੁਲਿਸ ਵਾਲੇ ਨੇ ਆਪਣਾ ਹੱਥ ਫੜ ਲਿਆ। ਤਾਂ ਇਸ ਦਾ ਆਨਸਰ ਹੈਗਾ ਦਾ ਪੁਲਿਸ ਮੈਨ ਹੈਲਡ ਅਪ ਹਿਡ, ਹਾਂਜੀ। ਤਾਂ ਇੱਥੇ ਦੋਸਤੋ ਹਿਡ ਜਾਂ ਪਤਾ ਨਹੀਂ ਕਿਸ ਤਰ੍ਹਾਂ ਲਿਖਿਆ ਹੈ, ਦੇਖ ਲਿਓ ਇੱਥੇ ਕੁਛ ਮਿਸਟੇਕ ਆ, ਹਿਡ ਕੋਈ ਲਿਖ ਲਓ। ਚਲੋ ਦੋਸਤੋ ਦਾ ਪੁਲਿਸ ਮੈਨ ਹੈਲਡ, ਮੈਂ ਦੱਸਦਾ 2 ਮਿੰਟ ਦੇਖ ਲੈਣਾ ਦੋਸਤੋ, ਇਸ ਨੂੰ ਚੈੱਕ ਕਰਦੇ ਹਾਂ ਇੱਕ ਵਾਰੀ। ਤਾਂ ਦੋਸਤੋ ਮੈਂ ਚੈੱਕ ਕੀਤਾ ਇੱਥੇ ਹਿਡ ਨਹੀਂ ਹਿਜ਼ ਆਉਣਾ ਵਾ। ਤਾਂ ਇਸ ਦਾ ਮਤਲਬ ਕੀ ਬਣਿਆ ਕਿ ਦਾ ਪੁਲਿਸ ਮੈਨ ਹੈਲਡ ਅਪ ਹਿਜ਼, ਠੀਕ ਹੈ, ਇੱਥੇ ਕਰੈਕਸ਼ਨ ਕਰ ਲਿਓ, ਹਿਡ ਨਹੀਂ ਹਿਜ਼ ਆਉਣਾ ਵਾ, ਹਿਜ਼ ਹੈਂਡ। ਮਤਲਬ ਦੋਸਤੋ ਇਹ ਹੈ ਕਿ ਪੁਲਿਸ ਵਾਲਿਆਂ ਨੇ ਜਿਹੜਾ ਹੈਗਾ ਵਾ ਉਸ ਦਾ ਜਿਹੜਾ ਹੈਗਾ ਮਤਲਬ ਹੱਥ ਫੜ ਲਿਆ, ਇਸ ਤਰ੍ਹਾਂ ਇਹਦੇ ਵਿੱਚ ਲਿਖ ਸਕਦੇ ਹਾਂ, ਠੀਕ ਹੈ ਜੀ। ਉਸਨੇ ਮਤਲਬ ਪੁਲਿਸ ਵਾਲਿਆਂ ਨੇ, ਠੀਕ ਹੈ ਜੀ, ਕੀ ਹੈ ਕਿ ਪੁਲਿਸ ਵਾਲਿਆਂ ਨੇ ਜਿਹੜਾ ਹੈਗਾ ਉਸਦੇ ਹੱਥ ਫੜ ਲਏ, ਇਹ ਫੜ ਲਏ, ਠੀਕ ਹੈ, ਜਿਸ ਤਰ੍ਹਾਂ ਦਾ ਬਣੇਗਾ ਆਨਸਰ ਇਸਦਾ। ਤੇ ਅੱਗੇ ਹੈ ਦੋਸਤੋ ਪੰਕਚੁਏਟ ਦਾ ਫੋਲੋਇੰਗ ਸੈਂਟੈਂਸ, ਠੀਕ ਹੈ ਜੀ, ਯਾਨੀ ਕਿ ਮਤਲਬ ਆਪਣਾ ਇਹਦੇ ਵਿੱਚ ਦੋਸਤੋ ਜਿਹੜਾ ਹੈਗਾ ਵਾ ਮਤਲਬ ਪੰਕਚੁਏਟ ਮਤਲਬ ਦੋਸਤੋ ਉਹੀ ਹੁੰਦਾ ਵਿਸ਼ਰਾਮ ਚਿੰਨ੍ਹ ਲਗਾਓ, ਠੀਕ ਹੈ ਜੀ। ਤਾਂ ਇਹਦੇ ਵਿੱਚ ਵਿਸ਼ਰਾਮ ਚਿੰਨ੍ਹ ਲਾਉਣੇ ਆ। ਤਾਂ ਹਿਜ਼ ਸਟੋਰੀ ਵਾਜ਼ ਇਨ ਸੈਵਰਲ ਵੇਜ਼ ਇੰਪਰੂਵੇਬਲ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਹਿਜ਼ ਸਟੋਰੀ ਵਾਜ਼, ਠੀਕ ਹੈ। ਬਾਕੀ ਇਹਦੇ ਵਿੱਚ ਆਹ ਦੇਖ ਸਕਦੇ ਹੋ ਕਿਹੜਾ ਨਿਸ਼ਾਨ ਲਾਇਆ ਹੋਇਆ ਇਹਨਾਂ ਨੇ, ਆਹ ਵਾਲਾ ਨਿਸ਼ਾਨ ਲੱਗਿਆ ਹੋਇਆ ਵਾ, ਠੀਕ ਹੈ ਜੀ, ਆਹ ਵਾਲਾ ਨਿਸ਼ਾਨ, ਆਹ ਜਿਹੜਾ ਵਿੱਚ 'ਚ ਨਹੀਂ ਪਾਇਆ ਹੋਇਆ, ਇਨ ਸੈਵਰਲ ਵੇਜ਼ ਇੰਪਰੂਵੇਬਲ, ਠੀਕ ਹੈ ਜੀ। ਯਾਨੀ ਕਿ ਦੋਸਤੋ ਉਸਦੀ ਕਹਾਣੀ ਕਈ ਤਰੀਕਿਆਂ ਨਾਲ ਜਿਹੜੀ ਹੈਗੀ ਅਸੰਭਵ ਸੀ। ਤਾਂ ਵਿਸ਼ਰਾਮ ਚਿੰਨ੍ਹ ਦੋਸਤੋ ਕਿਸ ਤਰ੍ਹਾਂ ਦਾ ਲਾਇਆ ਵਾ, ਆਹੀ ਵਾਲਾ ਲਾਇਆ ਹੋਇਆ ਵਾ ਜਿਹੜਾ ਆਹ ਬਣੀ ਗਈ ਹੈ। ਤੇ ਇੱਥੇ ਛੋਟੀ ਲੱਗੀ ਹੈ ਨਾ, ਤੁਸੀਂ ਥੋੜ੍ਹੀ ਜਿਹੀ ਬੜੀ ਲਾ ਦਿਓ ਇਸ ਤਰ੍ਹਾਂ ਦੀ, ਠੀਕ ਹੈ। ਤੇ ਦੋਸਤੋ ਹੁਣ ਅੱਗੇ ਹੈ ਤੁਹਾਡਾ, ਹਾਂਜੀ। ਤਾਂ ਇੱਥੇ ਹੋ ਗਿਆ, ਹੁਣ ਹੈਗਾ ਦੋਸਤੋ 9ਵਾਂ ਪ੍ਰਸ਼ਨ। ਤਾਂ ਦੇਖੋ ਯੂ ਆਰ ਸੋਨਲ ਕਲਚਰਲ ਸੈਕਟਰੀ ਆਫ ਸਿਟੀ ਪਬਲਿਕ ਸਕੂਲ ਲਖਨਊ ਰਾਈਟ ਅ ਨੋਟਿਸ ਇਨਵਾਈਟਿੰਗ ਸਟੂਡੈਂਟ ਟੂ ਗਿਵ ਦੇਅਰ ਨੇਮ ਫॉर ਦਾ ਫੈਂਸੀ ਡਰੈਸ ਕੰਪੀਟੀਸ਼ਨ। ਤਾਂ ਦੋਸਤੋ ਇਹ ਇਸ ਦਾ ਆਨਸਰ ਆਪਾਂ ਦੇਖ ਲੈਂਦੇ ਕਿ ਕੀ ਹੈ। तो दोस्तों आ देख लो, यू आर सोनल द कल्चरल सेक्रेटरी ऑफ सिटी पब्लिक स्कूल लखनऊ राइट अ नोटिस इनवाइटिंग स्टूडेंट टू गिव देयर नेम फॉर फैंसी ड्रैस कंपटीशन। तो दोस्तों सेम यही है, एक बार देख लो, हाँ जी। तो फैंसी ड्रैस कंपटीशन बारे ही हैगी आ, ठीक है जी। तो चलो दोस्तों नोटिस लिखते हैं। ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਨੋਟਿਸ ਦੇ ਵਿੱਚ ਤਾਂ ਤੁਸੀਂ ਆਹ ਲਿਖ ਦੇਣਾ ਵਾ ਸਿਟੀ ਪਬਲਿਕ ਸਕੂਲ ਲਖਨਊ ਨੋਟਿਸ ਫੈਂਸੀ ਡਰੈਸ ਕੰਪੀਟੀਸ਼ਨ, ਠੀਕ ਹੈ ਜੀ। ਡੇਟ ਤਾਜ਼ਾ ਪਾ ਦਿਓ ਜਿਹੜੀ ਹੈਗੀ ਆ, ਤੁਸੀਂ ਜਿਵੇਂ ਕਿ ਹੁਣ ਪੇਪਰ ਜਿਸ ਦਿਨ ਤੁਹਾਡਾ ਹੈਗਾ ਵਾ 30 ਜਨਵਰੀ ਨੂੰ ਆ, ਤਾਂ ਤੁਸੀਂ ਪਾ ਦਿਓ ਮਤਲਬ 1 ਮਾਰਚ ਲਿਖ ਦਿਓ, 1 ਮਾਰਚ 2023 ਦਾ ਫੈਂਸੀ ਡਰੈਸ ਕੰਪੀਟੀਸ਼ਨ। ਇੱਥੇ ਸੌਰੀ ਦੋਸਤੋ ਇੱਥੇ ਨਾ ਅੱਜ ਦੀ ਡੇਟ ਪਾਇਓ, ਜਿਵੇਂ ਕਿ ਅਗਰ ਤੁਸੀਂ ਜਿਸ ਦਿਨ ਪੇਪਰ ਦੇ ਰਹੇ ਹੋ, ਠੀਕ ਹੈ ਜੀ। ਇੱਥੇ ਜਿਵੇਂ ਕਿ ਹੁਣ ਤੁਹਾਡਾ ਪੇਪਰ 30 ਜਨਵਰੀ ਨੂੰ, ਤਾਂ ਇੱਥੇ 30 ਜਨਵਰੀ 2023 ਪਾਇਓ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਲਿਖਿਓ ਦਾ ਫੈਂਸੀ ਡਰੈਸ ਕੰਪੀਟੀਸ਼ਨ, ਠੀਕ ਹੈ ਜੀ। ਦਾ ਫੈਂਸੀ ਡਰੈਸ ਕੰਪੀਟੀਸ਼ਨ ਅੱਗੇ ਹੈ ਦੋਸਤੋ ਦਾ ਫੈਂਸੀ ਡਰੈਸ ਵਿਲ ਬੀ ਹੈਲਡ ਔਨ ਜਿਹੜਾ ਹੈਗਾ ਵਾ ਸੈਚਰਡੇ ਦਾ 2 ਮਿੰਟ ਰੁਕੋ ਦੋਸਤੋ, ਮੈਂ ਦੇਖਦਾ ਇਹਨੂੰ ਇੱਥੇ ਥੋੜ੍ਹਾ ਜਿਹਾ ਦੇਖਦੇ ਹਾਂ। ਹਾਂਜੀ ਦੋਸਤੋ, ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸਟਾਰਟਿੰਗ ਤੋਂ ਦੱਸ ਦੇਣਾ ਦੁਬਾਰਾ ਤੋਂ। ਤਾਂ ਆ ਵੀ ਦੋਸਤੋ ਦੇ ਵਿੱਚ ਨਾ ਲਾਈਨਾਂ ਵੀ ਮਾਰਨੀਆਂ ਹਨ ਜਿਵੇਂ ਕਿ, ਠੀਕ ਹੈ ਜੀ। ਇਹ ਚਲੋ ਬਾਅਦ 'ਚ ਮਾਰ ਲਿਓ, ਪਹਿਲਾਂ ਤੁਸੀਂ ਜਦੋਂ ਲਿਖੋਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਕੂਲ ਵਗੈਰਾ ਦਾ ਨਾਮ ਇਹ ਸਾਰਾ ਕੁਝ ਲਿਖ ਦੇਣਾ। ਨੋਟਿਸ ਫੈਂਸੀ ਡਰੈਸ ਕੰਪੀਟੀਸ਼ਨ, ਡੇਟ ਤਾਜ਼ਾ ਪਾ ਦਿਓ, ਜਿਸ ਤਰੀਕ ਨੂੰ ਤੁਸੀਂ ਐਗਜ਼ਾਮ ਦੇ ਰਹੇ ਹੋ ਉਸ ਦਿਨ ਦੀ ਡੇਟ ਪਾ ਦਿਓ। ਫਿਰ ਉਸ ਤੋਂ ਬਾਅਦ ਦੋਸਤੋ ਦਾ ਫੈਂਸੀ ਡਰੈਸ ਕੰਪੀਟੀਸ਼ਨ ਵਿਲ ਬੀ ਹੈਲਡ ਔਨ ਸੈਚਰਡੇ ਦਾ, ਠੀਕ ਹੈ ਜੀ। ਹੁਣ ਇੱਥੇ ਦੋਸਤੋ 1 ਮਾਰਚ, ਠੀਕ ਹੈ ਜੀ। ਤਾਂ 1 ਮਾਰਚ ਪਾ ਦਿਓ ਜਾਂ ਫਿਰ ਦੋਸਤੋ ਪਾ ਦਿਓ ਆਪਣਾ 1 ਮਾਰਚ ਜਾਂ ਫਿਰ 1 ਅਪ੍ਰੈਲ ਪਾ ਦਿਓ, ਠੀਕ ਹੈ ਜੀ। ਤਾਂ 1 ਅਪ੍ਰੈਲ ਨੂੰ ਪਾ ਦਿਓ ਇੱਥੇ ਡੇਟ, 1 ਅਪ੍ਰੈਲ 2023 in the school hall thus who want to take part should give their name to the undersigned by the 13th of May, ਠੀਕ ਹੈ ਜੀ। ਯਾਨੀ ਕਿ ਦੋਸਤੋ ਇਹਦੇ ਵਿੱਚ ਹੁਣ ਤੁਸੀਂ ਜਿਹੜਾ ਹੈਗਾ ਵਾ ਆਹ ਡੇਟ ਆ, ਜਿਵੇਂ ਕਿ ਹੁਣ ਇੱਥੇ ਤੁਸੀਂ 10 ਅਪ੍ਰੈਲ ਪਾਈ ਆ, ਤਾਂ ਦੋਸਤੋ ਇੱਥੇ ਲਿਖ ਦਿਓ 1 ਅਪ੍ਰੈਲ ਹਾਂ 1 ਅਪ੍ਰੈਲ, ਠੀਕ ਹੈ। ਇਸ ਤਰ੍ਹਾਂ ਦੇ ਇੱਥੇ ਡੇਟ ਪਾ ਦਿਓ, ਠੀਕ ਹੈ। ਬਾਕੀ ਡੇਟ ਦਾ ਤੁਸੀਂ ਖੁਦ ਦੇਖ ਲਓ ਕਿਉਂਕਿ ਇਹ ਪੁਰਾਣੀ ਹੈ ਨਾ, ਤਾਂ ਕਰਕੇ ਇੱਥੇ ਪੁਰਾਣੀ ਡੇਟਾਂ ਪਾਈਆਂ ਹੋਈਆਂ ਨੇ, ਠੀਕ ਹੈ। ਬਾਕੀ ਇਸ ਡੇਟ ਨੂੰ ਅਗਰ ਤੁਸੀਂ ਕੰਟੀਨਿਊ ਰੱਖਣਾ ਹੋਵੇ ਇਸ ਡੇਟ ਨੂੰ ਵੀ ਕੰਟੀਨਿਊ ਰੱਖ ਸਕਦੇ ਹੋ। ਤਾਂ ਦੇਖੋ ਅੱਗੇ ਸੋਨਲ ਸੂਦ ਕਲਚਰਲ ਸੈਕਟਰੀ, ਠੀਕ ਹੈ ਜੀ। ਤਾਂ ਇਸ ਨੂੰ ਦੇਖ ਲਓ, ਇਹ ਆਨਸਰ ਆ। ਤਾਂ ਦੋਸਤੋ ਦੇਖੋ ਇਹਦੇ ਵਿੱਚ ਇਹੀ ਆ ਮਤਲਬ ਕਿ ਬਈ ਇੱਕ ਨਾ ਫੈਂਸੀ ਡਰੈਸ ਕੰਪੀਟੀਸ਼ਨ ਮੁਕਾਬਲਾ ਜਿਹੜਾ ਹੈਗਾ ਵਾ ਹੋ ਰਿਹਾ ਵਾ, ਠੀਕ ਹੈ ਜੀ।
ਤੇ ਸਕੂਲ ਦੇ ਵਿੱਚ ਹੋ ਰਿਹਾ ਵਾ ਤੇ ਜਿਹੜਾ ਹੈਗਾ ਵਾ ਸਕੂਲ ਦੇ ਹਾਲ ਦੇ ਵਿੱਚ ਕਰਵਾਇਆ ਜਾਵੇਗਾ। ਜੋ ਵੀ ਹਿੱਸਾ ਲੈਣਾ ਚਾਹੁੰਦਾ ਹੈ, ਠੀਕ ਹੈ ਜੀ, ਉਹ ਆਪਣਾ ਜਿਹੜਾ ਹੈਗਾ ਨਾਮ ਨੋਟ ਕਰਵਾ ਦੇਣ, ਠੀਕ ਹੈ ਜੀ, ਤੇ ਨਾਮ ਹੇਠਾਂ ਲਿਖੇ ਦਸਤਖਤ ਵਾਲੇ ਨੂੰ ਦੇਣ, ਠੀਕ ਹੈ ਜੀ। ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਲਿਖਿਆ ਹੋਇਆ ਵਾ ਤੇ ਸਿੰਪਲ ਆ ਦੋਸਤੋ, ਬਿਲਕੁਲ ਤੁਸੀਂ ਇਸ ਨੂੰ ਆਪਣੇ ਲੈਂਗੁਏਜ ਦੇ ਵਿੱਚ ਵੀ ਲਿਖ ਸਕਦੇ ਹੋ, ਠੀਕ ਹੈ। ਤੇ ਹੁਣ ਦੋਸਤੋ ਆਪਣਾ ਅਗਲਾ ਕੀ ਹੈ, ਅਗਲਾ ਹੈ ਦੋਸਤੋ ਰੀਡ ਅ ਟੈਲੀਫੋਨਿਕ ਕਨਵਰਸੇਸ਼ਨ ਬਿਟਵੀਨ ਮਿਸਟਰ ਅਜੀਤ ਸ਼ਰਮਾ ਐਂਡ ਅੰਜੂ, ਠੀਕ ਹੈ ਜੀ। ਤੇ ਇਹਦੇ ਵਿੱਚ ਦੋਸਤੋ ਕੀ ਹੈ ਕਿ ਇੱਕ ਟੈਲੀਫੋਨਿਕ ਕਨਵਰਸੇਸ਼ਨ ਹੁੰਦੀ ਹੈ, ਇਹਦੇ 'ਚ ਫਿਰ ਤੁਸੀਂ ਇੱਕ ਨਾ ਮੈਸੇਜ ਜਿਹਾ ਬਣਾ ਕੇ ਲਿਖਣਾ ਹੁੰਦਾ ਵਾ, ਠੀਕ ਹੈ ਜੀ। ਤਾਂ ਜਿਵੇਂ ਕਿ ਦੋਸਤੋ ਦੇਖੋ ਇਹਦੇ ਵਿੱਚ ਆਹੀ ਸ਼੍ਰੀਮਾਨ ਜਿਹੜਾ ਹੈਗਾ ਅਜੀਤ ਸ਼ਰਮਾ ਤੇ ਅੰਜੂ ਵਿਚਕਾਰ ਜਿਹੜੀ ਹੈਗੀ ਟੈਲੀਫੋਨ ਹੋਈ, ਉਸ ਦੀ ਗੱਲਬਾਤ ਨੂੰ ਪੜ੍ਹੋ, ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਵੇਂ ਕਿ ਦੇਖੋ ਅਜੀਤ ਸ਼ਰਮਾ ਨੇ, ਠੀਕ ਹੈ ਜੀ, ਕੀ ਕਿਹਾ, ਹੈਲੋ ਇਜ਼ ਇਟ 24107886, ਠੀਕ ਹੈ ਜੀ। ਹੈਲੋ ਮੈਂ ਇਹ ਜਿਹੜਾ ਹੈਗਾ ਨੰਬਰ ਬੋਲਿਆ ਉਹਨੇ। ਫਿਰ ਅੰਜੂ ਨੇ ਕਿਹਾ ਯੈਸ ਮੇ ਆਈ ਨੋ ਹੂ ਇਜ਼ ਕਾਲਿੰਗ, ਠੀਕ ਹੈ ਜੀ। ਫਿਰ ਜਿਹੜਾ ਹੈਗਾ ਅੰਜੂ ਨੇ ਕਿਹਾ ਕਿ ਹਾਂ ਕਿ ਮੈਂ ਜਾਣ ਸਕਦਾ ਹਾਂ ਕਿ ਕੌਣ ਕਾਲ ਕਰ ਰਿਹਾ ਹੈ, ਠੀਕ ਹੈ ਜੀ। ਤੇ ਅੱਗੇ ਦੋਸਤੋ ਇਹਨੇ ਕਿਹਾ ਕਿ ਅਜੀਤ ਸ਼ਰਮਾ, ਠੀਕ ਹੈ ਜੀ, ਅਜੀਤ ਸ਼ਰਮਾ ਨੇ ਕਿਹਾ ਕਿ ਆਈ ਐਮ ਅਜੀਤ ਸ਼ਰਮਾ ਐਂਡ ਆਈ ਵਾਂਟ ਟੂ ਟਾਕ ਮਿਸਟਰ ਚੱਡਾ, ਠੀਕ ਹੈ ਜੀ। ਮੈਂ ਅਜੀਤ ਸ਼ਰਮਾ ਹਾਂ, ਮੈਂ ਮਿਸਟਰ ਚੱਡਾ ਨਾਲ ਗੱਲ ਕਰਨਾ ਚਾਹੁੰਦਾ ਹਾਂ, ਠੀਕ ਹੈ ਜੀ। ਤਾਂ ਫਿਰ ਅੰਜੂ ਕਹਿੰਦੀ ਹੈ ਕਿ ਪਾਪਾ ਇਜ਼ ਨੋਟ ਐਟ ਹੋਮ, ਯੂ ਕੈਨ ਗਿਵ ਮੀ ਦਾ ਮੈਸੇਜ, ਠੀਕ ਹੈ ਜੀ। ਤੇ ਫਿਰ ਦੋਸਤੋ ਜਿਹੜੀ ਕਹਿੰਦੇ ਕਿ ਹਾਂ ਬਈ ਜਿਹੜਾ ਹੈਗਾ ਪਾਪਾ ਜਿਹੜੇ ਹੈਗਾ ਘਰ ਨਹੀਂ ਹਨ, ਤੁਸੀਂ ਮੈਨੂੰ ਸੁਨੇਹਾ ਦੇ ਸਕਦੇ ਹੋ। ਫਿਰ ਅਜੀਤ ਸ਼ਰਮਾ ਕਹਿੰਦਾ ਦੋਸਤੋ ਕਹਿੰਦਾ ਬਈ ਕਿ ਟੈਲ ਹਿਮ that the society meeting has been postponed and soon as the new date is fixed I will let him know, ਠੀਕ ਹੈ। ਤਾਂ ਦੋਸਤੋ ਇਹਦੇ ਵਿੱਚ ਫਿਰ ਕੀ ਕਹਿੰਦਾ ਵੀ ਕਿ ਉਸ ਨੂੰ ਜਿਹੜਾ ਹੈਗਾ ਵਾ ਉਸ ਨੂੰ ਦੱਸੋ ਕਿ ਸੁਸਾਇਟੀ ਦੀ ਜਿਹੜੀ ਹੈਗੀ ਮੀਟਿੰਗ ਉਹ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜਿਵੇਂ ਹੀ ਨਵੀਂ ਤਰੀਕ ਤੈਅ ਹੋਵੇਗੀ ਤਾਂ ਮੈਂ ਉਸ ਨੂੰ ਜਿਹੜਾ ਹੈਗਾ ਦੱਸ ਦੇਵਾਂਗਾ, ਠੀਕ ਹੈ ਜੀ। ਫਿਰ ਜਿਹੜੀ ਹੈਗੀ ਅੰਜੂ ਕਹਿੰਦੀ ਹੈ ਆਲ ਰਾਈਟ ਆਈ ਕਨਵੇ ਦਾ ਮੈਸੇਜ, ਠੀਕ ਹੈ ਜੀ। ਫਿਰ ਜਿਹੜੀ ਹੈਗੀ ਆ ਅੰਜੂ ਕਹਿੰਦੀ ਹੈ ਚੰਗਾ ਮੈਂ ਸੁਨੇਹਾ ਜਿਹੜਾ ਹੈਗੀ ਆ ਪਹੁੰਚਾਵਾ ਦੇਵਾਂਗੀ, ਠੀਕ ਹੈ। ਇਸ ਤਰ੍ਹਾਂ ਦੇ ਇਹਦੇ ਵਿੱਚ ਉਹਨਾਂ ਨੇ ਅੰਜੂ ਦੀ ਤਰਫੋਂ ਜਿਹੜਾ ਹੈਗਾ ਸੁਨੇਹਾ। ਹੁਣ ਦੋਸਤੋ ਇੱਥੇ ਲਿਖਿਆ ਗਿਆ ਵਾ ਕਿ ਜਿਹੜਾ ਰਾਈਟ ਅ ਮੈਸੇਜ ਔਨ ਬਿਹਾਫ ਆਫ ਅੰਜੂ, ਠੀਕ ਹੈ ਜੀ। ਤਾਂ ਹੁਣ ਦੋਸਤੋ ਮੈਸੇਜ ਲਿਖਾਂਗੇ, ਜਿਵੇਂ ਕਿ ਉੱਪਰ ਨੋਟਿਸ ਲਿਖਿਆ ਨਾ ਸਭ ਤੋਂ ਪਹਿਲਾਂ ਆਪਾਂ, ਤਾਂ ਹੁਣ ਦੋਸਤੋ ਮੈਸੇਜ ਲਿਖਣਾ ਵਾ। ਚਲੋ ਦੋਸਤੋ ਦੇਖਦੇ ਹਾਂ ਇਸ ਦਾ ਮੈਸੇਜ ਕਿਸ ਤਰ੍ਹਾਂ ਦਾ ਹੈ। ਤਾਂ ਦੋਸਤੋ ਚਲੋ ਇਸ ਦਾ ਦੇਖਦੇ ਹਾਂ ਕਿ ਕਿਵੇਂ ਇਹਨਾਂ ਦਾ ਲਿਖਾਂਗੇ। ਤਾਂ ਦੇਖ ਸਕਦੇ ਹੋ ਦੋਸਤੋ ਟੈਲੀਫੋਨਿਕ ਕਨਵਰਸੇਸ਼ਨ ਆ, ਮੈਸੇਜ ਲਿਖਣੀ ਆ ਅਜੀਤ ਸ਼ਰਮਾ ਵਾਲਾ ਹੀ ਆ, ਸੇਮ ਉਹੀ ਆ ਦੋਸਤੋ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਦੋਸਤੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਤੁਸੀਂ ਲਿਖਣਾ ਵਾ, ਮੈਸੇਜ ਲਿਖ ਦੇਣਾ ਵਾ ਵੱਡਾ ਸਾਰਾ, ਫਿਰ ਇਹ ਆਊਟਲਾਈਨਿੰਗ ਵੀ ਕਰਨੀ ਆ। ਤਾਂ ਦੇਖੋ ਦੋਸਤੋ ਡੇਟ 30 ਜਨਵਰੀ 2023, ਉਸੇ ਦਿਨ ਜਿਸ ਦਿਨ ਐਗਜ਼ਾਮ ਹੈ ਤੁਹਾਡਾ, 5 ਵਜੇ ਟਾਈਮ ਆ, ਠੀਕ ਹੈ ਜੀ, 5 PM, ਠੀਕ ਹੈ ਜੀ। ਡੀਅਰ ਪਾਪਾ ਮਿਸਟਰ ਅਜੀਤ ਰਿੰਗ ਅਪ ਟੂ ਸੇ ਦੈਟ ਸੋਸਾਇਟੀ ਮੀਟਿੰਗ ਹੈਜ਼ ਬਿਨ ਪੋਸਟਪੋਨ ਐਂਡ as soon as the new date is fixed he will let you know। यानी कि दोस्तों श्री अजीत शर्मा ने फ़ोन करके कहा कि सोसाइटी की मीटिंग मुलतवी कर दी गई है, जिमें ही नवी तरीक तय होगी वो तुहानू दस देंगे, ठीक है। फिर लिखा है अंजू, ठीक है जी। तो इस तरह का ये मैसेज लिखना वा, छोटे छोटे ही नहीं दोस्तों, तुम यह सारा अपने आप ही, ठीक है जी, बना के अपने आप ही लिख सकते हो, ठीक है जी। बाकी मैं तुहानू दस दिता इस तरह तुम लिख देना वा, पेपर के आह आऊगा तुहानू ते मैसेज तुम अंजू के बिहाफ से लिख दिता वा, ठीक है जी। तो उस तो बाद दोस्तों हुण हैगा राइट अ पैराग्राफ ऑन एनी वन टॉपिक यूज द फॉलोइंग हिंट्स, ठीक है जी। बाकी दोस्तों देख सकते हो कि हाँ जो 2 पैराग्राफ दिते हुए हैं आवर स्कूल एनुअल इंस्पैक्शन ते पोल्यूशन। एक तो दोस्तों थोड़े बहुत हिंट दिते हुए तुसीं इन्हां नूं देख के भी लिख सकते हो, ठीक है। बाकी दोस्तों अगर तुसीं मेरे हिसाब नाल चलो तो दोस्तों आपां नॉर्मली करांगे, जिवें आपां नहीं कह दिंदे कि पोल्यूशन ते अपना पैराग्राफ लिखो या ऐसे लिखो, ठीक है जी, या फिर आवर स्कूल एनुअल इंस्पैक्शन ते लिखो, ठीक है जी। तुसीं इस तरह भी कर सकते हो तो तुसीं इस तरह भी देख के भी लिख सकते हो। चलो दोस्तों आपां दोनों ही तरीके नाल देखांगे। सब तो पहला दोस्तों आह जिहड़ा हिंट दिता होया वा, जिवें कि देख लो कंडक्टेड बाय आवर DEO, ठीक है जी। इत्थे भी देख लो दोस्तों आही लिखा है ना, कंडक्टर बाय DEO यानी कि डिस्ट्रिक्ट एजुकेशन ऑफिसर। आह हिंट दिते हुए हैं तो इन्हां दे आंसर आह देखो दोस्तों इत्थे लिखे हुए हैं, ठीक है जी। तुसीं इस तरह देखना वा, इस तरह करना वा तो तुसीं इस तरह भी कर सकते हो। बाकी नॉर्मल अगर तुसीं अपने कोलों चाहो कि हाँ भी मैं तो मतलब मैनूं आंदा ही है सारा कुछ, मैं अपने कोलों भी लिख लूँगा, तो तुसीं उस तरह भी कर सकते हो, ठीक है जी। तो एक बार तुसीं इसनूं देख लो, इहदे विच दोस्तों यही आ बई। तो नॉर्मल वाला दोस्तों इस तरह वा, ठीक है जी, जिवें कि देखो कोई हिंट नहीं, आप अपने को ही लिखांगे द एनुअल इंस्पैक्शन ऑफ अवर स्कूल, ठीक है जी, इस तरह का, ठीक है। तो दोस्तों पढ़ सकते हो तुसीं, उपर वाला पहला देख लो जो हिंट वाला दिता होया वा, ठीक है जी। आह जिहदे विच आह लगिया हुई ने लाइनां, ठीक है जी, आह मतलब ये तुसीं फिलिंग द ब्लैंक्स वांगू ही है इत्थे एक तरह तो, ठीक है जी। तो आह वाला, ठीक है। तो दोस्तों आप चलो नॉर्मल वाला करते हैं ये, क्योंकि दोस्तों देखो इस तरह का करोगे तो रट्टा लगाओगे, रट्टा लाने तो वधिया दोस्तों कि आप नॉर्मल जिहड़ा है पैराग्राफ ही देख लेने। तो दोस्तों देखो एनुअल इंस्पैक्शन ऑफ अवर स्कूल, ठीक है जी, यानी कि दोस्तों द एनुअल इंस्पैक्शन मतलब दोस्तों साडे स्कूलों का सालाना निरीक्षण, ठीक है। द एनुअल इंस्पैक्शन ऑफ अवर स्कूल टुक प्लेस लास्ट मंथ, यानी कि दोस्तों साडे स्कूल का सालाना निरीक्षण पिछले महीने होया सी, ठीक है।
ਤੇ ਆ ਫਿਊ ਡੇਜ਼ ਬਿਫੋਰ ਦਾ ਇਨਸਪੈਕਸ਼ਨ, ਠੀਕ ਹੈ ਜੀ, ਨਿਰੀਖਣ ਤੋਂ ਕੁਝ ਦਿਨ ਪਹਿਲਾਂ ਸਾਡੇ ਪ੍ਰਿੰਸੀਪਲ ਨੇ ਮੀਟਿੰਗ ਬੁਲਾਈ, ਠੀਕ ਹੈ ਜੀ। ਅਵਰ ਪ੍ਰਿੰਸੀਪਲ ਕਾਲਡ ਅ ਮੀਟਿੰਗ, ਠੀਕ ਹੈ ਜੀ। ਆਲ ਦਾ ਟੀਚਰ ਐਂਡ ਦ ਸਟੂਡੈਂਟ ਟੁੱਕ ਪਾਰਟ ਇਨ ਦਾ ਇਟ। ਦ ਪ੍ਰਿੰਸੀਪਲ ਆਸਕਡ ਦ ਸਟੂਡੈਂਟ ਟੂ ਲੈਂਡ a hand in decorating the school. We were asked to clean, whitewash our classmate ourselves। यानी कि दोस्तों ਕੀ ਆ ਕਿ ਜਿਸ ਵਿੱਚ ਜਿਹੜਾ ਹੈਗਾ ਸਮੂਹ ਅਧਿਆਪਕ ਅਤੇ ਵਿਦਿਆਰਥੀ ਨੇ ਭਾਗ ਲਿਆ, ਠੀਕ ਹੈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਕੂਲ ਨੂੰ ਸਜਾਵਟ ਵਿੱਚ ਜਿਹੜਾ ਹੈਗਾ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਸਾਨੂੰ ਆਪਣੇ ਜਿਹੜਾ ਹੈਗਾ ਕਲਾਸਰੂਮਾਂ ਨੂੰ ਖੁਦ ਸਾਫ਼ ਕਰਨਾ ਅਤੇ ਸਫੇਦ ਕਰਨ ਲਈ ਕਿਹਾ ਗਿਆ, ਠੀਕ ਹੈ ਜੀ। ਤੇ ਅੱਗੇ ਲਿਖਿਆ ਹੋਇਆ ਕਿ the student gladly agreed to it। First of all we removed all benches and desks from our classroom, ਠੀਕ ਹੈ ਜੀ। ਤਾਂ ਦੋਸਤੋ ਫਿਰ ਕੀ ਹੈ ਕਿ ਸਾਨੂੰ ਆਪਣੇ ਜਿਹੜਾ ਹੈਗਾ ਵਾ ਵਿਦਿਆਰਥੀਆਂ ਨੇ ਦੋਸਤੋ ਖੁਸ਼ੀ ਜਿਹੜੀ ਕਿ ਸਹਿਮਤੀ ਦਿੱਤੀ। ਸਭ ਤੋਂ ਪਹਿਲਾਂ ਅਸੀਂ ਆਪਣੇ ਕਲਾਸਰੂਮਾਂ ਵਿੱਚ ਜਿਹੜੇ ਹੈਗੇ ਸਾਰੇ ਡੈਸਕ ਹਟਾ ਦਿੱਤੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਫਿਰ ਕੀ ਲਿਖਿਆ ਇਹਨਾਂ ਨੇ, ਹਾਂ ਆਲ ਦ ਬੈਂਚਸ ਡੈਸਕ, ਹਾਂ ਵੀ ਟੁੱਕ ਅ ਰੂਮ ਐਂਡ ਸਵੈਪਟ ਦਾ ਰੂਮ ਦਾ ਨਿਊ then we prepared some buckets of white wash। we took a brush and white washed the walls। यानी कि दोस्तों फिर की है ਬਈ ਸਭ ਤੋਂ ਪਹਿਲਾਂ ਅਸੀਂ ਆਪਣੇ ਕਲਾਸਰੂਮ ਦੇ ਸਾਰੇ ਜਿਹੜੇ ਹੈ ਬੈਂਚ ਹਟਾ ਦਿੱਤੇ ਸੀਗੇ। ਫਿਰ ਅਸੀਂ ਦੋਸਤੋ ਜਿਹੜਾ ਹੈਗਾ ਵਾ ਝਾੜੂ ਲੈ ਕੇ ਕਮਰਾ ਝਾੜਿਆ। ਫਿਰ ਅਸੀਂ ਦੋਸਤੋ ਜਿਹੜਾ ਹੈਗਾ ਵਾਈਟ ਵਾਸ਼ ਦੀਆਂ ਕੁਝ ਬਾਲਟੀਆਂ ਤਿਆਰ ਕੀਤੀਆਂ। ਅਸੀਂ ਇੱਕ ਬੁਰਸ਼ ਲਿਆ ਕੇ ਕੰਧਾਂ ਨੂੰ ਚਿੱਟਾ ਕੀਤਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆ ਲੈਡਰ ਵਾਜ਼ ਯੂਜ਼ਡ to whitewash the ceiling। then we took some enamel paint। two coating of this paint were given to the doors and window, ਠੀਕ ਹੈ ਜੀ। ਫਿਰ ਦੋਸਤੋ ਕੀ ਸੀਗਾ, ਠੀਕ ਹੈ ਜੀ। ਤੇ ਫਿਰ ਅਸੀਂ ਦੋਸਤੋ ਜਿਹੜਾ ਹੈਗਾ ਵਾ ਮਤਲਬ ਛੱਤ ਨੂੰ ਜਿਹੜਾ ਹੈਗਾ ਵਾ ਚਿੱਟਾ ਜਿਹੜਾ ਹੈਗਾ ਪੇਂਟ ਕੀਤਾ, ਠੀਕ ਹੈ ਜੀ। ਇੱਕ ਬੁਰਸ਼ ਲਿਆ ਕੇ ਮਤਲਬ ਕੰਧਾਂ ਨੂੰ ਚਿੱਟਾ ਪੇਂਟ ਕਰਤਾ, ਛੱਤ ਨੂੰ ਵੀ ਤੇ ਕੰਧ ਨੂੰ ਵੀ ਕਰ ਦਿੱਤਾ, ਠੀਕ ਹੈ ਜੀ। ਤੇ ਇੱਕ ਪੌੜੀ ਦੀ ਵਰਤੀ ਜਾਂਦੀ ਸੀਗੀ, ਇੱਕ ਪੌੜੀ ਦੀ ਯੂਜ਼ ਦੇ ਨਾਲ, ਠੀਕ ਹੈ ਜੀ। ਫਿਰ ਅਸੀਂ ਕੁਝ ਜਿਹੜੀ ਹੈਗੀ ਦੋਸਤੋ ਪਰਲੀ ਪੇਂਟ ਲਿਆਇਆ। ਅਸੀਂ ਪੇਂਟ ਦੀਆਂ ਦੋਸਤੋ ਦੋ ਕੋਟਿੰਗ ਦਰਵਾਜ਼ਿਆਂ ਤੇ ਖਿੜਕੀਆਂ ਨੂੰ ਦਿੱਤੀਆਂ, ਮਤਲਬ ਦੋ ਕੋਟਿੰਗ ਮਤਲਬ ਦੋ ਵਾਰੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਹੈਗਾ ਆਫਟਰ ਵਾਈਟ ਵਾਸ਼ਿੰਗ ਐਂਡ ਪੇਂਟਿੰਗ ਵੀ ਕਲੀਨਡ ਦਾ ਫਲੋਰ ਐਂਡ ਲਾਸਟਲੀ ਵੀ ਅਰੇਂਜਡ ਦਾ ਫਰਨੀਚਰ ਔਨ ਡੇ ਆਫ ਇਨਸਪੈਕਸ਼ਨ। ਵੀ ਵਨ ਦਾ ਫਸਟ ਪ੍ਰਾਈਜ਼, ਠੀਕ ਹੈ ਜੀ। ਯਾਨੀ ਕਿ ਦੋਸਤੋ ਫਿਰ ਕੀ ਸੀ ਬਈ ਜਿਹੜਾ ਹੈਗਾ ਦੋਸਤੋ ਆਪਣਾ ਵਾਈਟ ਵਾਸ਼ਿੰਗ ਅਤੇ ਪੇਂਟਿੰਗ ਤੋਂ ਬਾਅਦ ਅਸੀਂ ਫਰਸ਼ ਨੂੰ ਸਾਫ਼ ਕੀਤਾ। ਅੰਤ ਵਿੱਚ ਅਸੀਂ ਫਰਨੀਚਰ ਦਾ ਜਿਹੜਾ ਹੈਗਾ ਪ੍ਰਬੰਧ ਕੀਤਾ। ਨਿਰੀਖਣ ਵਾਲੇ ਦਿਨ ਅਸੀਂ ਪਹਿਲਾ ਇਨਾਮ ਜਿੱਤਿਆ, ਠੀਕ ਹੈ ਜੀ। ਤਾਂ ਇਹ ਇਸ ਤਰ੍ਹਾਂ ਦਾ ਹੋ ਗਿਆ। ਬਾਕੀ ਦੋਸਤੋ ਆਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹਿੰਟ ਦੁਆਰਾ ਜਿਹੜਾ ਹੈਗਾ ਤੁਹਾਡਾ ਇਹ ਪੇਪਰ ਦੇ ਵਿੱਚ ਦਿੱਤਾ ਹੋਇਆ ਸੀਗਾ ਕਿ ਬਈ ਦਾ ਐਨੂਅਲ ਇਨਸਪੈਕਸ਼ਨ ਆਫ ਆਵਰ ਸਕੂਲ ਕੰਡਕਟਡ ਬਾਈ DEO। ਹੀ ਰੀਚਡ ਦਾ ਸਕੂਲ ਅਲੋਂਗ ਵਿਦ ਹਿਜ਼ ਟੀਮ, ਠੀਕ ਹੈ ਜੀ। ਯਾਨੀ ਕਿ ਦੋਸਤੋ ਇਹਦੇ ਵਿੱਚ ਮਤਲਬ ਤੁਸੀਂ ਰੀਡ ਕਰ ਲਓ ਇਹਨੂੰ। ਬਾਕੀ ਮੈਂ ਦੱਸ ਦਿੰਦਾ ਇਹਦੇ ਵਿੱਚ ਇਹੀ ਲਿਖਿਆ ਕਿ ਸਾਡੇ ਸਕੂਲ ਦਾ ਸਾਲਾਨਾ ਨਿਰੀਖਣ ਸਾਡੇ DEO ਮਤਲਬ ਉਹ ਆਪਣੀ ਟੀਮ ਸਮੇਤ ਸਕੂਲ ਪਹੁੰਚੇ, ਠੀਕ ਹੈ ਜੀ। ਤੇ ਉਸ ਨੂੰ ਸਾਡੇ ਪ੍ਰਿੰਸੀਪਲ ਦੁਆਰਾ ਜਿਹੜਾ ਹੈਗਾ ਅਸੈਂਬਲੀ ਵਿੱਚ ਲਿਜਾਇਆ ਗਿਆ। ਸਵੇਰ ਦੀ ਅਸੈਂਬਲੀ ਵਿੱਚ ਅਸੀਂ ਰਾਸ਼ਟਰੀ ਗੀਤ ਗਾਇਆ। ਅਸੀਂ ਇੱਕ PT ਢੋਲ ਨਾਲ, ਠੀਕ ਹੈ ਜੀ, ਦਿਖਾਓ ਟੀਮ ਵੱਲੋਂ ਜਿਹੜਾ ਹੈਗਾ ਸਾਡੇ ਅਕੈਡਮਿਕ ਰਿਕਾਰਡ ਵੀ ਜਾਂਚ ਕੀਤੀ ਗਈ। ਟੀਮ ਸਾਡੀ ਵਿਗਿਆਨ ਅਤੇ ਕੰਪਿਊਟਰ ਲੈਬਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਨਾਂ ਸਪੋਰਟਸ ਰੂਮ ਅਤੇ ਜਿਹੜਾ ਹੈਗਾ ਦੋਸਤੋ ਆਰਟ ਐਂਡ ਕਰਾਫਟ ਰੂਮ ਦੀ ਜਿਹੜਾ ਹੈਗਾ ਦੌਰਾ ਵੀ ਕੀਤਾ। ਸੂਝਵਾਨ ਪ੍ਰਿੰਸੀਪਲ ਨੇ ਸਾਲਾਨਾ ਰਿਪੋਰਟ ਪੜ੍ਹੀ ਤੇ ਪੂਰੀ ਟੀਮ ਬਹੁਤ ਹੀ ਸੰਤੁਸ਼ਟ ਸੀ, ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਇਹ ਵਾਲਾ ਜਿਹੜਾ ਹੈਗਾ ਪੈਰਾਗ੍ਰਾਫ, ਇਹਦੇ ਵਿੱਚ ਦੋਸਤੋ ਹਜੇ ਸਾਫ਼ ਸਫਾਈ ਦੀ ਗੱਲ ਯਾਨੀ ਕਿ ਸਜਾਵਟ ਦੀ ਗੱਲ ਹੋ ਰਹੀ ਹੈ ਸਕੂਲ ਦੇ ਵਿੱਚ, ਮਤਲਬ ਹਜੇ ਸਫਾਈ ਕਰ ਰਿਹਾ ਤਾਂ ਕਿ ਜੋ ਇਨਸਪੈਕਸ਼ਨ ਕਰਨ ਆਉਣ, ਠੀਕ ਹੈ ਜੀ, ਤਾਂ ਉਹ ਸਾਨੂੰ ਮਤਲਬ ਵਧੀਆ ਕਹਿਣ, ਠੀਕ ਹੈ। ਤੇ ਇਹਦੇ ਵਿੱਚ ਦੋਸਤੋ ਇਨਸਪੈਕਸ਼ਨ ਕਰਨ ਵਾਲੇ ਆ ਗਏ ਹਨ ਤੇ ਉਹਨਾਂ ਦੀ ਖਾਤਰਦਾਰੀ ਕਿਸ ਤਰ੍ਹਾਂ ਕੀਤੀ ਹੈ, ਕਿਵੇਂ ਉਹਨਾਂ ਨੂੰ ਬੁਲਾਇਆ, ਕਿੱਥੇ ਕੀ ਹੋਇਆ, ਇਹਦੇ ਵਿੱਚ ਉਹ ਲਿਖਿਆ ਹੋਇਆ ਵਾ, ਠੀਕ ਹੈ ਜੀ। ਤੇ ਇਸ ਨੂੰ ਤੁਸੀਂ ਆਹ ਪੜ੍ਹ ਲਓ, ਠੀਕ ਹੈ, ਇੰਗਲਿਸ਼ ਦੇ ਵਿੱਚ। ਤੇ ਹੁਣ ਦੋਸਤੋ ਚਲੋ ਦੇਖਦੇ ਹਾਂ ਦੂਸਰਾ ਕੀ ਹੈ ਆਪਣਾ। ਦੂਸਰਾ ਹੈਗਾ ਦੋਸਤੋ ਪੋਲੂਸ਼ਨ, ਠੀਕ ਹੈ ਜੀ। ਪੋਲੂਸ਼ਨ ਵੀ ਦਿੱਤਾ ਹੋਇਆ ਵਾ ਤਾਂ ਪੋਲੂਸ਼ਨ ਵਾਲਾ ਵੀ ਕਰ ਲੈਂਦੇ ਹਾਂ। ਤਾਂ ਦੋਸਤੋ ਇਸ ਤੋਂ ਬਾਅਦ ਹੈਗਾ ਆਪਣਾ ਇਹ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਹੋ ਗਿਆ ਜਿਵੇਂ ਕਿ ਆਹ ਇਹਦੇ ਵਿੱਚ ਹਿੰਟ ਵਾਲੇ ਦਿੱਤੇ ਹੋਏ ਹਨ, ਜਿਵੇਂ ਕਿ ਆਹ, ਠੀਕ ਹੈ ਜੀ, ਆਹ ਵਾਲਾ ਦਿੱਤਾ ਹੋਇਆ ਨਾ, ਪੋਲੂਸ਼ਨ ਲਿਵਿੰਗ ਇਨ ਪੋਲੂਟਡ ਵਰਲਡ ਡੈਸ਼ ਏਅਰ, ਠੀਕ ਹੈ ਜੀ। ਤਾਂ ਆਹ ਰਿਹਾ ਦੋਸਤੋ ਆਹ ਵਾਲਾ, ਠੀਕ ਹੈ ਜੀ। ਤਾਂ ਇੱਥੇ ਦੋਸਤੋ ਇਹੀ ਦਿੱਤਾ ਹੈ ਬਾਈ ਡੈਸ਼ ਏਅਰ ਆ ਰਿਹਾ ਦੋਸਤੋ, ਠੀਕ ਹੈ। ਤਾਂ ਦੋਸਤੋ ਇਸ ਵਾਰ ਤੁਸੀਂ ਇਸ ਨੂੰ ਵੀ ਰੀਡ ਕਰ ਲਓ ਇੱਕ ਵਾਰੀ। ਬਾਕੀ ਨੋਰਮਲ ਵਾਲਾ ਇਸ ਤਰ੍ਹਾਂ ਦਾ ਕੁਛ, ਠੀਕ ਹੈ, ਜੋ ਕਿ ਅਸੀਂ ਆਪਣੀ ਲਾਈਨਾਂ ਦੇ ਵਿੱਚ ਲਿਖਣਾ ਵਾ ਪੈਰਾਗ੍ਰਾਫ, ਠੀਕ ਹੈ। ਬਾਕੀ ਤੁਸੀਂ ਦੋਨਾਂ ਦੇ ਵਿੱਚ ਕੋਈ ਵੀ ਕਰ ਸਕਦੇ ਹੋ ਦੋਸਤੋ, ਜਿਵੇਂ ਤੁਹਾਨੂੰ ਲੋਟ ਲੱਗੇ, ਠੀਕ ਹੈ। ਤਾਂ ਇਹ ਵੀ ਤੁਹਾਨੂੰ ਚਲੋ ਕਰਾ ਹੀ ਦਿੰਦੇ ਆ। ਤਾਂ ਦੋਸਤੋ ਇਹਦੇ ਵਿੱਚ ਦੇਖੋ ਕੀ ਹੈ, ਵੀ ਆਰ ਲਿਵਿੰਗ ਇਨ ਅ ਪੋਲੂਟਡ ਵਰਲਡ ਟੂਡੇ, ਠੀਕ ਹੈ ਜੀ। ਤੇ ਮਤਲਬ ਦੋਸਤੋ ਅਸੀਂ ਜਿਹੜਾ ਹੈਗਾ ਵਾ ਹੁਣ ਜਿਹੜਾ ਹੈਗਾ ਵਾ ਦੋਸਤੋ ਆਪਣੇ ਪ੍ਰਦੂਸ਼ਣ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਵਾ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਠੀਕ ਹੈ ਜੀ। ਤੇ ਅਸੀਂ ਹੁਣ ਆਪਣੇ ਆਪ ਨੂੰ ਦੋਸਤੋ ਜਿਵੇਂ ਪ੍ਰਦੂਸ਼ਣ ਨੂੰ ਕਿਵੇਂ ਘੱਟ ਕਰਨਾ ਵਾ, ਕਿਵੇਂ ਇਸ ਨੂੰ ਘੱਟ ਕਰ ਸਕਦੇ ਹਾਂ, ਇਹੀ ਗੱਲਾਂ ਇਹਦੇ ਵਿੱਚ ਲਿਖਣੀਆਂ ਹਨ, ਠੀਕ ਹੈ ਦੋਸਤੋ। ਇਹ ਦੇਖਦੇ ਹਾਂ ਆਪਾਂ ਥੋੜ੍ਹਾ ਜਿਹਾ ਰੁਕ।
तो दोस्तों मतलब कि वी आर लिविंग इन पोल्यूटेड वर्ल्ड टूडे पोल्यूशन इज एवरीवेयर इन एयर इन वाटर इन फूड एवरीथिंग इज पोल्यूटेड द साइंटिस्ट हैव लिस्टेड द डेंजरस इन्वायरमेंटल पोल्यूशन ऑल ओवर द वर्ल्ड ऑल द गवर्नमेंट्स आर वरीड अबाउट दिस problem the man himself is responsible for this problem the use of fertilizer in field nuclear testing and contaminating water lead to several deadly diseases if we want to live in pollution free environment and immediate ਕੰਟਰੋਲ ਇਜ਼ ਮਸਟ। ਯਾਨੀ ਕਿ ਦੋਸਤੋ ਅਸੀਂ ਇੱਕ ਪ੍ਰਦੂਸ਼ਿਤ ਸੰਸਾਰ ਵਿੱਚ ਜਿਹੜਾ ਹੈਗਾ ਰਹਿ ਰਹੇ ਹਾਂ। ਪ੍ਰਦੂਸ਼ਣ ਜਿਹੜਾ ਹੈਗਾ ਦੋਸਤੋ ਹਰ ਥਾਂ ਹਵਾ ਪਾਣੀ ਅਤੇ ਭੋਜਨ ਠੀਕ ਹੈ ਜੀ ਇਹਦੇ ਵਿੱਚ ਹੈ ਠੀਕ ਹੈ ਜੀ ਇਨ ਵਾਟਰ ਫੂਡ ਮਤਲਬ ਹਰ ਜਗ੍ਹਾ 'ਤੇ ਆ ਦੋਸਤੋ ਠੀਕ ਹੈ ਜੀ। ਅਤੇ ਸਭ ਕੁਝ ਦੋਸਤੋ ਜਿਹੜਾ ਹੈਗਾ ਵਾ ਪ੍ਰਦੂਸ਼ਿਤ ਹੋ ਗਿਆ ਵਾ ਠੀਕ ਹੈ। ਅਤੇ ਦੋਸਤੋ ਦਾ ਸਾਇੰਟਿਸਟ ਮਤਲਬ ਦੋਸਤੋ ਵਿਗਿਆਨੀਆਂ ਨੇ ਪੂਰੀ ਦੁਨੀਆ ਵਿੱਚ ਜਿਹੜਾ ਹੈਗਾ ਵਾਤਾਵਰਨ ਪ੍ਰਦੂਸ਼ਣ ਦੇ ਖਤਰਿਆਂ ਨੂੰ ਸੂਚੀਬੱਧ ਜਿਹੜਾ ਹੈਗਾ ਕੀਤਾ ਹੈ ਠੀਕ ਹੈ ਜੀ। ਅਤੇ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਹੋਇਆ ਵਾ ਕਿ ਸਾਰੀਆਂ ਸਰਕਾਰਾਂ ਇਸ ਸਮੱਸਿਆ ਤੋਂ ਚਿੰਤਨ ਹਨ ਠੀਕ ਹੈ ਜੀ। ਆਲ ਦਾ ਗਵਰਨਮੈਂਟ ਆਰ ਵਰਿਡ ਅਬਾਊਟ ਦਿਸ ਪ੍ਰੋਬਲਮ ਠੀਕ ਹੈ। ਅਤੇ ਅੱਗੇ ਦੋਸਤੋ ਆਪਣਾ ਇਸ ਸਮੱਸਿਆ ਲਈ ਦੋਸਤੋ ਮਨੁੱਖ ਖੁਦ ਜ਼ਿੰਮੇਵਾਰ ਹੈ ਠੀਕ ਹੈ ਜੀ। ਇਸ ਸਮੱਸਿਆ ਲਈ ਜਿਹੜਾ ਹੈਗਾ ਮਨੁੱਖ ਖੁਦ ਜ਼ਿੰਮੇਵਾਰ ਹੈ। ਖੇਤਾਂ ਵਿੱਚ ਖਾਦਾਂ ਦੀ ਵਰਤੋਂ ਠੀਕ ਹੈ ਜੀ। ਅਤੇ ਆਪਣਾ ਹੈਗਾ ਦੋਸਤੋ ਪਰਮਾਣੂ ਪ੍ਰੀਖਣ ਠੀਕ ਹੈ। ਅਤੇ ਦੋਸਤੋ ਦੂਸ਼ਿਤ ਪਾਣੀ ਜਿਹੜਾ ਹੋ ਗਿਆ ਵਾ ਠੀਕ ਹੈ ਕਈ ਘਾਤਕ ਬਿਮਾਰੀਆਂ ਦਾ ਕਾਰਨ ਬਣਦਾ ਹੈ ਠੀਕ ਹੈ ਜੀ। ਅਤੇ ਅੱਗੇ ਦੋਸਤੋ ਜੇਕਰ ਅਸੀਂ ਜਿਹੜਾ ਹੈਗਾ ਵਾ ਪ੍ਰਦੂਸ਼ਣ ਰਹਿਤ ਵਾਤਾਵਰਣ ਵਿੱਚ ਰਹਿਣਾ ਚਾਹੁੰਦੇ ਹਾਂ ਤਾਂ ਦੋਸਤੋ ਫੌਰੀ ਤੌਰ 'ਤੇ ਦੋਸਤੋ ਸਾਨੂੰ ਜਿਹੜਾ ਹੈਗਾ ਕੰਟਰੋਲ ਕਰਨਾ ਜ਼ਰੂਰੀ ਹੈ ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ ਦੇਖਦੇ ਹਾਂ ਤਾਂ ਦੋਸਤੋ ਹੁਣ ਇਹ ਹੋ ਗਿਆ ਥੱਲੇ ਵਾਲਾ। ਹੁਣ ਨੋਰਮਲ ਵਾਲਾ ਦੇਖ ਲੈਂਦੇ ਕਿ ਅਗਰ ਕੋਈ ਇਸ ਤਰ੍ਹਾਂ ਦਾ ਆ ਜਾਵੇ ਤਾਂ ਅਗਰ ਤੁਸੀਂ ਇਸ ਤਰ੍ਹਾਂ ਦਾ ਲਿਖਣਾ ਵਾ ਤਾਂ ਦੇਖੋ ਦੋਸਤੋ ਕੀ ਹੈ ਕਿ ਪੋਲੂਸ਼ਨ ਇਜ਼ ਦ ਬਿਗੇਸਟ ਪ੍ਰੋਬਲਮ ਆਫ ਇੰਡੀਆ ਯਾਨੀ ਕਿ ਪ੍ਰਦੂਸ਼ਣ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ ਭਾਰਤ ਦੀ ਠੀਕ ਹੈ ਜੀ। ਐਵਰੀਥਿੰਗ ਏਅਰ ਫੂਡ ਵਾਟਰ ਐਸੈਕਟਰਾ ਇਜ਼ ਪੋਲੂਟਡ ਵੀ ਆਰ ਲਿਵਿੰਗ ਦ ਪੋਲੂਟਡ ਵਰਲਡ ਠੀਕ ਹੈ ਜੀ। ਹਵਾ ਭੋਜਨ ਪਾਣੀ ਆਦਿ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ। ਅਸੀਂ ਜਿਹੜਾ ਹੈਗਾ ਪ੍ਰਦੂਸ਼ਿਤ ਸੰਸਾਰ ਵਿੱਚ ਰਹਿ ਰਹੇ ਹਾਂ। ਦੇਰ ਆਰ ਮੈਨੀ ਟਾਈਪਸ ਆਫ ਪੋਲੂਸ਼ਨ ਫਿਊਲ ਸਮੋਕ ਵਹੀਕਲ ਸਮੋਕ ਐਂਡ ਇੰਡਸਟਰੀਅਲ ਚਿਮਨੀਜ਼ ਆਰ ਦਾ ਰਿਸਪੋਂਸੀਬਲ ਫੋਰ ਦਿਸ ਪੋਲੂਸ਼ਨ ਯਾਨੀ ਕਿ ਦੋਸਤੋ ਬਾਲਣ ਦਾ ਜਿਹੜੇ ਹੈ ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਬਾਲਣ ਦਾ ਧੂੰਆਂ ਵਾਹਨਾਂ ਦਾ ਧੂੰਆਂ ਉਦਯੋਗਿਕ ਚਿਮਨੀਆਂ ਇੱਕ ਪ੍ਰਦੂਸ਼ਣ ਜਿਹੜਾ ਹੈਗਾ ਇਸ ਪ੍ਰਦੂਸ਼ਣ ਲਈ ਜਿਹੜੀ ਹੈਗੇ ਜ਼ਿੰਮੇਵਾਰ ਹਨ ਠੀਕ ਹੈ ਜੀ। ਨਾਓ ਇਟ ਇਜ਼ ਅ ਗ੍ਰੇਟ ਪ੍ਰੋਬਲਮ ਆਫ ਇੰਡੀਆ ਇਟ ਇਜ਼ ਨਾਟ ਰੋਂਗ ਦੈਟ ਐਵਰੀਥਿੰਗ ਇਜ਼ ਪੋਲੂਟਡ ਸਾਇੰਟਿਸਟ ਹੈਵ ਆਲਰੇਡੀ ਲਿਸਟਡ ਦਾ ਡੇਂਜਰ ਆਫ ਇਨਵਾਇਰਮੈਂਟਲ ਪੋਲੂਸ਼ਨ ਠੀਕ ਹੈ ਜੀ। ਯਾਨੀ ਕਿ ਦੋਸਤੋ ਜਿਹੜੀ ਹੈਗੀ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਗਲਤ ਨਹੀਂ ਹੈ ਕਿ ਸਭ ਕੁਝ ਜਿਹੜਾ ਹੈਗਾ ਪ੍ਰਦੂਸ਼ਿਤ ਹੈ। ਵਿਗਿਆਨੀ ਪਹਿਲਾਂ ਹੀ ਵਾਤਾਵਰਣ ਪ੍ਰਦੂਸ਼ਣ ਦੇ ਖਤਰੇ ਨੂੰ ਸੂਚੀਬੱਧ ਕਰ ਚੁੱਕੇ ਹਨ ਠੀਕ ਹੈ ਜੀ। ਅਤੇ ਅੱਗੇ ਦੋਸਤੋ ਦਾ ਗਲੋਬਲ ਵਾਰਮਿੰਗ ਇਜ਼ ਦ ਮੋਸਟ ਡੇਂਜਰਸ ਫॉर ਆਲ ਦਾ ਵਰਲਡ ਬਿਕੋਜ਼ ਇਟ ਹੈਜ਼ ਅ ਗ੍ਰੇਟ ਇਫੈਕਟ ਠੀਕ ਹੈ ਜੀ। ਯਾਨੀ ਕਿ ਗਲੋਬਲ ਵਾਰਮਿੰਗ ਸਾਰੇ ਸੰਸਾਰ ਲਈ ਇੱਕ ਖੌਫਨਾਕ ਜਾਂ ਫਿਰ ਖਤਰਨਾਕ ਜਿਹੜਾ ਹੈ ਕਿਉਂਕਿ ਇਸ ਦਾ ਬਹੁਤ ਜਿਹੜਾ ਹੈਗਾ ਪ੍ਰਭਾਵ ਬਹੁਤ ਹੀ ਬੁਰਾ ਪੈਂਦਾ ਹੈ ਠੀਕ ਹੈ ਜੀ। ਅਤੇ ਅੱਗੇ ਦੋਸਤੋ ਸਾਡੇ ਜਲਵਾਯੂ ਯਾਨੀ ਕਿ ਦੋਸਤੋ ਇਟ ਹੈਜ਼ ਅ ਗ੍ਰੇਟ ਇਫੈਕਟ ਠੀਕ ਹੈ ਜੀ। ਅਵਰ ਕਲਾਈਮੇਟ ਹੈਜ਼ ਅ ਵੈਰੀ ਠੀਕ ਹੈ ਜੀ our climate has a very change our government is worried about it in fact man himself is responsible for it our government should take a step to do any away this problem it caused cancer and other diseases so it's compulsory to control and ਪੋਲੂਸ਼ਨ ਠੀਕ ਹੈ ਜੀ। ਯਾਨੀ ਕਿ ਦੋਸਤੋ ਇਹੀ ਹੈ ਕਿ ਸਾਡੇ ਜਲਵਾਯੂ ਵਿੱਚ ਬਹੁਤ ਹੀ ਬਦਲਾਵ ਹਨ ਠੀਕ ਹੈ। ਸਾਡੀ ਸਰਕਾਰ ਇਸ ਨੂੰ ਲੈ ਕੇ ਚਿੰਤਿਤ ਹੈ ਠੀਕ ਹੈ ਜੀ। ਯਾਨੀ ਕਿ ਦੋਸਤੋ ਦੇਖ ਸਕਦੇ ਹੋ ਇੱਥੇ ਆਹ ਲਾਈਨ ਸੀਗੀ ਆਪਣੀ ਹਾਂਜੀ ਆਵਰ ਗੌਰਮੈਂਟ ਇਜ਼ ਵਰੀਡ ਅਬਾਊਟ ਇਟ ਠੀਕ ਹੈ ਜੀ। ਅਤੇ ਅਸਲ ਵਿੱਚ ਮਨੁੱਖ ਖੁਦ ਹੀ ਇਸ ਦਾ ਜ਼ਿੰਮੇਵਾਰ ਹੈ ਇਨਫੈਕਟ ਮੈਨ ਹਿਮਸੈਲਫ ਇਜ਼ ਰਿਸਪੋਂਸੀਬਲ ਠੀਕ ਹੈ ਜੀ। ਅਤੇ ਸਾਡੀ ਸਰਕਾਰ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਜਿਹੜੇ ਹੈਗੇ ਆ ਕਦਮ ਚੁੱਕਣੇ ਚਾਹੀਦੇ ਹਨ ਠੀਕ ਹੈ ਜੀ। ਆਹ ਬਲੀ ਲੈਣ ਠੀਕ ਹੈ। ਅਤੇ ਅੱਗੇ ਦੋਸਤੋ ਇਹ ਕੈਂਸਰ ਅਤੇ ਜਿਹੜੇ ਹੈਗੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਸ ਲਈ ਜਿਹੜਾ ਹੈਗਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਜਿਹੜਾ ਹੈਗਾ ਵਾ ਲਾਜ਼ਮੀ ਹੈ ਠੀਕ ਹੈ ਜੀ ਕੰਪਲਸਰੀ ਹੈ। ਅਤੇ ਹੁਣ ਦੋਸਤੋ ਅੱਗੇ ਆਪਣਾ ਦੇਖ ਲੈਂਦੇ ਹਾਂ ਕੁਐਸਚਨ ਪੇਪਰ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਹਾਂਜੀ। ਅਤੇ ਦੋਸਤੋ ਹੁਣ ਹੈਗੀਆਂ ਨੇ ਤੁਹਾਡੀ ਲੈਟਰ ਆ ਠੀਕ ਹੈ ਜੀ। ਤਾਂ ਦੇਖੋ ਦੋਸਤੋ ਆਪਣਾ ਯੂ ਆਰ ਰਾਜੀਵ ਹਨ ਅਤੇ ਲਿਵਿੰਗ ਐਟ ਕਿਊਨ ਹੋਸਟਲ ਇੰਟਰਨੈਸ਼ਨਲ ਸਕੂਲ ਨਿਊ ਦਿੱਲੀ ਰਾਈਟ ਅ ਲੈਟਰ ਟੂ ਯੂਰ ਫਾਦਰ ਰਿਕੁਐਸਟਿੰਗ ਹਿਮ ਟੂ ਪਰਮਿਟ ਯੂ ਟੂ ਜੁਆਇਨ ਐਜੂਕੇਸ਼ਨਲ ਟੂਰ ਟੂ ਸਾਊਥ ਇੰਡੀਆ ਕੰਡਕਟਡ ਬਾਈ ਯੂਰ ਸਕੂਲ ਯਾਨੀ ਕਿ ਦੋਸਤੋ ਤੁਸੀਂ ਰਾਜੀਵ ਹੋ ਠੀਕ ਹੈ ਜੀ। ਅਤੇ ਤੁਸੀਂ ਕਵੀਨਸ ਹੋਸਟਲ ਦੇ ਵਿੱਚ ਮਤਲਬ ਰਹਿੰਦੇ ਹੋ ਅਤੇ ਇੰਟਰਨੈਸ਼ਨਲ ਸਕੂਲ ਹੈ ਠੀਕ ਹੈ ਨਿਊ ਦਿੱਲੀ ਹੈ। ਮਤਲਬ ਤੁਸੀਂ ਇੱਕ ਜਿਹੜਾ ਹੈਗਾ ਆਪਣੇ ਪਿਤਾ ਨੂੰ ਇੱਕ ਪੱਤਰ ਲਿਖੋ ਠੀਕ ਹੈ ਜੀ ਜੋ ਕਿ ਵਿਦਿਆਲੇ ਦੁਆਰਾ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਇੰਟਰਨੈਸ਼ਨਲ ਟੂਰ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਵਾ ਠੀਕ ਹੈ ਜੀ ਸਾਊਥ ਇੰਡੀਆ ਵਿੱਚ ਇਸ ਤਰ੍ਹਾਂ ਦਾ ਇਹ ਲੈਟਰ ਆ। ਤਾਂ ਦੋਸਤੋ ਇਹ ਅਸੀਂ ਲੱਭੀ ਹੋਈ ਹੈ। ਤਾਂ ਦੇਖ ਲਓ ਦੋਸਤੋ ਸੇਮ ਇਹੀ ਆ ਨਾਮ ਵੀ ਉਹੀ ਆ ਯੂ ਆਰ ਰਾਜੀਵ ਠੀਕ ਹੈ ਜੀ। ਹਾਂ ਸੇਮ ਉਹੀ ਆ ਠੀਕ ਹੈ ਜੀ। ਦੇਖ ਸਕਦੇ ਹੋ ਕਿ ਰਿਕੁਐਸਟਿੰਗ ਪਰਮਿਟ ਟੂ ਜੁਆਇਨ ਐਜੂਕੇਸ਼ਨਲ ਟੂਰ ਟੂ ਸਾਊਥ ਇੰਡੀਆ ਠੀਕ ਹੈ ਜੀ ਬੀਇੰਗ ਕੰਡਕਟਡ ਯੂਰ ਸਕੂਲ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਲਿਖਣਾ ਵਾ ਲੈਟਰ ਤੁਸੀਂ ਐਪਲੀਕੇਸ਼ਨ। ਤਾਂ ਦੇਖੋ ਦੋਸਤੋ ਇਹਦੇ ਵਿੱਚ
ਲੈਟਰ ਆ, ਸੌਰੀ ਐਪਲੀਕੇਸ਼ਨ ਨਹੀਂ, ਲੈਟਰ ਆ ਇਹ, ਕਿਊਨਸ ਹੋਸਟਲ ਇੰਟਰਨੈਸ਼ਨਲ ਸਕੂਲ ਹੋਸਟਲ, ਠੀਕ ਹੈ ਜੀ, ਤੇ ਨਿਊ ਦਿੱਲੀ। ਤੇ ਇੱਥੇ ਡੇਟ ਦੋਸਤੋ 30 ਜਨਵਰੀ 2023 ਪਾ ਲਿਓ, ਤੇ ਜਿਸ ਦਿਨ ਵੀ ਜਿਹੜਾ ਤੁਹਾਡਾ ਐਗਜ਼ਾਮ ਹੈ ਉਹੀ ਡੇਟ ਪਾਇਓ, ਠੀਕ ਹੈ। ਡੀਅਰ ਫਾਦਰ, ਯੂ ਵਿਲ ਬੀ ਗਲੈਡ ਟੂ ਨੋ that our school has organized educational tour during this days, यानी कि दोस्तों ਤੁਹਾਨੂੰ ਜਿਹੜਾ ਹੈਗਾ ਵਾ ਇਹ ਜਾਣ ਕੇ ਖੁਸ਼ੀ ਹੋਵੇਗੀ, ਠੀਕ ਹੈ ਬਈ ਕਿ ਆਪਣੇ ਜਿਹੜੇ ਹੈਗਾ ਸਾਡੇ ਸਕੂਲ ਇਹਨਾਂ ਦਿਨਾਂ ਦੌਰਾਨ ਵਿਦਿਅਕ ਟੂਰ ਦਾ ਆਯੋਜਨ ਕੀਤਾ ਹੈ, ਠੀਕ ਹੈ। ਤੇ 30 ਸਟੂਡੈਂਟਸ ਹੈਵ ਗਿਵਨ ਫॉर देयर ਨੇਮਸ, ਯਾਨੀ ਕਿ 30 ਸਟੂਡੈਂਟ ਨੇ ਆਪਣਾ ਨਾਮ ਦਿੱਤੇ ਹਨ। ਅਵਰ ਪ੍ਰਿੰਸੀਪਲ ਐਂਡ 4 ਸੀਨੀਅਰ ਟੀਚਰ ਆਰ ਗੋਇੰਗ ਵਿਦ ਅਸ, ਠੀਕ ਹੈ। ਸਾਡੇ ਪ੍ਰਿੰਸੀਪਲ ਅਤੇ 4 ਸੀਨੀਅਰ ਅਧਿਆਪਕ ਸਾਡੇ ਨਾਲ ਜਾ ਰਹੇ ਹਨ, ਠੀਕ ਹੈ ਜੀ। ਤੇ ਅੱਗੇ ਦੋਸਤੋ अपना की लिखा कि द टूरिंग पार्टी विल बी पे ऑफ फ्लाइंग विजिट टू दिल्ली, आगरा, कलकत्ता एंड बंबे, ठीक है। यानी कि दोस्तों टूरिंग पार्टी दिल्ली, आगरा, जड़ा कलकत्ता ते बंबई की उड़ान भरेगी, ठीक है। तो आई शैल हैव टू पे मतलब ₹3000 इन ऑल, ठीक है। तो मैनू कल कुल मिला के दोस्तों जोड़ा है 3000 रुपये देने पैणगे। वी विल सी मैनी हिस्टोरिकल बिल्डिंग्स, द टूर विल बी अबाउट 10 डेज, ठीक है। ਤਾਂ ਦੋਸਤੋ ਅਸੀਂ ਜਿਹੜਾ ਹੈਗਾ ਵਾ ਅਸੀਂ ਇਤਿਹਾਸਕ ਇਮਾਰਤਾਂ ਦੇਖਾਂਗੇ, ਠੀਕ ਹੈ। ਅਤੇ ਇਹ ਦੌਰਾ ਲਗਭਗ ਨਾ 10 ਦਿਨਾਂ ਦਾ ਹੋਵੇਗਾ, ਠੀਕ ਹੈ। ਅਤੇ ਅੱਗੇ ਹੈ ਆਈ ਰਿਕੁਐਸਟ ਯੂ ਟੂ ਅਲੋ ਮੀ ਟੂ ਜੁਆਇਨ ਦਾ ਟੂਰ, ਯਾਨੀ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਟੂਰ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿਓ, ਠੀਕ ਹੈ। ਵਿਦ ਰਿਗਾਰਡ ਯਾਨੀ ਕਿ ਸਤਿਕਾਰ ਨਾਲ, ਠੀਕ ਹੈ। ਯੂਰ ਐਫੈਕਸ਼ਨਸਲੀ ਯਾਨੀ ਕਿ ਦੋਸਤੋ ਤੁਹਾਡਾ ਪਿਆਰ ਨਾਲ, ਰਾਜੀਵ, ਠੀਕ ਹੈ ਜੀ। ਤਾਂ ਇੱਥੇ ਇਸ ਦਾ ਆਨਸਰ ਹੋ ਗਿਆ। ਅਤੇ ਹੁਣ ਦੋਸਤੋ ਹੈਗਾ ਰਾਈਟ ਅ ਲੈਟਰ ਟੂ ਅ ਬੁੱਕ ਸੈਲਰ complaining against the wrong supply of book, you are ਜਤਿੰਦਰ ਸਿੰਘ ਲਿਵਿੰਗ ਐਟ ਮਾਡਲ ਟਾਊਨ ਨਕੋਦਰ, ਯਾਨੀ ਕਿ ਦੋਸਤੋ ਕਿਤਾਬਾਂ ਦੀ ਗਲਤ ਸਪਲਾਈ ਦੇ ਖਿਲਾਫ ਸ਼ਿਕਾਇਤ ਕਰਦੇ ਹੋਏ ਕਿਤਾਬ ਵਿਕਰੇਤਾ ਨੂੰ ਜਿਹੜਾ ਹੈਗਾ ਵਾ ਇੱਕ ਪੱਤਰ ਲਿਖੋ, ਠੀਕ ਹੈ ਜੀ। ਤਾਂ ਦੋਸਤੋ ਚਲੋ ਦੇਖਦੇ ਹਾਂ, ਠੀਕ ਹੈ ਜੀ। ਤੁਹਾਡਾ ਨਾਮ ਜਿਹੜਾ ਹੈਗਾ ਜਤਿੰਦਰ ਸਿੰਘ ਆ, ਜਿਵੇਂ ਕਿ ਇੱਥੇ ਇਹਨਾਂ ਨੇ ਜਤਿੰਦਰ ਸਿੰਘ ਲਿਖਿਆ ਵਾ, ਠੀਕ ਹੈ ਜੀ। ਤਾਂ ਚਲੋ ਦੋਸਤੋ ਦੇਖਦੇ ਹਾਂ ਇਸਦਾ ਕਿਵੇਂ ਲਿਖਾਂਗੇ। ਤਾਂ ਆਹ ਰਿਹਾ ਦੋਸਤੋ, ਠੀਕ ਹੈ ਜੀ, ਰੋਂਗ ਸਪਲਾਈ ਆਫ ਬੁੱਕਸ, ਠੀਕ ਹੈ ਜੀ। ਤਾਂ ਆਹੀ ਹੈ ਜਤਿੰਦਰ ਸਿੰਘ ਵਾਲਾ, ਕੰਪਲੇਟਿੰਗ ਅਗੇਂਸਟ ਦਾ ਰੋਂਗ ਸਪਲਾਈ ਆਫ ਬੁੱਕਸ, ਜਤਿੰਦਰ ਸਿੰਘ ਸੇਮ ਉਹੀ ਹੈ ਦੋਸਤੋ, ਠੀਕ ਹੈ ਜੀ। ਆਪਾਂ ਡਿਟੋ ਹੀ ਸੇਮ ਤੁਹਾਨੂੰ ਲੱਭ ਕੇ ਦੇ ਦਿੱਤੀ ਆ। ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਲਿਖਣਾ ਵਾ 21 ਮਾਡਲ ਟਾਊਨ ਨਕੋਦਰ, ਅਤੇ ਡੇਟ ਦੋਸਤੋ 30 ਜਨਵਰੀ 2023 ਪਾ ਲਿਓ। ਅਤੇ ਅੱਗੇ ਦੋਸਤੋ ਮੈਸਰਸ ਇੰਡੀਆ ਬੁੱਕ ਡਿਪੂ, ਠੀਕ ਹੈ ਜੀ। ਮਾਈ ਹੀਰਾ ਗੇਟ ਜਲੰਧਰ, ਸਬਜੈਕਟ ਕੀ ਆ ਰੋਂਗ ਸਪਲਾਈ ਆਫ ਬੁੱਕਸ। ਡੀਅਰ ਸਰ ਔਨ 15 ਮਾਰਚ ਯਾਨੀ ਕਿ 15 ਮਾਰਚ ਨੂੰ, ਠੀਕ ਹੈ ਜੀ, ਆਈ ਆਰਡਰ 10 ਕਾਪੀਜ਼ ਆਫ 2 ਬੁੱਕਸ, ਬੈਕਗਰਾਊਂਡ ਆਫ ਮਿਊਜ਼ਿਕ ਬਾਏ HS ਨਾਰੰਗ ਐਂਡ ਹਿਸਟਰੀ ਆਫ ਪੰਜਾਬ ਬਾਏ AC ਅਰੋੜਾ, ਰੇਮਿਟਿੰਗ ₹2000 ਦਾ ਇੰਟਾਇਰ ਅਮਾਊਂਟ ਆਫ देयर प्राइज इन एडवांस, ठीक है जी। मतलब 15 ਮਾਰਚ ਨੂੰ ਮੈਂ ਨਾ ਜਿਹੜਾ ਹੈਗਾ ਵਾ, ਠੀਕ ਹੈ ਜੀ, ਕੀ ਕੀਤਾ ਸੀ ਮੈਂ ਜਿਹੜਾ ਹੈਗਾ ਵਾ ਦੋਸਤੋ ਕਿਹੜੀ ਬੁੱਕ ਆ ਇਹਦੇ ਵਿੱਚ ਦੇਖ ਸਕਦੇ ਹੋ HS ਨਾਰੰਗ, ਹਾਂ HS ਨਾਰੰਗ, ਅਤੇ ਦੋਸਤੋ ਜਿਹੜਾ ਹੈਗਾ ਇਹ ਹੋਰ ਕਿਹੜੀ ਬੁੱਕ ਆ AC ਅਰੋੜਾ ਦੁਆਰਾ ਪੰਜਾਬ ਦਾ ਇਤਿਹਾਸ 2000 ਸਮੁੱਚਾ, ਠੀਕ ਹੈ ਜੀ। ਉਹਨਾਂ ਦੀ ਕੀਮਤ ਜਿਹੜੀ ਹੈਗਾ ਰਕਮ ਪਹਿਲਾਂ ਹੀ ਮਤਲਬ ਦੇ ਦਿੱਤੀ ਸੀਗੀ, ਠੀਕ ਹੈ ਜੀ। ਅਤੇ ਐਡਵਾਂਸ ਦੇ ਵਿੱਚ ਮਤਲਬ 2000 ਦੇ ਦਿੱਤੀ ਸੀਗੀ ਐਡਵਾਂਸ ਦੇ ਵਿੱਚ, ਸਮੁੱਚਾ ਉਹਨਾਂ ਦਾ ਵੀ ਕੀਮਤ ਰਕਮ ਪਹਿਲਾਂ ਤੋਂ ਹੀ, ਠੀਕ ਹੈ ਜੀ, ਦੇ ਦਿੱਤੀ ਸੀਗੀ। ਔਨ ਓਪਨਿੰਗ ਦਾ ਪਾਰਸਲ, ਠੀਕ ਹੈ ਜੀ, ਅੱਜ ਸਵੇਰੇ ਪ੍ਰਾਪਤ ਹੋਏ ਪਾਰਸਲ ਨੂੰ ਜਦੋਂ ਉਸ ਤੋਂ ਮੈਂ ਖੋਲ੍ਹਿਆ, ਠੀਕ ਹੈ ਜੀ, ਤਾਂ ਮੈਂ ਦੇਖਿਆ ਇਸ ਵਿੱਚ ਜਿਹੜਾ ਹੈਗਾ ਇੱਕੋ ਲੇਖਕ ਦੁਆਰਾ ਜਿਹੜੀ ਹੈਗੀ ਵੱਖ-ਵੱਖ ਸਿਰਲੇਖਾਂ ਦੀਆਂ ਜਿਹੜੀਆਂ ਹੈਗੀਆਂ ਨੇ ਕਾਪੀਆਂ ਸਨ, ਠੀਕ ਹੈ ਜੀ। ਯਾਨੀ ਕਿ ਦੋਸਤੋ ਔਨ ਓਪਨਿੰਗ ਦਾ ਪਾਰਸਲ ਰਿਸੀਵਡ ਦਿਸ ਮਾਰਨਿੰਗ ਆਈ ਫਾਊਂਡ ਦੈਟ ਇਟ ਕੰਟੇਨ ਕਾਪੀਜ਼ ਆਫ ਦਾ ਡਿਫਰੈਂਟ ਟਾਈਟਲਸ ਬਾਏ ਦਾ ਸੇਮ ਆਥਰਸ, ਠੀਕ ਹੈ ਜੀ। ਯਾਨੀ ਕਿ ਮੈਂ ਦੇਖਿਆ ਕਿ ਇਸ ਵਿੱਚ ਜਿਹੜਾ ਹੈਗਾ ਇੱਕੋ ਲੇਖਕ ਦੁਆਰਾ ਵੱਖ-ਵੱਖ ਸਿਰਲੇਖਾਂ ਦੀਆਂ ਕਾਪੀਆਂ ਸਨ, ਠੀਕ ਹੈ। ਅਤੇ ਅੱਗੇ ਕੀ ਲਿਖਿਆ ਇਹਨਾਂ ਨੇ, I regret to say that I did not place the order for this titles, ਯਾਨੀ ਕਿ ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੈ ਕਿ ਮੈਂ ਇਹਨਾਂ ਕਿਤਾਬਾਂ ਲਈ ਆਰਡਰ ਨਹੀਂ ਦਿੱਤਾ ਸੀ, ਠੀਕ ਹੈ। ਅਤੇ ਅੱਗੇ ਹੈ ਇਸ ਲਈ ਜਿਹੜਾ ਹੈਗਾ I am therefore returning them by parcel requesting the replacement, ਠੀਕ ਹੈ ਜੀ। ਯਾਨੀ ਕਿ ਦੋਸਤੋ ਮੈਂ ਜਿਹੜਾ ਹੈਗਾ ਵਾ ਉਹਨਾਂ ਨੂੰ ਪਾਰਸਲ ਅਤੇ ਬੇਨਤੀ ਕਰਾ ਕੇ ਵਾਪਸ ਕਰ ਰਿਹਾ ਹਾਂ, ਠੀਕ ਹੈ। ਅਤੇ ਉਸ ਨੂੰ ਮਤਲਬ ਬਦਲ ਦਿੱਤਾ ਜਾਵੇ, ਮਤਲਬ ਰਿਪਲੇਸਮੈਂਟ ਦਾ ਮਤਲਬ ਉਸ ਕੀ ਹੁੰਦਾ ਵਾ ਬਦਲਣਾ, ਠੀਕ ਹੈ ਜੀ, ਕਿ ਬਦਲ ਦੇਵੋ, ਠੀਕ ਹੈ। ਅਤੇ ਅੱਗੇ ਲਿਖਿਆ ਦੋਸਤੋ ਆਈ ਹੋਪ ਦਾ ਰਿਪਲੇਸਮੈਂਟ ਵਿਲ ਬੀ ਡਿਸਪੈਚਡ ਐਟ ਦਾ ਅਰਲੀਐਸਟ ਡੇਟ, ਮੈਨੂੰ ਉਮੀਦ ਹੈ ਕਿ ਜਿਹੜੀ ਹੈਗੀ ਬਦਲੀ ਨੂੰ ਜਲਦੀ ਤੋਂ ਜਲਦੀ ਤੁਸੀਂ ਭੇਜ ਦੋਗੇ, ਬਦਲ ਕੇ ਮਤਲਬ ਬੁੱਕ ਜਲਦੀ ਤੋਂ ਜਲਦੀ ਭੇਜ ਦੋਗੇ। ਆਈ ਆਲਸੋ ਹੋਪ ਦੈਟ ਆਈ ਸ਼ੈਲ ਨਾਟ ਵੀ ਚਾਰਜ ਐਨੀ ਐਡੀਸ਼ਨਲ ਪੈਕੇਜਿੰਗ ਔਰ ਪੋਸਟਲ ਐਕਸਪੈਂਸਿਸ, ਮੈਨੂੰ ਇਹ ਵੀ ਉਮੀਦ ਹੈ ਕਿ ਜਿਹੜਾ ਹੈਗਾ ਦੋਸਤੋ ਕਿ ਆਈ ਕੋਈ ਜਿਹੜੀ ਹੈਗੀ ਮਤਲਬ ਹੁਣ ਜਿਹੜਾ ਤੁਸੀਂ ਭੇਜੋਗੇ ਅਲੱਗ ਤੋਂ ਤੁਸੀਂ ਕੋਈ ਵੀ ਜਿਹੜਾ ਹੈਗਾ ਵਾ ਭੇਜਣ ਦਾ ਜਾਂ ਪੈਕਿੰਗ ਦਾ ਕੋਈ ਜਿਹੜਾ ਹੈਗਾ ਡਾਕ ਦਾ ਖਰਚਾ ਨਹੀਂ ਲਿਆ ਜਾਵੇਗਾ ਮੇਰੇ ਤੋਂ, ਠੀਕ ਹੈ ਜੀ। ਅਤੇ ਯੂਅਰ ਫੇਥਫੁਲੀ ਜਤਿੰਦਰ ਸਿੰਘ, ਯਾਨੀ ਕਿ ਤੁਹਾਡਾ ਜਿਹੜਾ ਹੈਗਾ ਦੋਸਤੋ ਵਫਾਦਾਰ ਜਤਿੰਦਰ ਸਿੰਘ, ਇੱਥੇ ਇਹਨਾਂ ਨੇ ਆਹ ਲਿਖਿਆ ਹੋਇਆ। ਤਾਂ ਦੋਸਤੋ ਇਸ ਤਰ੍ਹਾਂ ਦੀ ਇਹ ਲੈਟਰ ਆ, ਤੁਸੀਂ ਖੁਦ ਇਸ ਨੂੰ
ਲਿਖ ਸਕਦੇ ਹੋ ਆਪਣੀ ਲੈਂਗੁਏਜ ਦੇ ਵਿੱਚ ਵੀ, ਠੀਕ ਹੈ ਜੀ, ਕਿ ਇਹੀ ਰੋਂਗ ਸਪਲਾਈ ਹੋ ਗਿਆ, ਮੈਂ ਤਾਂ ਇਹ ਆਰਡਰ ਕੀਤੀ ਨਹੀਂ ਸੀ ਬਈ, ਤੁਸੀਂ ਆਹ ਭੇਜ ਦਿੱਤੀ ਆ, ਠੀਕ ਹੈ ਜੀ। ਤਾਂ ਤੁਸੀਂ ਇਸ ਤਰ੍ਹਾਂ ਦਾ ਬਣਾ ਕੇ ਵੀ ਲਿਖ ਸਕਦੇ ਹੋ, ਠੀਕ ਹੈ। ਤਾਂ ਦੋਸਤੋ ਇੱਥੇ ਆਪਣਾ ਇਹ ਹੁਣ 10ਵਾਂ ਦੋਸਤੋ ਜਿਹੜਾ ਹੈਗਾ ਮਾਰਕਸ ਫॉर ਗੁੱਡ ਹੈਂਡ ਰਾਈਟਿੰਗ ਆ 5 ਨੰਬਰ। ਅਗਰ ਤੁਹਾਨੂੰ ਦੋਸਤੋ ਤੁਹਾਡੀ ਰਾਈਟਿੰਗ ਵਧੀਆ ਹੋਏਗੀ ਤਾਂ ਤੁਹਾਨੂੰ 5 ਨੰਬਰ ਮਿਲ ਜਾਣਗੇ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਪੂਰਾ ਪੇਪਰ ਅਸੀਂ ਸੋਲਵ ਕਰ ਲਿਆ ਵਾ, ਠੀਕ ਹੈ ਜੀ, ਜੋ ਕਿ ਕਲਾਸ 10th ਦਾ ਇੰਗਲਿਸ਼ ਦਾ ਪੇਪਰ ਸੀਗਾ, ਠੀਕ ਹੈ ਜੀ। ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਨਸਰ ਨੇ ਇਹ, ਠੀਕ ਹੈ ਜੀ। ਤੇ ਇਹ ਪੰਜਾਬ ਬੋਰਡ ਨੇ ਆਪਣੀ ਵੈਬਸਾਈਟ ਤੇ ਜਾਰੀ ਕੀਤਾ ਸੀਗਾ, ਕਾਫੀ ਜ਼ਿਆਦਾ ਹੀ ਇੰਪੋਰਟੈਂਟ ਕੁਐਸਚਨ ਆਨਸਰ ਨੇ, ਠੀਕ ਹੈ ਜੀ। ਤੇ ਬਾਕੀ ਦੋਸਤੋ ਅਗਰ ਤੁਹਾਡੀ ਕੋਈ ਕੁਐਰੀ ਆ, ਠੀਕ ਹੈ, ਤੁਸੀਂ ਮੈਨੂੰ ਇੰਸਟਾ ਤੇ ਮੈਸੇਜ ਕਰ ਲਓ, ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ, ਠੀਕ ਹੈ। ਅਗਰ ਤੇ ਵੀਡੀਓ ਨੂੰ ਦੋਸਤੋ ਲਾਈਕ ਜ਼ਰੂਰ ਕਰ ਦਿਓ, ਕਿਉਂਕਿ ਹਰੇਕ ਵੀਡੀਓ ਬਣਾਉਣ 'ਚ ਕਾਫੀ ਜ਼ਿਆਦਾ ਮਿਹਨਤ ਲੱਗਦੀ ਆ, ਤੇ ਤੁਹਾਡੇ ਲਾਈਕਸ ਤੇ ਕਮੈਂਟ ਨਾਲ ਦੋਸਤੋ ਸਾਨੂੰ ਜਿਹੜਾ ਹੈਗਾ ਵਾ ਮੋਟੀਵੇਸ਼ਨ ਵੀ ਬਹੁਤ ਮਿਲਦੀ ਹੈ, ਠੀਕ ਹੈ ਜੀ। ਬਾਕੀ ਅਗਰ ਦੋਸਤੋ ਕੋਈ ਗਲਤੀ ਵਗੈਰਾ ਹੋ ਗਈ ਹੋਗੀ ਵੀਡੀਓ ਤੇ ਤਾਂ ਦੋਸਤੋ ਤੁਸੀਂ ਕਮੈਂਟ ਵਿੱਚ ਦੱਸ ਦਿਓ ਕਿ ਬਈ ਹਾਂ ਸਰ ਇੱਥੇ ਤੁਸੀਂ ਆਹ ਚੀਜ਼ ਗਲਤ ਕਿਹਾ ਗਿਆ, ਠੀਕ ਹੈ ਜੀ। ਤਾਂ ਦੋਸਤੋ ਦੱਸ ਜ਼ਰੂਰ ਦੇਣਾ, ਓਕੇ ਦੋਸਤੋ, ਤਾਂ ਕਿ ਮੈਂ ਇੰਪਰੂਵ ਕਰ ਸਕਾਂ ਅੱਗੇ ਤੋਂ। ਤਾਂ ਦੋਸਤੋ ਚਲੋ ਬਸ ਆਹੀ ਦੱਸਣਾ ਸੀਗਾ, ਬਾਕੀ ਓਕੇ। ਬਾਕੀ ਇੰਸਟਾ ਤੇ ਮੈਸੇਜ ਕਰ ਸਕਦੇ ਹੋ ਅਗਰ ਕੋਈ ਤੁਹਾਡੀ ਕੁਐਰੀ ਆ, ਓਕੇ ਦੋਸਤੋ। ਇੰਸਟਾ ਦਾ ਆਈਡੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦਿੱਤਾ ਹੋਇਆ ਵਾ।